ਸੰਗਤ ਜੀ ਅੱਜ ਦਾ ਪ੍ਰੋਗਰਾਮ ਤਾਂ ਥੋੜੀ ਦੇਰ ਬਾਅਦ ਸ਼ੁਰੂ ਹੋਊਗਾ, ਪਰ ਉਸ ਤੋਂ ਪਹਿਲਾਂ ਮੈਂ ਹੁਣੀ ਦੇਖ ਕੇ ਹਟਿਆ ਸਤਿੰਦਰ ਸਿੰਘ ਇਹਨਾਂ ਦਾ ਲੰਗਰ ਮੈਨੇਜਰ ਜਿਹੜਾ ਹੈਗਾ ਆ ਉਹ ਫਿਰ ਤੋਂ ਲਾਈਵ ਹੋਇਆ, ਬੜਾ ਸੈਣੀ ਕਰਕੇ ਬੋਲਣ ਡਿਆ ਆ। ਮੈਂ ਉਹਨੂੰ ਇੱਕ ਗੱਲ ਪੁੱਛਦਾ, ਪਹਿਲੀ ਗੱਲ ਤਾਂ ਮੈਂ ਜਾਂ ਤੁਹਾਡਾ ਕੋਈ ਵੀ EMPLOYEE ਤੁਹਾਡੇ ਤੇ ਇਲਜ਼ਾਮ ਲਾਉਂਦਾ, ਤੁਸੀਂ ਆਪਣੇ ਪਰਸਨਲ ਫੇਸਬੁੱਕ ਪੇਜਸ ਤੋਂ ਕਿਉਂ ਨਹੀਂ ਹੁੰਦੇ ਲਾਈਵ, ਜਾਂ ਆਪਣੇ ਪਰਸਨਲ ਚੈਨਲਸ ਤੋਂ ਕਿਉਂ ਨਹੀਂ ਹੁੰਦੇ? SGPC ਦਾ ਚੈਨਲ ਜਿਹੜਾ ਤੁਸੀਂ ਸ਼ੁਰੂ ਕੀਤਾ ਆ ਉਹ ਗੁਰਬਾਣੀ ਪ੍ਰਸਾਰਣ ਵਾਸਤੇ ਕੀਤਾ ਆ ਜਾਂ ਸੈਣੀ ਨੂੰ ਜਵਾਬ ਦੇਣ ਵਾਸਤੇ ਕੀਤਾ ਆ? ਤੇ ਜਦੋਂ ਵੀ ਕਿਸੇ ਵਿਅਕਤੀ ਵਿਸ਼ੇਸ਼ ਉੱਤੇ ਕੋਈ ਵੀ ਇਲਜ਼ਾਮ ਲਾਉਂਦਾ ਆ, ਉਹ ਬੰਦਾ ਪਹਿਲਾਂ ਜਿੱਦਾਂ ਗੁਰਨਾਮ ਆ ਕੇ ਬੈਠਿਆ ਤੇ ਹੁਣ ਤੂੰ ਆ ਕੇ ਬਹਿ ਗਿਆ ਭਰਾ। ਆਪਣੇ ਚੈਨਲ ਤੇ ਆਓ ਨਾ। ਕੀ ਗੱਲ SGPC ਨੇ ਸਾਰਾ ਕੁਨਬਾ ਆਪਣੇ ਬੰਦੇ ਜਿਹੜੇ ਕਰਪਟ ਹੈਗੇ ਨੇ ਉਹਨਾਂ ਦਾ ਪੱਲਾ ਝਾੜਨ ਵਾਸਤੇ ਰੱਖਿਆ ਆ? ਤੇ ਨਾਲੇ ਜਿਹੜਾ ਤੂੰ ਚੀਕਾਂ ਮਾਰੀ ਜਾਂਦਾ ਆ ਵੀ 4.5 ਲੱਖ ਦੇ ਬਿੱਲ ਸੈਣੀ ਦਿਖਾਵੇ, 4.5 ਲੱਖ ਦੇ ਮੇਰੇ ਤੇ ਇਲਜ਼ਾਮ ਲਾਏ ਆ, ਇਲਜ਼ਾਮ ਮੈਂ ਲਾਏ ਆ? ਤੁਹਾਡੇ ਆਪਣੇ ਇੰਸਪੈਕਟਰ ਨੇ ਲਾਏ ਆ। ਉਹ ਇੰਸਪੈਕਟਰ ਕਿੱਥੇ ਆ? ਉਹ ਵੀ ਅੱਜ ਕੱਲ ਭਗੌੜਾ ਹੋਇਆ ਆ, ਵਿਚਾਰਾ ਆਪਣੀ ਜਾਨ ਬਚਾਉਂਦਾ ਫਿਰ ਰਿਹਾ ਆ। ਜੇ ਇੰਨਾ ਹੀ ਸੱਚਾ ਸੀਗਾ ਤਾਂ ਉਹ ਆਪਣੇ ਨਾਲ ਕਿਉਂ ਨਹੀਂ ਬਿਠਾਇਆ? ਤੂੰ ਉਹਨੂੰ ਬਿਠਾਏ, ਕਹਿੰਦਾ ਹੁਣ ਤੂੰ ਸੰਗਤ ਦੇ ਸਾਹਮਣੇ ਬੋਲ, ਤੂੰ ਸੈਣੀ ਨੂੰ ਫੋਨ ਮਾਰ ਕੇ ਝੂਠ ਬੋਲਿਆ, ਸਾਰਾ ਮੇਰੇ ਬਾਰੇ ਗਲਤ ਬੋਲਿਆ, ਪਰ ਕਿਉਂ? ਕੋਈ ਗੱਲ ਨਹੀਂ, ਤੇਰੇ ਵਾਸਤੇ ਸਵਾਲ ਭਰਾ ਮੇਰੇ ਕੱਲ ਹੋਰ ਤੇਰੇ ਵਾਸਤੇ ਹੋਣਗੇ। ਹਾਂ, ਤੇ ਨਾਲੇ ਜਿਹੜਾ ਤੂੰ ਕਹਿੰਦਾ ਨਾ UAPA ਦਾ ਪਰਚਾ ਸੈਣੀ ਦੇ ਉੱਤੇ ਤੇ NDPS ਦਾ ਪਰਚਾ ਸੈਣੀ ਦੇ ਉੱਤੇ, ਧਿਆਨ ਨਾਲ ਬੇਵਕੂਫ ਪਹਿਲਾਂ ਪੜ੍ਹ ਲਿਆ ਕਰੋਗੇ ਉਹ ਪਰਚੇ ਦੇ ਵਿੱਚ ਹੈ ਕੀ। ਨੈਟ ਦੇ ਉੱਤੇ FIR ਨੰਬਰ ਪਾ ਕੇ ਸਰਚ ਮਾਰ ਲਓ। ਬਿਲਕੁਲ ਇਹ ਨੋਟਿਸ ਆਇਆ ਸੀ ਮੈਨੂੰ ਜਦੋਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੁੰਦੀ ਆ। ਕਿਉਂ ਆਇਆ ਸੀ ਉਹ ਵੀ ਦੱਸ ਦਿੰਨਾ ਹੈ, ਕਿਉਂਕਿ ਅੰਮ੍ਰਿਤਪਾਲ ਦੇ ਨਾਲ ਜਦੋਂ ਦੁਬਈ 'ਚ ਸੀਗਾ ਉਦੋਂ ਵੀ ਮੇਰੀ ਇੱਕ ਅੱਧੀ ਵਾਰ ਚੈਟ ਹੋਈ ਸੀ। ਉਸ ਤੋਂ ਬਾਅਦ ਸਾਰੇ ਉਹਦੇ ਗਰੁੱਪ ਦੇ ਕੋਲ ਮੇਰਾ ਨੰਬਰ ਸੀ, ਕੰਟੀਨਿਊ ਸਾਰੇ ਮੇਰੇ ਟੱਚ 'ਚ ਸੀ, ਕਿਉਂਕਿ ਮੇਰੇ ਪੱਤਰਕਾਰ ਜਾਂਦੇ ਰਹਿੰਦੇ ਸੀ। ਖਾਲਸਾ ਵੀ ਹੀਰ ਅਸੀਂ ਕਵਰ ਕੀਤੀ ਸੀ, ਗੱਲਬਾਤ ਸਾਰਿਆਂ ਨਾਲ ਹੁੰਦੀ ਰਹਿੰਦੀ ਸੀ। ਉਸ ਤੋਂ ਇਲਾਵਾ ਇੱਕ ਅੰਮ੍ਰਿਤਸਰ ਦੀ ਨਿਊਜ਼ ਸੀ ਨਸ਼ਾ ਤਸਕਰੀ ਦੀ, ਉਹ ਮੈਂ ਬ੍ਰੇਕ ਕੀਤੀ ਹੋਈ ਸੀ ਆਪਣੇ ਚੈਨਲ ਦੇ ਉੱਤੇ, ਤੇ ਉਹ ਕੇਸਾਂ ਦੇ ਰਿਗਾਰਡਿੰਗ ਮੈਨੂੰ ਨੋਟੀਫਿਕੇਸ਼ਨ ਆਈ ਸੀ ਵੀ ਇਹਦੇ ਉੱਤੇ ਆ ਕੇ ਆਪਣੀ ਜਵਾਬਦਾਰੀ ਦਿੱਲੀ ਦੇ ਕੇ ਜਾਓ। ਤੇ ਤੁਹਾਡਾ ਇੰਨਾ ਦਿਮਾਗ ਆਪਣਾ ਕੰਮ ਕਰਨਾ ਚਾਹੀਦਾ, ਜਿਹਨਾਂ ਦੇ ਉੱਤੇ UAPA ਲੱਗਿਆ ਹੋਵੇ ਜਾਂ NDPS ਲੱਗਿਆ ਹੋਵੇ, ਉਹ ਵੀ ਸੈਂਟਰ ਸਰਕਾਰ ਵੱਲੋਂ ਪਰਚਾ ਆਇਆ ਹੋਵੇ ਸਪੈਸ਼ਲ ਸੈੱਲ ਤੋਂ, ਤਾਂ ਉਹ ਇੱਜ਼ਤ ਦੇ ਨਾਲ ਘਰੇ ਆ ਕੇ ਨੋਟਿਸ ਫੜਾ ਕੇ ਨਹੀਂ ਜਾਂਦੇ। ਉਹ ਆ ਕੇ ਬੰਦਾ ਚੱਕਦੇ ਨੇ, ਗੱਡੀ 'ਚ ਸੁੱਟਦੇ ਨੇ, ਲੈ ਜਾਂਦੇ ਨੇ। ਠੀਕ ਹੈ, ਕੋਈ ਨਵੀਂ ਖੇਡ ਨਹੀਂ ਹੈਗੀ ਇਹ। ਸੈਂਟਰ ਨੂੰ ਪੰਜਾਬ ਗਵਰਨਮੈਂਟ ਤੋਂ ਵੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਪੈਂਦੀ। ਜੇ ਉੱਥੋਂ ਕਿਸੇ ਦੇ ਪਰਚਾ ਹੋਇਆ ਹੋਵੇ ਸਿੱਧਾ ਚੱਕਦੇ ਨੇ, ਗੱਡੀ 'ਚ ਸੁੱਟਦੇ ਨੇ, ਲੈ ਜਾਂਦੇ ਨੇ। ਤੇ ਹਾਂ, ਜੇਕਰ ਮੈਂ ਆਪਣਾ ਚੈਨਲ ਔਨ ਕਰਵਾਉਣਾ ਹੋਵੇ ਨਾ, ਥੱਲੇ ਇੱਕ ਨੇ ਕਮੈਂਟ ਕੀਤਾ ਸੀ ਤੁਹਾਡੇ ਆਪਣੇ ਕਿਸੇ ਦਲਾਲ ਨੇ ਵੀ ਸੈਣੀ ਆਪਣਾ ਗੁਰਬਾਣੀ ਅਖੰਡ ਬਾਣੀ ਚੈਨਲ ਇੰਡੀਆ 'ਚ ਔਨ ਕਰਾਉਣ ਵਾਸਤੇ ਤੁਹਾਡੀ ਛਿੱਲ ਲਾਉਣ ਲੱਗਿਆ ਆ ਜਾਂ SGPC ਦੇ ਪਿੱਛੇ ਪਿਆ ਆ। ਜੇ ਉਹ ਔਨ ਕਰਵਾਉਣਾ ਹੁੰਦਾ ਨਾ, ਬੜੇ ਚੈਨਲ ਔਨ ਹੋ ਗਏ ਆ ਜਿਹੜੇ ਉਸ ਵੇਲੇ ਬੰਦ ਹੋਏ ਸੀ। ਤਾਂ ਜੇ ਸੈਣੀ ਵੀ ਮੱਥਾ ਟੇਕ ਕੇ ਆਇਆ ਹੁੰਦਾ ਤਾਂ ਹੁਣ ਤੱਕ ਸੈਣੀ ਦਾ ਚੈਨਲ ਵੀ ਔਨ ਹੋ ਜਾਣਾ ਸੀ। ਜ਼ਮੀਰ ਜਾਗਦੀ ਆ, ਵਿਕਣ ਨਾ ਦਿੱਤੀ ਆ ਤਾਂ ਨਾ ਵਿਕਣ ਦਊਂਗਾ। ਜੇ ਵੇਚੀ ਹੁੰਦੀ ਹੁਣ ਨੂੰ ਗੁਰਬਾਣੀ ਅਖੰਡ ਬਾਣੀ ਵੀ ਇੱਥੇ ਔਨ ਹੁੰਦਾ। ਲੀਗਲੀ ਲੜਾਈ ਲੜ ਰਹੇ ਆ, ਕੋਰਟਾਂ 'ਚ ਕੇਸ ਲੜ ਰਹੇ ਆ, ਕੇਸ ਜਿੱਦਾਂ ਜਿੱਤਾਂਗੇ ਸਾਹਮਣੇ ਨੋਟੀਫਿਕੇਸ਼ਨ ਦਿਖਾ ਦਾਂਗੇ, ਔਨ ਹੋ ਜੂ। ਪਰ ਕਿਸੇ ਦੀ ਜੁੱਤੀ 'ਚ ਪਾਣੀ ਪੀ ਕੇ ਨਹੀਂ ਅਸੀਂ ਔਨ ਕਰਵਾਉਣ ਲੱਗੇ, ਇਹ ਵੀ ਚੇਤਾ ਰੱਖਿਓ। ਤੇ ਜਿਹੜੀਆਂ ਉੱਥੇ ਬੈਠ ਕੇ ਗਿੱਦੜ ਭਵਕੀਆਂ ਦੇ ਰਿਹਾ ਨਾ ਕਿ ਆ ਜਾਣਾ, ਮੈਂ ਤਾਂ ਕਿਹਾ ਪ੍ਰਤਾਪ ਨੂੰ ਲੈ ਕੇ ਆ ਜਾ ਜਦੋਂ ਮਰਜੀ, ਪ੍ਰਤਾਪ ਦਾ ਵੀ ਨਾਲ ਕਰਵਾ ਡੋਪ ਟੈਸਟ। ਹੁਣ ਹੋ ਸਕਦਾ ਪਿੱਛੇ ਜੋ ਕਰਤੂਤਾਂ ਕੀਤੀਆਂ ਛੱਡ ਦਿੱਤਾ ਹੋਵੇ ਸਾਲ 6 ਮਹੀਨੇ ਤੋਂ ਤੂੰ। ਠੀਕ ਹੈ, ਤੇ ਇਲਜ਼ਾਮ ਸੈਣੀ ਨੇ ਨਹੀਂ ਤੇਰੇ ਤੇ ਲਾਏ, ਤੇਰੇ ਆਪਣੇ ਫਲਾਈਂਗ ਇੰਸਪੈਕਟਰ ਦੇ ਨੇ ਲਾਏ ਨੇ ਤੇਰੇ ਤੇ, ਕਿਸੇ ਹੋਰ ਨੇ ਨਹੀਂ ਲਾਏ। ਓਕੇ, ਤੇ ਜਿਹੜੇ ਸਵਾਲ ਮੈਂ ਪੁੱਛਦਾ ਆ ਆਪਣੇ ਤੁਹਾਡੇ ਉੱਤੇ ਦਾਗ ਜਿਹੜੇ ਮਾਰਦੇ ਨੇ, ਜਿਹੜੇ ਚਾਹੇ ਗੁਰਨਾਮ ਦੇ ਉੱਤੇ ਕੋਈ ਲਾ ਦੇਵੇ ਜਾਂ ਤੇਰੇ ਤੇ ਇਲਜ਼ਾਮ ਲੱਗ ਗਏ ਆ, ਉਹਨਾਂ ਦੇ ਸਪਸ਼ਟੀਕਰਨ ਦੇਣ ਵਾਸਤੇ ਤੁਸੀਂ ਬੜੀ ਛੇਤੀ ਸਾਹਮਣੇ ਆਏ ਆਪਣਾ ਪੱਲਾ ਝਾੜਨ ਵਾਸਤੇ। ਜਿਹੜੇ ਇਲਜ਼ਾਮ ਜਿਹੜੇ ਸਵਾਲ SGPC ਨੂੰ ਲੈ ਕੇ ਪੁੱਛੇ ਜਾਂਦੇ ਆ ਵੀ ਆਹ ਕਰੋੜਾਂ ਦੇ ਘਪਲੇ ਕਿੱਦਾਂ ਹੋਏ, ਠੀਕ ਹੈ, ਸਾਡੀਆਂ ਜਿਹੜੀਆਂ ਸਰਾਹਾਂ ਨੇ ਉਹ ਘਾਟੇ 'ਚ ਕਿੱਦਾਂ ਗਈਆਂ, ਸੋਨੇ ਦੇ ਲੈਂਪ ਕਿੱਥੇ ਨੇ, ਦਰਵਾਜ਼ੇ ਕਿੱਥੇ ਨੇ, ਸੋਮਨਾਥ ਦੇ ਦਰਵਾਜ਼ੇ ਕਿੱਥੇ ਨੇ, ਉੱਥੇ ਕਿਉਂ ਨਹੀਂ ਤੁਹਾਨੂੰ ਜਵਾਬ ਸੁੱਝਦਾ? ਰੇਸ਼ਮ ਵਰਗੇ 7 ਕਿਲੋ ਸੋਨਾ ਖਪਾ ਕੇ ਬੋਲਿਆ ਨਾ ਤੂੰ ਕਿ ਧਾਮੀ ਸਾਹਿਬ ਤੋਂ ਪਹਿਲਾਂ ਦੇ ਜਿਹੜੇ ਮੈਨੇਜਰ ਸੀਗੇ ਜਾਂ ਜਿਹੜੇ ਪਹਿਲਾਂ ਦੇ ਪ੍ਰਧਾਨ ਸੀਗੇ ਉਹਨਾਂ ਦੇ ਵੇਲੇ ਦੇ ਮਾਮਲੇ ਦਾ ਕੀ ਮਤਲਬ ਹੈ? ਜਵਾਬਦਾਰੀ ਬਣਦੀ ਹੈ ਨਹੀਂ ਬਣਦੀ? ਮਤਲਬ ਸਾਰੇ ਹੀ ਚੋਰ ਸੀਗੇ, ਇੱਕ ਆ ਕੇ 4 ਘਪਲੇ ਕਰ ਗਿਆ ਉਹਨੂੰ ਕਰ ਦਿਓ ਜੀ ਪਹਿਲਾਂ, ਉਸ ਤੋਂ ਬਾਅਦ ਜਿਹੜਾ ਆਇਆ ਉਹ ਕਹੂਗਾ ਜੀ ਉਹਨਾਂ ਨੇ ਕੀਤੇ ਨੇ ਜੀ, ਉਹ ਤਾਂ ਬੜੂੰਗਰ ਸਾਹਿਬ ਨੇ ਕੀਤੇ, ਉਹ ਮੱਕੜ ਨੇ ਕੀਤੇ ਸੀ ਜੀ, ਉਹ ਬੀਬੀ ਜਗੀਰ ਕੌਰ ਕਰ ਗਈ। ਮਤਲਬ ਸਾਰੇ ਬੰਦੇ ਆਪਣੀ ਆਪਣੀ ਕੁਰਸੀ ਦੇ ਵਿੱਚ ਬੈਠੇ ਬੈਠੇ ਜਿਹੜੇ ਮਰਜ਼ੀ ਕਰਪਸ਼ਨ ਕਰਦੇ ਰਹਿਣ, ਉਸ ਦਾ ਇੱਕੋ ਜਵਾਬ ਹੁੰਦਾ, ਉਹ ਤਾਂ ਜੀ ਉਸ ਵੇਲੇ ਜਿੱਦਾਂ 7 ਕਿਲੋ ਸੋਨੇ ਦੇ ਉੱਤੇ ਧਾਮੀ ਸਾਹਿਬ ਨੇ ਜਵਾਬ ਦਿੱਤਾ, ਉਹ ਤਾਂ ਪੁਰਾਣੀ ਗੱਲ ਹੋ ਗਈ, ਛੱਡੋ, ਰਿਕਾਰਡਿੰਗ ਸੁਣਾਈ ਦਿੱਤੀ ਮੈਂ। ਮਤਲਬ ਤੁਹਾਡੇ ਕੋਲ ਜਵਾਬਦਾਰੀ ਉਹਨਾਂ ਸਵਾਲਾਂ ਦੀ ਨਹੀਂ ਹੈਗੀ ਜਿਹੜੀ SGPC ਦੇ ਨਾਲ, ਗੁਰੂ ਘਰ ਦੀਆਂ ਗੋਲਕਾਂ ਦੇ ਨਾਲ ਜੁੜਿਆ, ਜ਼ਮੀਨਾਂ ਦੇ ਨਾਲ ਜੁੜਿਆ, ਜਾਇਦਾਦਾਂ ਦੇ ਨਾਲ ਜੁੜੇ ਨੇ। ਤੁਸੀਂ ਆਪਣੇ ਪੱਲੇ ਸਾਫ਼ ਕਰਨ ਵਾਸਤੇ ਚੈਨਲ ਦੇ ਉੱਤੇ ਆ ਜਾਂਦੇ ਹੋ। ਇਹ ਵੀ ਚੈਨਲ ਜਿਹੜਾ SGPC ਚਲਾ ਰਹੀ ਹੈ ਸਿੱਖ ਕੌਮ ਦਾ ਚੈਨਲ ਹੈ, ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈਗਾ ਵੀ ਤੁਸੀਂ ਆਪਣੇ ਲੱਗੇ ਦਾਗ ਝਾੜਨ ਵਾਸਤੇ ਆ ਜਾਓ। ਠੀਕ ਹੈ, ਜੇ ਹਿੰਮਤ ਹੈਗੀ ਹੈ ਨਾ, ਅਕਾਲੀ ਦਲ ਦਾ ਹੀ ਹੋਇਆ ਸੀ ਨਾ ਆਗੂ ਤੁਹਾਡੇ ਖਿਲਾਫ, ਮੈਨੇਜਰ ਦੇ ਖਿਲਾਫ ਬੋਲਿਆ ਆ, ਉੱਤੇ ਕਰਵਾ ਕੇ ਦਿਖਾਓ ਪਰਚਾ 295A। ਗੱਲਾਂ ਕਰਦੇ ਨੇ। ਖੈਰ ਸੰਗਤ ਜੀ,
ਇਹ ਜਵਾਬ ਦੇਣਾ ਜ਼ਰੂਰੀ ਸੀ। ਇਹ ਉਹ ਐਨਡੀਪੀਐਸ ਦਾ ਤੇ ਯੂਏਪੀਏ ਦਾ ਪਰਚਾ ਬਾਰ-ਬਾਰ ਦਿਖਾ ਰਹੇ ਸੀ, ਤਾਂ ਕਰਕੇ ਮੈਨੂੰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਇਹ ਕਲਿੱਪ ਹੁਣ ਐਡ ਕਰਨੀ ਪਈ ਹੈ। ਹੁਣ ਇੰਜੋਏ ਕਰੋ ਅੱਗੇ ਦਾ ਪ੍ਰੋਗਰਾਮ। ਧਾਮੀ ਸਾਹਿਬ, ਐਸਜੀਪੀਸੀ ਦੇ ਘਪਲਿਆਂ ਨੂੰ ਹੁਣ ਤਾਂ ਨੱਥ ਪਾ ਲਓ। ਕਾਗਜ਼ ਪੱਤਰ ਤੁਹਾਡੇ ਸੇਵਾ ਮੁਕਤ ਹੋਣ ਦੇ ਤਿਆਰ ਹੋਣ ਲੱਗ ਪਏ ਆ ਕਿ ਜਾਂਦੇ ਜਾਂਦੇ ਸਭ ਕੁਝ ਲੁਟਾ ਕੇ ਹੀ ਜਾਣਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਆਏ ਦਿਨ ਇਹਨਾਂ ਨੂੰ ਤਾਕੀਦ ਕਰਦੇ ਆ, ਆਏ ਦਿਨ ਸਮਝਾਉਂਦੇ ਆ ਐਸਜੀਪੀਸੀ ਨੂੰ, ਸਾਡੇ ਪ੍ਰਧਾਨਾਂ ਨੂੰ, ਸਾਡੇ ਜਥੇਦਾਰਾਂ ਨੂੰ ਵੀ ਘੱਟੋ ਘੱਟ ਸਿੱਖ ਕੌਮ ਤੇ ਥੋੜਾ ਜਿਹਾ ਤਰਸ ਕਰ ਲਓ। ਪਰ ਇਹਨਾਂ ਨੂੰ ਤਰਸ ਨਹੀਂ ਆ ਸਕਦਾ। ਐਕਸਪਲੇਨੇਸ਼ਨਸ ਇਹ ਜ਼ਰੂਰ ਬਹਿ ਕੇ ਸਫਾਈਆਂ ਦੇ ਸਕਦੇ ਨੇ ਜਿੱਥੋਂ ਇਹਨਾਂ ਨੂੰ ਘਾਟੇ ਹੋਣੇ ਸ਼ੁਰੂ ਹੁੰਦੇ ਨੇ। ਮੈਂ ਕੱਲ੍ਹ ਪਰਸੋਂ ਦੇਖ ਰਿਹਾ ਸੀ, ਇਹਨਾਂ ਨੇ ਇੰਟਰਵਿਊ ਪਾਈ ਹੈ ਦੇਗ ਦੇ ਉੱਤੇ ਕਿ ਇੱਕ ਕੜਛੀ ਦੇਗ ਕਹਿੰਦੇ ਤੁਸੀਂ ਘਰੇ ਤਿਆਰ ਕਰਕੇ ਦਿਖਾ ਦਿਓ, 10 ਰੁਪਏ 'ਚ ਹੋ ਜਾਂਦੀ, ਅਸੀਂ ਤੁਹਾਨੂੰ ਡੂਨੇ 'ਚ ਪਾ ਕੇ ਇੱਕ ਕੜਛੀ ਦੇਗ ਦੀ ਦਿੰਦੇ ਆ। ਹੁਣ ਮੈਂ ਇਹਨਾਂ ਨੂੰ ਕਹਿੰਦਾ ਇੱਕ ਕੜਛੀ ਦੇਗ 10 ਰੁਪਏ 'ਚ ਤਿਆਰ ਹੁੰਦੀ ਨਹੀਂ ਹੁੰਦੀ, ਤੁਸੀਂ ਉਹ ਤਾਂ ਦੱਸ ਰਹੇ ਹੋ, ਪਰ 100 ਰੁਪਏ ਦੇ ਵਿੱਚ ਜਦੋਂ ਇੱਕ ਕੜਛੀ ਪਾ ਕੇ ਦਿੰਦੇ ਹੋ, 50 ਰੁਪਏ ਜਦੋਂ ਇੱਕ ਕੜਛੀ ਪਾ ਕੇ ਦਿੰਦੇ ਹੋ, ਹੋਰ ਛੱਡੋ 1100 ਦੇ ਵਿੱਚ ਜਦੋਂ ਇੱਕ ਪਲੇਟ ਸਜਾ ਕੇ ਦਿੰਦੇ ਹੋ, ਜਾਂ 2100 ਦੇ ਵਿੱਚ ਇੱਕ ਪਲੇਟ ਜਦੋਂ ਸਜਾ ਕੇ ਦਿੰਦੇ ਹੋ, ਉਹ ਤੇ ਮੈਨੂੰ ਨਹੀਂ ਲੱਗਦਾ 10 ਰੁਪਏ ਦੇ ਵਿੱਚ ਕਿੰਨੇ ਕੀ ਲੋਕ 10 ਜਾਂ 11 ਰੁਪਏ ਦੀ ਦੇਖ ਕਰਵਾ ਕੇ ਜਾਂਦੇ। ਬਹੁਤਾਤ ਲੋਕ ਉਸ ਤੋਂ ਵੱਧ ਦੀ ਹੀ ਕਰਵਾਉਂਦੇ ਨੇ। ਖੈਰ ਸੰਗਤ ਜੀ, ਇਹਨਾਂ ਨੂੰ ਇਹ ਐਕਸਪਲੇਨੇਸ਼ਨ ਤਾਂ ਦੇਣੀ ਪੈ ਗਈ ਨਾ ਵੀ 10 ਰੁਪਏ ਤੱਕ ਹੀ ਸੀਮਿਤ ਰਹਿੰਦੇ ਆ, ਉਸ ਤੋਂ ਵੱਧ ਸੀਮਿਤ ਰਹਿਣ ਦੀ ਲੋੜ ਕੀ ਹੈ? ਵੀ ਸੰਗਤ ਨੂੰ ਇਹ ਲੱਗੇ ਹਾਏ ਅਸੀਂ ਤਾਂ ਕਿੰਨਾ ਸੱਚ ਬੋਲਦੇ ਹਾਂ। ਜੇ ਸੱਚ ਬੋਲਦੇ ਹੋ ਠੀਕ ਹੈ, ਫਿਰ ਭੋਗ ਲਾ ਕੇ ਉੱਦਾਂ ਹੀ ਦੇ ਦਿਆ ਕਰੋ ਸੰਗਤ ਨੂੰ। ਅੱਧੇ ਨਾਲੋਂ ਵੱਧ ਦੇ ਕੱਢ ਕੇ ਕੜਾਹੇ 'ਚ ਕਦ ਸੁੱਟ ਲੈਂਦੇ ਹੋ? ਸੰਗਤ ਨੂੰ ਤੁਸੀਂ ਸਮਝਾਉਂਦੇ ਹੋ ਲਓ ਜੀ ਤੁਹਾਡੇ ਪੈਸਿਆਂ ਦੀ ਦੇਗ ਵਰਤਾਈ ਜਾ ਰਹੀ ਹੈ, ਉੱਧਰ ਉਹਦੇ ਵੀ ਬਿੱਲ ਚੜਾਏ ਜਾਂਦੇ ਨੇ, ਨਹੀਂ ਚੜਾਏ ਜਾਂਦੇ ਤਾਂ ਦੱਸ ਦਿਓ ਜਾਂ ਕਹਿ ਦਿਓ ਕਿ ਸਿਰਫ ਸੰਗਤ, ਕਿਉਂਕਿ ਇੱਕ ਡੂਨੇ ਦੇ ਵਿੱਚ 4 ਜਣਿਆਂ ਨੂੰ ਆਰਾਮ ਨਾਲ ਦੇਗ ਵਰਤਾਈ ਜਾ ਸਕਦੀ ਆ। ਜੇ ਤੁਸੀਂ 5ਵੇਂ ਵਾਸਤੇ ਥੋੜ੍ਹੀ ਜਿਹੀ ਦੇਗ ਜਿਹੜੀ ਛੱਡ ਵੀ ਦਿੰਦੇ ਹੋ ਉਸ 'ਚ 10 ਰੁਪਏ ਦੀ ਜੇ ਦੇਗ ਦੀ ਗੱਲ ਕਰਦੇ ਹੋ, ਤਾਂ ਜਿਹੜੀ ਵੱਢ ਕੇ ਸੁੱਟਦੇ ਹੋ ਉਹਦੇ ਪਿੱਛੇ ਬਾਕੀ ਕਿੰਨੀ ਬਚਦੀ ਉਹ ਵੀ ਦੱਸ ਦਿਆ ਕਰੋ। 10 ਰੁਪਏ ਦੀ ਦੇਗ ਦਾ ਹਿਸਾਬ ਤੁਸੀਂ ਦਿੱਤਾ ਤਾਂ ਛੱਡਦੇ ਤਾਂ ਤੁਸੀਂ ਵਿੱਚ 10 ਰੁਪਏ ਦੀ ਵੀ ਨਹੀਂ ਡੂਨੇ ਦੇ, ਜਿਹੜੀ ਵੱਢ ਕੇ ਸੁੱਟ ਲੈਂਦੇ ਹੋ ਉਹ ਕਿਹੜੇ ਖਾਤੇ ਆ? ਫਿਰ ਉਹ ਵੀ ਮਾਈਨਸ ਕਰਨੀ ਸੀ ਨਾ 10 ਰੁਪਇਆਂ ਦੇ ਵਿੱਚ ਵੀ ਹਾਂਜੀ ਜੀ ਅਸੀਂ 15 ਜਾਂ 20 ਰੁਪਏ ਦੀ ਦੇਗ ਸਾਡੀ ਇੱਕ ਕੜਛੀ ਬਣਦੀ ਹੈ 15 ਰੁਪਏ ਦੀ, ਉਹਦੇ ਵਿੱਚੋਂ ਜੀ ਅਸੀਂ 10 ਰੁਪਏ ਦੀ ਤਾਂ ਕੱਢ ਕੇ ਸੁੱਟ ਲੈਂਦੇ ਹਾਂ, 5 ਰੁਪਏ ਦੀ ਬਸ ਛੱਡਦੇ ਹਾਂ ਵਿੱਚ। ਐਕਸਪਲੇਨੇਸ਼ਨ ਦੇਣੀਆਂ ਹੁੰਦੀਆਂ ਨਾ ਅਕਲ ਦੇ ਨਾਲ ਦਿਆ ਕਰੋ। ਸੰਗਤ ਦੀਆਂ ਅੱਖਾਂ 'ਚ ਐਦਾਂ ਘੱਟਾ ਪਾਉਣ ਦੀ ਲੋੜ ਨਹੀਂ ਹੈ। ਤੇ ਜਦੋਂ ਭੋਗ ਲਾਈਦਾ ਹੁੰਦਾ ਤਾਂ ਸਿਰਫ ਸ਼ੀਸ਼ਾ ਵਿੱਚ ਕਮਾਈ ਦੀ ਹੁੰਦੀ ਆ, ਵੱਢ ਕੇ ਸੁੱਟੀ ਦੀ ਨਹੀਂ ਹੁੰਦੀ। ਤੇ ਦੇਗ ਜੇ ਵਰਤਾਉਣ ਵਾਸਤੇ ਚਾਹੀਦੀ ਹੈ, ਜਿਹੜੇ ਬਿੱਲ ਪਾਉਂਦੇ ਹੋ ਦੇਗ ਦੇ, ਇੰਨੇ ਟੀਨ ਦੇਸੀ ਘੀ ਦੇ ਲੱਗ ਗਏ, ਇੰਨਾ ਆਟਾ ਲੱਗ ਗਿਆ ਜੀ ਵਰਤਾਉਣ ਵਾਸਤੇ, ਫਿਰ ਉਹ ਨਾ ਪਾਇਆ ਕਰੋ ਜੇ ਸੰਗਤ ਦੀ ਦੇਗ ਦੇ ਵਿੱਚੋਂ ਹੀ ਦੇਗ ਵਰਤਾਣੀ ਹੈ। ਮਾਫ਼ ਕਰਨਾ ਸੰਗਤ ਜੀ, ਮੈਂ ਮਤਲਬ ਇਹ ਨਹੀਂ ਕਹਿ ਰਿਹਾ ਵੀ ਇਹ ਨਹੀਂ ਹੋਣਾ ਚਾਹੀਦਾ, ਠੀਕ ਹੈ ਅਗਰ ਕਰਦੇ ਵੀ ਨੇ ਕੋਈ ਗੱਲ ਨਹੀਂ, ਪਰ ਮੈਨੂੰ ਇਹ ਤਾਂ ਦੱਸਣ ਵੀ ਇਹ ਮਰਿਆਦਾ ਸ਼ੁਰੂ ਕਿੱਥੋਂ ਹੋਈ ਹੈ? ਵੀ ਸੰਗਤ ਜਿਹੜੀ ਠੀਕ ਹੈ ਘਰਾਂ ਤੋਂ ਜਿਹੜੀ ਸਪੈਸ਼ਲੀ ਸੰਗਤ ਦੇਗ ਬਣਾ ਕੇ ਲੈ ਕੇ ਆਉਂਦੀ ਹੈ ਉਹ ਰੱਖਣ ਵਰਤਾਣ, ਪਰ ਜਿਹੜੀ ਸੰਗਤ ਦੇਗ ਕਰਵਾ ਰਹੀ ਹੈ ਦੂਰੋਂ ਦੂਰੋਂ, ਦਰਬਾਰ ਸਾਹਿਬ ਤੁਹਾਨੂੰ ਪਤਾ ਹੁਣ ਦੂਰੋਂ ਦੂਰੋਂ ਸੰਗਤਾਂ ਜਾਂਦੇ, ਜਿੰਨੇ ਵੀ ਸਾਡੇ ਇਤਿਹਾਸਿਕ ਸਥਾਨ ਨੇ, ਚਾਹੇ ਦਰਬਾਰ ਸਾਹਿਬ ਹੋਵੇ, ਚਾਹੇ ਫਤਿਹਗੜ੍ਹ ਸਾਹਿਬ ਹੋਵੇ, ਚਾਹੇ ਕਿਲ੍ਹਾ ਸਾਹਿਬ ਹੋਵੇ, ਚਾਹੇ ਕੋਈ ਹੋਰ ਹੋਵੇ, ਠੀਕ ਹੈ ਜੀ, ਜਿੰਨੇ ਵੀ ਸਥਾਨ ਨੇ ਉੱਥੇ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਦੇਗ ਕਰਵਾ ਕੇ। ਉਹਨਾਂ ਨੂੰ ਹੁੰਦਾ ਕਿ ਸਵਾ ਪਰਿਵਾਰ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਆ ਜਾਵੇ, ਪਰ ਇਹ ਸਾਰਾ ਵੱਢ ਕੇ ਸੁੱਟ ਲੈਂਦੇ ਆ। ਇੱਕ ਜਾਂ 2 ਜਣਿਆਂ ਜੋਗੀ ਦੇਗ ਉੱਚੇ ਬਚਦੀ ਹੈ। ਫਿਰ ਜੇਕਰ ਇਹਨਾਂ ਨੂੰ ਕੋਈ ਕਹਿ ਦੇਵੇ ਕਿ ਭਾਈ ਸਾਹਿਬ ਦੇਗ ਨੂੰ ਸਿਰਫ ਭੋਗ ਲਾ ਦਿਓ, ਤਾਂ ਫਿਰ ਉਹਨਾਂ ਦੀ ਸ਼ਕਲ ਦੇਖਣ ਵਾਲੀ ਹੁੰਦੀ ਹੈ ਜਿਹੜੇ ਦੇਗ 'ਤੇ ਖੜੇ ਹੋਣ। ਫਿਰ ਭੋਗ ਲਾ ਕੇ ਵੀ ਐਂ ਗੁੱਛੂ ਕਰਕੇ ਤੁਹਾਡੇ ਹੱਥ 'ਚ ਫੜਾਉਂਦੇ ਨੇ ਕਿ ਲੈ ਜਾ, ਬਸ ਮੂੰਹ 'ਚੋਂ ਇਹ ਨਹੀਂ ਨਿਕਲਦਾ ਦਫਾ ਹੋ। ਹਰ ਕਿਸੇ ਦਾ ਇਹੀ ਹਾਲ ਆ। ਅੱਜ ਤੁਹਾਨੂੰ ਮੈਂ ਅੰਤ ਦੇ ਵਿੱਚ ਇਹ ਵੀ ਦੱਸਾਂਗਾ, ਮਤਲਬ ਤੁਹਾਡੀ ਰੂਹ ਕੰਬ ਜੂਗੀ ਕਿ ਦਰਬਾਰ ਸਾਹਿਬ ਅਗਰ ਕੋਈ ਵਿਚਾਰੇ ਨੇਤਰਹੀਣ ਪਹੁੰਚਦੇ ਨੇ, ਅਪਾਹਿਜ ਪਹੁੰਚਦੇ ਨੇ, ਇਹਨਾਂ ਨੇ ਨੇਤਰਹੀਣ ਤੇ ਅਪਾਹਿਜ ਨੌਜਵਾਨ, ਮਤਲਬ ਗੁਰਸਿੱਖ ਨੌਜਵਾਨ ਜਿਹੜਾ ਸੀਗਾ ਉਹਦੇ ਨਾਲ, ਤੇ ਜਿਹੜਾ ਅਪਾਹਿਜ ਮੁੰਡਾ ਸੀਗਾ ਉਹ ਇੱਕ ਹਿੰਦੂ ਪਰਿਵਾਰ ਤੋਂ ਸੀਗਾ, ਉਹਦੇ ਨਾਲ ਇਹਨਾਂ ਨੇ ਕੀ ਹਾਲ ਕੀਤਾ, ਕੀ ਗੁੰਡਾਗਰਦੀ ਕੀਤੀ, ਉਹ ਤੁਹਾਨੂੰ ਅੰਤ ਦੇ ਵਿੱਚ ਦੱਸਾਂਗਾ। ਪਰ ਉਸ ਤੋਂ ਬਾਅਦ ਧਾਮੀ ਸਾਹਿਬ, ਆ ਜਿਹੜਾ ਤੁਹਾਡਾ ਲੰਗਰ ਇੰਚਾਰਜ ਹੈ ਸਤਿੰਦਰ ਸਿੰਘ, ਮੈਨੇਜਰ ਲੰਗਰ ਇੰਚਾਰਜ ਜੋ ਵੀ ਹੈਗਾ ਤੁਹਾਡਾ ਲੰਗਰ ਦਾ, ਠੀਕ ਹੈ, ਜਿਹਨੇ ਮੇਰੇ ਖਿਲਾਫ ਇੰਟਰਵਿਊ ਦਿੱਤੀ ਸੀ, ਆਹ ਜਦੋਂ ਕਵਲਜੀਤ ਨੇ ਪਟਿਆਲੇ ਸੌਦਾ ਲਾਇਆ ਜਿਹੜਾ ਮੇਰੇ ਸਾਹਮਣੇ ਬੈਠਾ ਸੀ, ਇਸ ਬੰਦੇ ਦੇ ਪੋਤੜੇ ਜਿਸ ਬੰਦੇ ਨੇ ਫੋਨ ਕਾਲ ਦੇ ਉੱਤੇ ਫੋਲੇ, ਠੀਕ ਹੈ, ਭਪਾਲੀ ਨਾਮ ਆ ਉਹਦਾ। ਸੰਗਤ ਜੀ ਤੁਹਾਨੂੰ ਦੱਸਦਾ ਵੀ ਉਹ ਫੋਨ ਕਾਲ ਤੁਸੀਂ ਸਾਰਿਆਂ ਨੇ ਸੁਣੀ, ਐਸਜੀਪੀਸੀ ਦਾ ਇੰਪਲੋਈ ਹੈ ਤੇ ਬਹੁਤ ਛੇਤੀ ਆਈ ਥਿੰਕ ਉਹਦੀ ਰਿਟਾਇਰਮੈਂਟ ਵੀ ਸਿਰ ਤੇ ਹੈ। ਉਸ ਬੰਦੇ ਦੀ ਜਾਨ ਪਿੱਛੇ ਹੱਥ ਧੋ ਕੇ ਪਏ ਹੋਏ ਨੇ। ਉਹ ਬੰਦਾ ਆਪਣੇ ਘਰ ਦੇ ਵਿੱਚ ਵੀ ਨਹੀਂ ਹੈ, ਬੀਤੇ ਕਈ ਦਿਨਾਂ ਤੋਂ ਲਾਂਭੇ ਹੋਇਆ ਪਿਆ ਕਿਤੇ, ਮਤਲਬ ਐਸਜੀਪੀਸੀ ਦਾ ਆ ਹੀ ਨਹੀਂ ਰਿਹਾ। ਇਸ ਕਰਕੇ ਮੈਂ ਐਸਜੀਪੀਸੀ ਦੇ ਉੱਚ ਅਧਿਕਾਰੀ, ਚਾਹੇ ਮੈਨੇਜਰ ਨੇ ਚਾਹੇ ਸਕੱਤਰ ਨੇ, ਉਹਨਾਂ ਨੂੰ ਫਿਲਹਾਲ ਤਾਂ ਬੇਨਤੀ ਕਰ ਰਿਹਾ ਹਾਂ,
ਇੱਕ ਤਾਂ ਸੱਚ ਬੋਲਣ ਵਾਸਤੇ ਉਹਦੇ ਖਿਲਾਫ ਜੇ ਕੋਈ ਗੰਦੀ ਕਾਰਵਾਈ ਕੀਤੀ ਜਾਂ ਸਸਪੈਂਡ ਕੀਤਾ ਜਾਂ ਸੋਚਿਆ ਵੀ ਉਹਦੇ ਫੰਡ ਰੋਕ ਲਓਗੇ, ਇਹ ਕਰ ਲਓਗੇ, ਉਹ ਕਰ ਲਓਗੇ, ਖੈਰ ਉਹਨੂੰ ਪੈਸੇ ਦੀ ਘਾਟ ਤਾਂ ਨਹੀਂ ਹੋਣ ਦਿੰਦੇ। ਪਰ ਹਾਂ, ਜੇਕਰ ਸੰਗਤ ਜੀ ਉਸ ਬੰਦੇ ਦਾ ਇਹਨਾਂ ਨੇ ਫੰਡ ਰੋਕਿਆ ਜਾਂ ਸਸਪੈਂਡ ਕੀਤਾ ਜਾਂ ਉੱਤੇ ਕੋਈ ਇਨਕੁਆਇਰੀ ਬਿਠਾਈ ਕਿਉਂਕਿ ਉਹਨੇ ਸੱਚ ਬੋਲਿਆ ਆ, ਠੀਕ ਹੈ, ਆ ਜਿਹੜਾ ਆ ਕੇ ਸਤਿੰਦਰ ਅੱਖਾਂ ਚੱਕ ਕੇ ਮੇਰਾ ਡੋਪ ਟੈਸਟ ਕਰਾ ਲਓ, ਮੇਰਾ ਡੋਪ ਟੈਸਟ ਮੈਂ ਸ਼ੈਣੀ ਨੂੰ ਚੈਲੰਜ ਕਰਦਾ ਆ, ਉਹਨੂੰ ਮੈਂ ਪੁੱਛਦਾ ਆ, ਪਹਿਲਾਂ 20 ਵਾਰ ਸਵਾਲ ਕੀਤੇ ਨੇ ਵੀ ਬੰਦਰ ਦੇ ਹੀ ਫੋਟੋ ਤੂੰ ਕਿਉਂ ਚੱਕੀ? ਹੁਣ ਹਿੰਦੂ ਜਥੇਬੰਦੀਆਂ ਜਾਂ ਹਿੰਦੂ ਵੀਰ ਤੇਰੇ ਤੇ 295 ਇਹ ਪਰਚਾ ਕਰਵਾਉਣ, ਫੇਰ ਅਕਲ ਟਿਕਾਣੇ ਆ ਜੂਗੀ? ਦੱਸੋ। ਤੇ ਜਿਹੜੇ ਬੰਦੇ ਨੇ ਤੇਰੇ ਖਿਲਾਫ ਸਾਰੇ ਤੇਰੇ ਕੱਚੇ ਚਿੱਠੇ ਖੋਲਤੇ, ਜਿਹਦੀ ਜ਼ਮੀਰ ਜਾਗਦੀ ਆ, ਹੁਣ ਤੁਸੀਂ ਉਹਨੂੰ ਟਾਰਗੇਟ ਕਰਨ ਤੇ ਤੁਰ ਪਏ ਹੋ। ਸੰਗਤ ਜੀ, ਇਹ ਕਨਫਰਮ ਇਨਫੋਰਮੇਸ਼ਨ ਹੈ ਕਿ ਉਹ ਬੰਦਾ ਕਈ ਦਿਨਾਂ ਤੋਂ ਆਪਣੇ ਘਰ ਨਹੀਂ ਹੈਗਾ। ਜਿੱਦਾਂ ਦੀ ਉਹ ਵੀਡੀਓ ਚੱਲੀ ਹੈ, ਲਾਂਬੇ ਆ ਦਫ਼ਤਰ ਦੇ ਵਿੱਚ, ਇਹ ਉਹਦੀਆਂ ਅਟੈਂਡੈਂਸ ਦਿਖਾ ਦੇਣ, ਤੇ ਜੇ ਉਹ ਬੰਦਾ ਸਹੀ ਸਲਾਮਤ ਹੈ ਤਾਂ ਫਿਰ ਮੈਂ ਇਹਨਾਂ ਨੂੰ ਕਹਿਣਾ, ਜਿਹੜਾ ਇਹਨਾਂ ਦਾ ਸਕੱਤਰ ਬਣਿਆ ਬੈਠਾ ਉੱਥੇ ਪ੍ਰਤਾਪ ਸਿੰਘ, ਠੀਕ ਹੈ, ਉਹਨੂੰ ਕਹਿ ਦਿਓ ਬੰਦਾ ਸਾਹਮਣੇ ਲੈ ਕੇ ਆਣ। ਤੁਸੀਂ ਸੱਚੇ ਹੋ ਨਾ? ਬੰਦਾ ਸੰਗਤ ਨੂੰ ਸਾਹਮਣੇ ਕਰੋ ਵੀ ਹਾਂ ਬੰਦਾ ਐਸਜੀਪੀਸੀ 'ਚ ਕੰਮ ਕਰ ਰਿਹਾ, ਅਸੀਂ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੇ, ਉਹਨੂੰ ਸੱਚ ਬੋਲਣ ਦੀ ਸਜ਼ਾ ਅਸੀਂ ਨਹੀਂ ਦੇ ਰਹੇ। ਹੱਦ ਹੋ ਗਈ। ਉਹਦਾ ਸੰਗਤ ਜੀ ਫੋਨ ਵੀ ਬੰਦ ਜਾ ਰਿਹਾ ਹੈ, ਨਹੀਂ ਤਾਂ ਮੈਂ ਹੀ ਗੱਲ ਕਰ ਲੈਂਦਾ, ਪਤਾ ਨਹੀਂ ਕਿੱਥੇ ਹੋਊਗਾ। ਉਹੀ ਜੇ ਬਾਜ ਵਾਲਾ ਹਾਲ, ਉਹ ਵਿਚਾਰਾ 328 ਸਰੂਪਾਂ ਦੇ ਉੱਤੇ, ਚਾਹੇ ਉਹ ਮਤਲਬ ਉਹਦੀ ਗਲਤੀ ਹੋਵੇ ਨਾ ਹੋਵੇ, ਇਹਨਾਂ ਨੇ ਜੋ ਕੁਝ ਉਹਦੇ ਨਾਲ ਕੀਤਾ, ਉਹ ਮਤਲਬ ਪੀਐਫ ਤੱਕ ਕੱਲ ਉਹ ਪਰਸੋਂ ਹੋ ਆਏ ਸੀ ਸਿੰਘ ਸਾਹਿਬ, ਬੇਦੀ ਸਾਹਿਬ, ਉਹਨਾਂ ਨੇ ਕਲੀਅਰ ਕਰਤਾ। ਮਤਲਬ ਉਹਨਾਂ ਨੇ ਬਾਜ ਦਾ ਸਪੈਸ਼ਲੀ ਲਿਖਿਆ ਸੀਗਾ, ਬਾਜ, ਗੁਰਨਾਮ, ਇੱਕ ਦੋ ਹੋਰ ਜਿਹਨਾਂ ਦੇ ਇਹਨਾਂ ਨੇ ਪੀਐਫ ਤੱਕ ਰੋਕੇ ਹੋਏ ਨੇ। ਇਹਨਾਂ ਦੀ ਹਿੰਮਤ ਹੀ ਨਹੀਂ ਹੈਗੀ ਕਿਸੇ ਦਾ ਪ੍ਰੋਵੀਡੈਂਟ ਫੰਡ ਰੋਕ ਲੈਣ। ਉਹ ਤਾਂ ਕੋਈ ਬਾਹਰ ਵੀ ਕੰਪਨੀ ਦੇ ਵਿੱਚ ਕੋਈ ਬੰਦਾ ਕੰਮ ਕਰਦਾ, ਕਿਸੇ ਦਾ ਕਤਲ ਕਰਕੇ ਅੰਦਰ ਸਜ਼ਾ ਭੋਗ ਕੇ ਆ ਜਾਵੇ, ਜਦੋਂ ਉਹਦੀ ਰਿਟਾਇਰਮੈਂਟ ਹੋਣੀ ਉਹਨੂੰ ਪੀਐਫ ਮਿਲਣਾ ਹੀ ਮਿਲਣਾ ਆ। ਇਹਨਾਂ ਨੇ ਪੀਐਫ ਦੇ ਏਡੇ ਘੁਟਾਲੇ ਕੀਤੇ ਹੋਏ ਨੇ ਵੀ ਜਿਹੜਾ ਮਰਜ਼ੀ ਪੀਐਫ ਰੋਕ ਲੈਣ, ਜਿਹਨੂੰ ਮਰਜ਼ੀ ਦੇਣ, ਜਿਹਨੂੰ ਮਰਜ਼ੀ ਨਾ ਦੇਣ, ਆਪਣੇ ਬੰਦਿਆਂ ਨੂੰ ਦੋਨੋਂ ਹੱਥਾਂ ਨਾਲ ਲੁਟਾਣ। ਦੱਸਦਾ ਹੈ ਕਿ ਇਹਨੂੰ ਲੁਟਾਣੇ ਹੋ ਦੋਨੋਂ ਹੱਥਾਂ ਨਾਲ, ਲਿਖੇ ਅੱਜ ਸਾਰੇ। ਪਰ ਜੇਕਰ ਆ ਜਿਹੜੇ ਸਿੰਘ ਨੇ ਮੈਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਸਤਿੰਦਰ ਬਾਰੇ, ਉਹਦਾ ਬਾਲ ਵੀ ਵਿੰਗਾ ਹੋਇਆ ਨਾ, ਮੈਂ ਸੱਚੀ ਕਹਿ ਰਿਹਾ ਹਾਂ। ਹਲੇ ਤੱਕ ਸਾਰੀ ਸੰਗਤ ਮੈਨੂੰ ਕਹਿ ਰਹੀ ਹੈ ਸੈਣੀ ਕਾਲ ਦੇ ਦਰਬਾਰ ਸਾਹਿਬ ਚੱਲਦੇ ਆ। ਫਿਰ ਜਿੱਦਣ ਮੈਂ ਕਾਲ ਦਿੱਤੀ ਨਾ, ਫਿਰ ਉਦੋਂ ਦੁਨੀਆ ਤਮਾਸ਼ਾ ਦੇਖੂਗੀ। ਇਹ ਵੀ ਦੇਖ ਲਿਓ, ਇਹ ਨਾ ਸੋਚੋ ਕਿ ਜਿਹੜੇ ਤੁਹਾਡੇ ਪਰਚੇ ਜਾਂ ਆ ਰਣਜੀਤ ਵਰਗੇ ਜਿਹੜੇ ਦਮਦਮਾ ਸਾਹਿਬ ਬਿਠਾਏ ਹੋਏ ਆ ਤੁਸੀਂ ਕਰੈਕਟਰਲੈਸ ਬੰਦੇ, ਉਹ ਮੇਰੇ ਤੇ ਮਾਨਹਾਨੀ ਦਾ ਦਾਵਾ ਕਰਨਗੇ, ਚੁੱਪ ਕਰਕੇ ਬੈਠ ਜਾਣਗੇ। ਹੁਣ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ, ਉਹਦਾ ਹਲੇ ਤੱਕ ਤਾਂ ਪਰਚਾ ਚੱਲਦਾ ਪਿਆ ਆ, ਉਹ ਮੇਰੇ ਤੇ ਮਾਨਹਾਨੀ ਕਰ ਰਿਹਾ। ਉਹਦਾ ਕ੍ਰੈਡੀਬਲ ਹੀ ਨਹੀਂ ਹੈਗਾ ਮਾਨਹਾਨੀ ਦਾ ਦਾਵਾ ਕਿਸੇ ਉੱਤੇ ਕਰਨ ਵਾਸਤੇ। ਅਕਾਲੀ ਦਲ ਦੇ ਗਿੱਲ ਸਾਹਿਬ, ਉਹਨਾਂ ਨੇ ਅੰਮ੍ਰਿਤਸਰ 'ਚ ਬਹਿ ਕੇ ਕਰਤਾ। ਹਿੰਮਤ ਹੈ ਕਰੋ ਗਿੱਲ ਸਾਹਿਬ ਤੇ ਪਰਚਾ। ਫਿਰ ਉਹਨਾਂ ਨੇ ਵੀ ਤਾਂ ਮੈਨੇਜਰਾਂ ਦੀ ਲਾਈ ਹੈ ਨਾ, ਧਾਮੀ ਨੂੰ ਮੂੰਹ ਤੇ ਕਹਿਤਾ ਉਹਨੇ ਵੀ ਧਾਮੀ ਜਦੋਂ ਤੱਕ ਤੂੰ ਹੈਗਾ ਮੈਂ ਗੁਰਦੁਆਰੇ ਪੈਰ ਨਹੀਂ ਪਾਉਂਦਾ, ਮੈਂ ਸੌਰੀ ਐਸਜੀਪੀਸੀ ਦੇ ਦਫ਼ਤਰ 'ਚ ਪੈਰ ਨਹੀਂ ਪਾਉਂਦਾ। ਵੀ ਜਿੰਨਾ ਬੇੜਾ ਇਹਨੇ ਬਿਠਾਇਆ ਆ ਉਹਨਾਂ ਕਿਸੇ ਨੇ ਨਹੀਂ ਬਿਠਾਇਆ, ਨਾ ਲੌਂਗੋਵਾਲ ਨੇ ਬਿਠਾਇਆ, ਨਾ ਬੀਬੀ ਜਗੀਰ ਕੌਰ ਨੇ ਬਿਠਾਇਆ, ਨਾ ਬਡੂੰਗਰ ਨੇ, ਨਾ ਕਿਸੇ ਹੋਰ ਨੇ। ਫਿਰ ਕਰੋ ਉਸ ਤੇ ਪਰਚਾ। 395 ਆ ਤੁਹਾਡੇ ਗੁਆਂਢ 'ਚ ਬੈਠਾ ਆ। ਫਿਰ ਦੇਖੋ ਤੁਹਾਡੇ ਧੂਏ ਨਿਕਲਦੇ, ਤੁਹਾਨੂੰ ਲੱਗਿਆ 295 ਸੈਣੀ ਤੇ ਦੇ ਦਾਂਗੇ, ਸੈਣੀ ਚੁੱਪ ਕਰਕੇ ਬੈਠ ਜਾਊਗਾ, ਸ਼ਾਇਦ ਆਪਣੀ ਜ਼ੁਬਾਨ ਬੰਦ ਕਰ ਲੂਗਾ। ਤੁਹਾਡੀਆਂ ਕਰਤੂਤਾਂ ਸੰਗਤ ਨੂੰ ਦੱਸ ਰਿਹਾ ਸੀ ਤੇ ਦੱਸਦਾ ਰਹਾਂਗਾ। ਪਰ ਆ ਜਿਹੜੇ ਮਤਲਬ ਤੁਹਾਡੇ ਕਾਮੇ ਨੇ ਮੈਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਆ, ਤੁਹਾਨੂੰ ਹੱਥਾਂ ਪੈਰਾਂ ਦੀ ਪਈ ਆ, ਹੋਰਾਂ ਦੇ ਵੀ ਪੋਤੜੇ ਫੋਲ ਦਾਂਗਾ। ਜੇ ਇਸ ਬੰਦੇ ਨੇ ਐਸਜੀਪੀਸੀ ਦੇ ਨੇ ਹੱਥ ਪਾਇਆ ਜਾਂ ਇਹਦਾ ਬਾਲ ਵੀ ਵਿੰਗਾ ਕੀਤਾ ਤਾਂ ਫੇਰ ਦੇਖ ਲਿਓ, ਮੈਨੂੰ ਪਤਾ ਲੱਗ ਜਾਣਾ ਹੈ। ਜੇ ਤੁਸੀਂ ਉਹਦੇ ਪਿੱਛੇ ਲੱਗੇ ਹੋ ਨਾ, ਸ਼ਿਕਾਰੀ ਕੁੱਤੇ ਵਾਂਗੂ ਲੱਭਣ ਵੀ ਕਿਹੜੇ ਪਾਸੇ ਸੁੰਘਣ ਨੂੰ ਲੱਗੇ ਹੋ ਕਿ ਕਿੱਧਰੇ ਪਾਸੇ ਲੁਕਿਆ ਉਹ ਜਾ ਕੇ, ਤਾਂ ਜਿਹਨੇ ਉਹਨੂੰ ਜਾ ਕੇ ਹੱਥ ਪਾਇਆ ਉਹਦਾ ਵੀ ਮੇਰੇ ਕੋਲ ਨਾਮ ਪਹੁੰਚ ਜੂਗਾ। ਤੁਹਾਡੇ ਦਫ਼ਤਰਾਂ 'ਚ ਹੀ ਨੇ ਬੰਦੇ ਜਿਹੜੇ ਦੱਸ ਰਹੇ ਨੇ ਸਾਰਾ ਕੁਝ। ਲਾ ਲਓ ਸਾਰਿਆਂ ਦੇ ਫੋਨ ਟ੍ਰੇਸ ਤੇ। 100 ਨੰਬਰ ਮੈਂ ਆਪਣੇ ਨਾਮ ਤੇ ਇਸ਼ੂ ਕਰਵਾ ਕੇ ਦਿੱਤਾ ਉਹਨਾਂ ਨੂੰ। ਹੋਰ ਦੱਸੋ, ਭਰ ਦੂੰ ਬਿੱਲ ਸਾਰਿਆਂ ਦੇ। ਜਿਹਨਾਂ ਨੂੰ ਚਾਹੀਦੇ ਨੇ, ਮੈਂ ਹੱਲੇ ਵੀ ਕਹਿ ਰਿਹਾ, ਜਿਹਨਾਂ ਨੂੰ ਚਾਹੀਦੇ ਨੇ ਕਿਸੇ ਵੀ ਤੀਜੇ ਨੰਬਰ ਤੋਂ ਫੋਨ ਕਰਕੇ ਮੈਨੂੰ ਕਹਿ ਦਿਓ, ਨੰਬਰ ਤੁਹਾਡੇ ਕੋਲ ਪਹੁੰਚ ਜੂਗਾ। ਕਿਸੇ ਦੇ ਨੰਬਰ 'ਚ ਪਾ ਕੇ ਕਾਲ ਕਰੋ, ਠੀਕ ਹੈ। ਪਰ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਨੇ, ਹੁਣ ਸੰਗਤ ਜੀ ਜਿਹੜੇ ਉੱਥੇ ਕੰਮ ਕਰਦੇ ਨੇ, ਕੰਮ ਇਹ ਗੁਰੂ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਨਾਜ਼ਰ ਮੰਨ ਕੇ ਆਪਣੇ ਆਪਣਾ ਵਾਅਦਾ ਕਰ ਲਿਓ। ਅੱਜ ਤੋਂ ਪਹਿਲਾਂ ਜਿੰਨੀਆਂ ਗਲਤੀਆਂ ਕਰ ਲਈਆਂ ਇਹਨਾਂ ਸਕੱਤਰਾਂ ਕਰਕੇ, ਮੈਨੇਜਰਾਂ ਕਰਕੇ ਤੁਸੀਂ ਕਰ ਲਈਆਂ, ਹੁਣ ਕਿਰਪਾ ਕਰਕੇ ਗਲਤੀਆਂ ਨਾ ਕਰਿਓ, ਕਿਉਂਕਿ ਹੁਣ ਤੁਹਾਡਾ ਸਾਥ ਦੇਣ ਵਾਸਤੇ ਪੂਰੀ ਸੰਗਤ ਦੇਸ਼ਾਂ ਵਿਦੇਸ਼ਾਂ ਦੀ ਖੜੀ ਹੈ। ਯਾਦ ਰੱਖਿਓ ਇਹ ਚੀਜ਼। ਜੇ ਨਹੀਂ ਯਕੀਨ ਹੁੰਦਾ, ਬਾਜ ਸਿੰਘ ਨੂੰ ਪੁੱਛ ਲਿਓ ਜਿਹਦੇ ਕੋਲ ਸੰਪਰਕ ਹੈਗਾ ਵੀ ਉਹਦਾ ਸਾਥ ਕਿੰਨਾ ਕੀ ਦੇ ਰਹੇ ਹਾਂ ਅਸੀਂ। ਸੋ ਮੈਂ ਇਹੀ ਕਹਿ ਰਿਹਾ ਹਾਂ
ਵੀ ਉਸ ਗੁਰੂ ਰਾਮਦਾਸ ਦੇ ਦਰ ਤੇ ਬਹਿ ਕੇ ਉਸ ਗੁਰੂ ਰਾਮਦਾਸ ਨੂੰ ਧੋਖਾ ਨਾ ਦਿਓ। ਤੁਹਾਡੇ ਤੋਂ ਧੋਖਾ ਜਿਹੜਾ ਤੁਸੀਂ ਦੇ ਰਹੇ ਹੋ, ਉਹ ਜਦੋਂ ਧੋਖੇ ਦਾ ਹਿਸਾਬ ਹੋਣਾ ਸ਼ੁਰੂ ਹੋਇਆ ਨਾ, ਤੁਹਾਡੇ ਤੋਂ ਜਰਿਆ ਨਹੀਂ ਜਾਣਾ। ਜਿਨ੍ਹਾਂ ਨੇ ਇਸ ਗੁਰੂ ਘਰ ਤੋਂ ਹਰਾਮ ਦੀਆਂ ਕਮਾਈਆਂ ਕਰਕੇ ਆਪਣੇ ਘਰ ਪਾਲਿਆ, ਉਹਨਾਂ ਦੇ ਅੱਗੇ ਔਲਾਦਾਂ ਤੱਕ ਨਹੀਂ ਹੋਈਆਂ, ਤੁਹਾਡੇ ਸਾਹਮਣੇ ਆ। ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਫੇਰ ਵੀ ਮੈਨੂੰ ਸਮਝ ਨਹੀਂ ਆਉਂਦਾ ਤੁਹਾਨੂੰ ਕਿਸ ਤਰੀਕੇ ਨਾਲ ਸਮਝਾਵਾਂ, ਕਿੱਦਾਂ ਤੁਹਾਨੂੰ ਮਤਲਬ ਅਕਲ ਆਊਗੀ। ਖੈਰ ਛੱਡੋ ਇਹਨਾਂ ਨੂੰ। ਮਤਲਬ ਐਸਜੀਪੀਸੀ ਦਾ ਜੋ ਹੈਗਾ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ ਸੰਗਤ ਜੀ। ਪਰ ਐਸਜੀਪੀਸੀ ਦੇ ਨਾਲ ਨਾਲ ਇੱਕ ਹੋਰ ਚੀਜ਼ ਹੈ ਜਿਹਨੂੰ ਲੈ ਕੇ ਧਾਮੀ ਨੇ ਬੜੀ ਚਿੰਤਾ ਵਿਅਕਤ ਕੀ, ਐਸਜੀਪੀਸੀ ਨੇ ਬੜੀ ਜ਼ਿਆਦਾ ਚਿੰਤਾ ਵਿਅਕਤ ਕੀ। ਜੀ ਹਾਂ, ਤਖਤ ਸ੍ਰੀ ਹਜੂਰ ਸਾਹਿਬ, ਠੀਕ ਹੈ, ਨਵੇਂ ਮੁਖੀ ਉਹਦੇ ਬਣੇ ਨੇ ਤੇ ਆਈਏਐਸ ਅਭਿਜੀਤ ਰਜਿੰਦਰਾ, ਠੀਕ ਹੈ, ਆਈਏਐਸ ਅਭਿਜੀਤ ਰਜਿੰਦਰਾ ਰਾਓ, ਇਹ ਨਵੇਂ ਆਈਏਐਸ ਮਤਲਬ ਉੱਥੇ ਦੇ ਨਵੇਂ ਪ੍ਰਧਾਨ ਬਣੇ ਨੇ ਹਜੂਰ ਸਾਹਿਬ ਕਮੇਟੀ ਦੇ। ਇਸ ਤੋਂ ਪਹਿਲਾਂ ਜਿਹੜੇ ਸੀਗੇ ਉਹ ਸੀਗੇ ਜੀ ਆਈਪੀਐਸ ਐਸਪੀ ਪਸਰੀਚਾ, ਠੀਕ ਹੈ ਜੀ। ਹੁਣ ਐਸਪੀ ਪਸਰੀਚਾ ਜਿਹੜੇ ਸੀਗੇ ਉਹ ਵੀ ਡੀਸੀਸੀ ਆਈ ਥਿੰਕ ਉਸ ਵੇਲੇ ਦੇ, ਤੇ ਆ ਜਿਹੜੇ ਹੁਣ ਆਈਏਐਸ ਲਾਏ ਨੇ ਉਹ ਵੀ ਡੀਸੀ ਨੇ ਉੱਥੇ ਦੇ, ਕਿਉਂਕਿ ਉੱਥੇ ਚੋਣਾਂ ਨਹੀਂ ਹੋਈਆਂ, ਇਹਨਾਂ ਨੇ ਪ੍ਰਧਾਨ ਦੀ ਚੋਣ ਨਹੀਂ ਕੀਤੀ, ਤਾਂ ਫਿਰ ਉਹ ਜਿਹੜਾ ਅਧਿਕਾਰ ਸੀਗਾ ਉਹ ਅਧਿਕਾਰ ਸਰਕਾਰ ਕੋਲ ਚਲੇ ਗਿਆ। ਤੇ ਪਹਿਲਾਂ ਵੀ ਜਦੋਂ ਪਸਰੀਚਾ ਨੂੰ ਲਾਇਆ ਸੀ ਉਦੋਂ ਕੋਈ ਵਿਰੋਧ ਨਹੀਂ ਹੋਇਆ, ਕਿਉਂਕਿ ਉਹ ਟਰਬਨ ਸਿੱਖ ਸੀਗਾ, ਪੱਗ ਦਸਤਾਰ ਸਜਾਉਂਦੇ ਸੀਗੇ, ਪੰਜਾਬੀ ਸੀਗਾ ਬੰਦਾ, ਸਰਦਾਰ ਸੀਗਾ ਬੰਦਾ। ਉਦੋਂ ਕਿਸੇ ਨੇ ਜ਼ੁਬਾਨ ਕਿਉਂ ਨਹੀਂ ਖੋਲੀ? ਉਦੋਂ ਸਾਰੇ ਚੁੱਪ ਕਿਉਂ ਰਹੇ? ਉਦੋਂ ਕਿਉਂ ਨਹੀਂ ਕਿਸੇ ਨੇ ਕਿਹਾ ਕਿ ਬਾਣੀ ਬਾਣੇ ਦਾ ਧਾਰਨੀ ਬੰਦਾ ਜਿਹੜਾ ਹੈਗਾ ਆ ਉਹ ਹੀ ਪ੍ਰਧਾਨ ਹੋਊਗਾ ਹਜੂਰ ਸਾਹਿਬ ਕਮੇਟੀ ਦਾ? ਉਦੋਂ ਬਸ ਚੁੱਪ ਕਰਕੇ ਬੈਠੇ ਰਹੇ ਆ। ਹੁਣ ਜਦੋਂ ਚੱਕ ਕੇ ਨੌਨ ਸਿੱਖ ਬੰਦੇ ਨੂੰ ਉੱਥੇ ਦੀ ਪ੍ਰਧਾਨਗੀ ਦੇ ਦਿੱਤੀ ਹੈ, ਤੇ ਉੱਥੇ ਦੇ ਜਿਹੜੇ ਮੈਂਬਰ ਹੈਗੇ ਨੇ ਉਹਨਾਂ ਨੇ ਮਤਲਬ ਅਬਜ਼ ਜੋ ਕਰਦੇ ਨੇ ਫਾਰਮੈਲਿਟੀ, ਠੀਕ ਹੈ, ਦਸਤਾਰ ਸਜਾ ਕੇ ਗਲ 'ਚ ਸਰੋਪੇ ਪਾ ਕੇ ਉਹਨਾਂ ਨੂੰ ਪ੍ਰਧਾਨਗੀ ਸੌਂਪ ਵੀ ਦਿੱਤੀ ਹੈ। ਤੇ ਉਸ ਤੋਂ ਬਾਅਦ ਹੁਣ ਚੀਕਾਂ ਮਾਰੀਆਂ ਜਾ ਰਹੀਆਂ ਨੇ। ਉਸ ਤੋਂ ਬਾਅਦ ਦਿੱਲੀ ਤੋਂ ਸਰਨਾ ਸਾਹਿਬ ਨੇ ਬੜੀ ਚਿੰਤਾ ਵਿਅਕਤ ਕੀਤੀ, ਪਰ ਜਦੋਂ ਪਸਰੀਚੇ ਨੂੰ ਲਾਇਆ ਗਿਆ ਸੀ ਉਦੋਂ ਸਰਨਾ ਸਾਹਿਬ ਹੀ ਕਹਿੰਦੇ ਸੀਗੇ ਕਿ ਕੋਈ ਗੱਲ ਨਹੀਂ ਜੀ, ਦਸਤਾਰ ਵਾਲਾ ਆ। ਫਿਰ ਹੁਣ ਚੀਕਾਂ ਕਿਉਂ ਨਿਕਲ ਰਹੀਆਂ ਨੇ? ਉਦੋਂ ਤੁਹਾਨੂੰ 1925 ਐਕਟ ਕਿਉਂ ਨਹੀਂ ਯਾਦ ਆਇਆ? ਉਦੋਂ ਤਾਂ ਬੜੀ ਦੁਹਾਈ ਦਿੰਦੇ ਹੋ। ਹੁਣ ਧਾਮੀ ਸਾਹਿਬ ਨੇ ਵੀ ਦਿਖਾਇਆ ਕਿ ਹਾਂਜੀ ਸਾਨੂੰ ਬੜਾ ਅਫਸੋਸ ਆ ਵੀ ਇੱਕ ਗੈਰ ਸਿੱਖ ਨੂੰ ਪ੍ਰਧਾਨਗੀ ਦੇ ਦਿੱਤੀ ਗਈ ਤਖਤ ਸ੍ਰੀ ਹਜੂਰ ਸਾਹਿਬ ਦੀ। ਪਰ ਮੈਂ ਸੰਗਤ ਜੀ ਇਹਨਾਂ ਤੋਂ ਇੱਕੋ ਹੀ ਸਵਾਲ ਕਰਦਾ ਹਾਂ, ਜਦੋਂ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਾਇਆ ਜਾ ਸਕਦਾ ਸੀ ਐਸਜੀਪੀਸੀ ਵੱਲੋਂ, ਉਦੋਂ ਇਹਨਾਂ ਨੇ ਉਸ ਐਕਟ ਵੱਲ ਧਿਆਨ ਕਿਉਂ ਨਹੀਂ ਦਿੱਤਾ? ਜਦੋਂ 1966 ਦੇ ਵਿੱਚ ਬਾਦਲਾਂ ਨੇ ਪੰਜਾਬੀ ਸੂਬਾ ਆਪ ਕਹਿ ਕੇ ਤੜਵਾਇਆ, ਇੱਕ ਸੂਬੀ ਰੱਖ ਲਈ, ਸਿਰਫ ਕਾਦੇ ਵਾਸਤੇ? ਆ ਕੁਰਸੀ ਵਾਸਤੇ, ਪ੍ਰਧਾਨਗੀਆਂ ਵਾਸਤੇ, ਠੀਕ ਹੈ, ਕਿ ਅਸੀਂ ਮੁੱਖ ਮੰਤਰੀ ਬਣਾਂਗੇ ਜੀ। ਉਦੋਂ ਐਸਜੀਪੀਸੀ ਦੀ ਕੋਈ ਬਣਦੀ ਭੂਮਿਕਾ ਨਹੀਂ ਸੀ। ਉਦੋਂ ਤੁਸੀਂ ਕਿਉਂ ਨਹੀਂ ਆਪਣਾ ਹੱਕ ਜਮਾਇਆ ਵੀ ਸਾਡੇ ਗੁਰੂ ਘਰ ਵੀ ਅਲੱਗ ਹੋਣਗੇ ਅਗਰ ਅਲੱਗ-ਅਲੱਗ ਰਾਜ ਬਣਨਗੇ? ਬੇੜਾ ਤਾਂ ਫਿਰ ਅਸੀਂ ਆਪ ਗਰਕ ਕੀਤਾ ਨਾ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਤੁਸੀਂ ਕਹਿੰਦੇ ਹੋ ਖੂਨ ਡੁੱਲਣ ਤੇ ਬਣੀ ਹੈ, ਬਿਲਕੁਲ ਬਣੀ ਹੈ, ਪਰ ਤੁਸੀਂ ਕੀ ਉਸ ਦੀ ਮਾਣ ਮਰਿਆਦਾ ਰੱਖੀ? ਕੀ ਤੁਸੀਂ ਅੜ ਕੇ ਖੜੇ ਵੀ ਨਹੀਂ, ਚਾਹੇ ਸਰਕਾਰ ਹੈ ਚਾਹੇ ਜਿਹੜਾ ਮਰਜ਼ੀ ਹੈ, ਸਾਡਾ ਪੰਜਾਬੀ ਸੂਬਾ ਨਹੀਂ ਟੁੱਟੂ, ਅਸੀਂ ਆਪਣੇ ਗੁਰੂ ਘਰ ਆਪਣੇ ਖੀਤੇ ਤੋਂ ਬਾਹਰ ਨਹੀਂ ਜਾਣ ਦੇਣੇ? ਠੀਕ ਹੈ, ਹਜੂਰ ਸਾਹਿਬ ਬਹੁਤ ਦੂਰ ਹੈ, ਅਲੱਗ ਗੱਲ ਹੈ, ਪਰ ਆਲ ਇੰਡੀਆ ਐਕਟ ਅਗਰ ਅਡਾਪਟ ਕਰ ਲੈਂਦੇ ਤੁਸੀਂ, ਫਿਰ ਤਾਂ ਸਾਰੇ ਭਾਰਤ ਦੇ ਗੁਰਦੁਆਰੇ ਤੁਹਾਡੇ ਅਧੀਨ ਹੋਣੇ ਸੀ। ਪਰ ਨਾ ਜੀ, ਅਸੀਂ ਸਿਆਸਤ ਦੀ ਜੁੱਤੀ 'ਚ ਪਾਣੀ ਪੀਣਾ ਪਤਾ ਨਹੀਂ ਕਿੰਨੇ ਦਹਾਕਿਆਂ ਤੋਂ ਗਿੱਝੇ ਆ। ਸਾਡੀ ਆਮ ਪਾਣੀ ਦੇ ਨਾਲ ਤਾਂ ਪਿਆਸ ਹੀ ਨਹੀਂ ਬੁੱਝਦੀ ਜਦੋਂ ਤੱਕ ਕੋਈ ਸਾਨੂੰ ਜੁੱਤੀ 'ਚ ਪਾਣੀ ਪਾ ਕੇ ਨਹੀਂ ਦਿੰਦਾ। ਮੀਰੀ ਤੇ ਪੀਰੀ ਦਾ ਸਿਧਾਂਤ ਅੱਜ ਤੱਕ ਕਿਸੇ ਨੇ ਹਿੰਮਤ ਕੀਤੀ ਸਿੱਧਾ ਕਰਨ ਦੀ? ਗੁਰੂ ਘਰਾਂ ਦੇ ਨਿਸ਼ਾਨਾਂ ਤੇ ਝੂਲਦੇ ਨਕਲੀ ਨਿਸ਼ਾਨ ਬਦਲਣ ਦੀ ਹਿੰਮਤ ਹੋਈ ਹੈ ਕਿਸੇ ਦੀ? ਕੀ ਗੱਲ, ਗੁਰੂ ਕਲਗੀਧਰ ਵਾਲਾ ਨਿਸ਼ਾਨ ਚੇਤਾ ਨਹੀਂ? ਉਹ ਕਿਉਂ ਨਹੀਂ ਝੁਲਾਏ ਜਾਂਦੇ ਤੁਹਾਡੇ ਵੱਲੋਂ? ਕਈ ਨਿਹੰਗ ਸਿੰਘ ਜਥੇਬੰਦੀਆਂ ਨੇ ਝੁਲਾਣੇ ਸ਼ੁਰੂ ਕੀਤੇ ਨੇ, ਕਈ ਥਾਵਾਂ ਤੇ ਮੈਂ ਆਪ ਪਹੁੰਚਾ ਕੇ ਆਇਆ ਹਾਂ। ਤੁਹਾਡੀ ਕਿਉਂ ਨਹੀਂ ਹਿੰਮਤ ਪੈਂਦੀ ਦਰਬਾਰ ਸਾਹਿਬ ਵਿੱਚ? ਤੇ ਦੂਸਰਾ, ਜਿੰਨੇ ਵੀ ਪ੍ਰਿੰਟ ਮੀਡੀਆ ਵਾਲੇ ਹੈਗੇ ਨੇ, ਨਿਊਜ਼ਪੇਪਰਸ ਵਾਲੇ ਜਾਂ ਚੈਨਲਸ ਵਾਲੇ, ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਹਾਂ, ਕਿਰਪਾ ਕਰਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੀ ਲਿਖਿਆ ਕਰੋ। ਹਰੀ ਮੰਦਰ ਕੋਈ ਸ਼ਬਦ ਨਹੀਂ ਹੈਗਾ, ਠੀਕ ਹੈ ਜੀ। ਇਹ ਜਿਹਨਾਂ ਨੇ ਇਜਾਦ ਕੀਤਾ ਉਹਨਾਂ ਨੂੰ ਮੁਬਾਰਕ ਹੋਵੇ, ਪਰ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਹੈਗੇ ਨੇ ਮੀਡੀਆ ਕਰਮੀ ਵੀ, ਉਹਨਾਂ ਨੂੰ ਵੀ ਬੇਨਤੀ ਕਰਦਾ, ਤੇ ਜਿਹੜੇ ਬੁਲਾਰੇ ਹੈਗੇ ਨੇ, ਚਾਹੇ ਐਸਜੀਪੀਸੀ ਦੇ ਬੁਲਾਰੇ ਹੋਣ, ਚਾਹੇ ਹੋਰ ਚੈਨਲਾਂ ਦੇ ਬੁਲਾਰੇ ਹੋਣ, ਚਾਹੇ ਕਿਸੇ ਵੀ ਜਥੇਬੰਦੀ ਦੇ ਸਪੋਕਸਮੈਨਸ ਹੋਣ, ਇੱਕ ਤਾਂ ਕਿਰਪਾ ਕਰਕੇ ਹਰੀ ਮੰਦਰ ਨਾ ਕਿਹਾ ਕਰੋ। ਦਰਬਾਰ ਸਾਹਿਬ ਤੇ ਸਿਰਫ ਦਰਬਾਰ ਸਾਹਿਬ ਹੀ ਹੋਣਾ ਚਾਹੀਦਾ ਹੈ।
ਉਸ ਤੋਂ ਇਲਾਵਾ ਭਾਰਤ ਨੂੰ ਭਾਰਤ ਕਹਿਣਾ ਸਿੱਖੋ। ਬਹੁਤ ਸਾਰੇ ਸਾਡੇ ਸਿੱਖ ਬੁੱਧੀਜੀਵੀ ਸਿੱਖ ਬੁਲਾਰੇ ਨੇ ਸਟੇਜਾਂ ਦੇ ਉੱਤੇ ਹਿੰਦੁਸਤਾਨ 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 ਲਾਈ ਹੁੰਦੀ ਹੈ, ਅਸੀਂ ਆਪ ਹੀ ਉਹਨਾਂ ਦਾ ਪ੍ਰਚਾਰ ਕਰੀ ਜਾਂਦੇ ਹਾਂ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਵੱਲ ਸਾਨੂੰ ਬਹੁਤ ਧਿਆਨ ਦੇਣਾ ਬਣਦਾ ਹੈ। ਨਾਲ ਹੀ ਇੱਕ ਹੋਰ ਮੇਨ ਬਹੁਤ ਜ਼ਰੂਰੀ ਚੀਜ਼ ਹੈ, ਮੈਂ ਅੱਜ ਕੱਲ੍ਹ ਬੱਚਿਆਂ ਨੂੰ ਦੇਖਿਆ ਆ, ਅਸੀਂ ਕਿਸੇ ਕੋਲ ਵੀ ਜਾਂਦੇ ਹਾਂ ਤੇ ਮਿਲਦੇ ਹਾਂ, ਕਿਸੇ ਦਾ ਵੈਲਕਮ ਕਰਦੇ ਹਾਂ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਇਹ ਸ਼ਬਦ ਹੈ। ਸਤ ਸੱਚ, ਸ਼੍ਰੀ ਅਕਾਲ, ਠੀਕ ਹੈ। ਅਕਾਲ ਪੁਰਖ ਅਸੀਂ ਕਹਿੰਦੇ ਹਾਂ। ਹੁਣ ਉਰੇ ਅਸੀਂ ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਉਹ ਅਕਾਲ ਸੱਚਾ ਹੈ, ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਪਰ ਤੁਸੀਂ ਕਹਤਾ ਸਤਿ ਸ਼੍ਰੀ ਅਕਾਲ, ਕਾਲ ਮਤਲਬ ਸਾਸੀ ਦਾ ਕੋਈ ਮਤਲਬ ਨਹੀਂ, ਕਾਲ ਨੂੰ ਤੁਸੀਂ ਯਾਦ ਕਰ ਰਹੇ ਹੋ ਤਾਂ ਤੁਹਾਡੇ ਕੋਲ ਕਾਲ ਹੀ ਰਹਿਣਾ ਹੈ। ਫਿਰ ਸਤਿ ਸ਼੍ਰੀ ਅਕਾਲ ਕਰਦੇ ਰਹੋ, ਉਹ ਵਾਈਬ੍ਰੇਸ਼ਨਸ ਜਿਹੜੀਆਂ ਹੈਗੀਆਂ ਕਾਲ ਦੀਆਂ, ਉਹ ਕਾਲ ਦੀਆਂ ਵਾਈਬ੍ਰੇਸ਼ਨਸ ਹੀ ਤੁਹਾਡੇ ਕੋਲ ਰਹਿਣੀਆਂ। ਇਸ ਕਰਕੇ ਸਤਿ ਸ਼੍ਰੀ ਅਕਾਲ ਸ਼ਬਦ ਹੈ, ਸਤਿ ਸ਼੍ਰੀ ਅਕਾਲ ਬੋਲਿਆ ਕਰੋ। ਅੱਗੇ ਆ ਜਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਕਹਿੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। SGPC ਦੇ 20 ਜਣੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਠੀਕ ਹੈ। ਅਸੀਂ ਜਿੱਦਾਂ ਕਹਿੰਦੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਵਾਹ ਵਾਹ ਕਰਦੇ ਹਾਂ ਨਾ, ਇਹ ਵਾਹੇ ਦਾ ਉਹੀ ਅਰਥ ਹੈ। ਗੁਰੂ ਜੀ ਕਾ ਖਾਲਸਾ ਮਤਲਬ ਵਾਹ ਵਾਹ ਜਿਹੜੇ ਸਾਡੇ ਗੁਰੂ ਹੈਗੇ ਨੇ ਉਹਨਾਂ ਦਾ ਖਾਲਸਾ ਤੇ ਉਹਨਾਂ ਦੀ ਫਤਿਹ। ਪਰ ਅਸੀਂ ਕੀ ਸ਼ਬਦ ਵਰਤਦੇ ਹਾਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ ਸ਼ਬਦ ਜਿਹੜਾ ਅੰਗਰੇਜ਼ੀ ਦਾ ਆ, ਤੇ ਉਸ ਅਕਾਲ ਪੁਰਖ ਨੂੰ, ਠੀਕ ਹੈ, ਹਰ ਭਾਸ਼ਾ ਆਉਂਦੀ ਹੈ। ਤੁਸੀਂ ਇਨਡਾਇਰੈਕਟ ਵੇ ਇਹ ਕਹਿ ਰਹੇ ਹੋ ਵਾਹਿ ਕਿਉਂ, ਗੁਰੂ ਦਾ ਖਾਲਸਾ ਕਿਉਂ, ਗੁਰੂ ਦੀ ਫਤਿਹ। ਇਸ ਕਰਕੇ ਦੇਸ਼ਾਂ ਵਿਦੇਸ਼ਾਂ ਦੀ ਚਾਹੇ ਸੰਗਤ ਹੈ ਚਾਹੇ ਇੱਥੇ ਦੀ ਸੰਗਤ ਆ, ਆਹ ਸ਼ਬਦਾਂ 'ਚ ਆਪਣੇ ਸੁਧਾਰ ਕਰੋ ਕਿਰਪਾ ਕਰਕੇ। ਇਹਨਾਂ ਨੇ ਬੇੜਾ ਸਾਡਾ ਆਪ ਬਿਠਾਉਣਾ ਸ਼ੁਰੂ ਕੀਤਾ ਆ। ਆਹ ਜਿਹੜੇ ਸ਼ਬਦ ਆ, ਇਹ ਸ਼ਬਦ ਆਪ ਇਜਾਤ ਨਹੀਂ ਹੋਏ, ਇਹਨਾਂ ਵੱਲੋਂ ਕੀਤੇ ਗਏ ਨੇ। ਜਦੋਂ ਇਹਨਾਂ ਨੇ ਸਟੇਜਾਂ ਉੱਤੇ ਚੜ੍ਹ ਕੇ ਮਾਈਕ ਫੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਕਰਤੀ ਕਮਾਲ। ਬੇਨਤੀ ਕਰ ਰਿਹਾ ਇਹ ਇਹਨਾਂ ਚੀਜ਼ਾਂ ਵੱਲ ਕਿਰਪਾ ਕਰਕੇ ਸਾਰੀ ਸੰਗਤ ਧਿਆਨ ਦਿਓ। ਬੱਚੇ ਅਗਰ ਇਹ ਗੱਲ ਬੋਲਦੇ ਤੇ ਉਹਨਾਂ ਨੂੰ ਡਾਂਟ ਕੇ ਸਹੀ ਪ੍ਰੋਨਾਂਸੀਏਸ਼ਨ ਸਹੀ ਉਚਾਰਨ ਵਿਧੀ ਉਹਨਾਂ ਨੂੰ ਦੱਸੋ, ਕਿਉਂਕਿ ਸਾਡੇ ਵਿੱਚ ਘਾਟਾਂ ਹੀ ਇਹ ਰਹਿ ਗਈਆਂ। ਅਸੀਂ ਗੁਰਬਾਣੀ ਦੀ ਸਹੀ ਉਚਾਰਨ ਵਿਧੀ ਨਹੀਂ ਸਮਝ ਸਕੇ, ਅਸੀਂ ਕਿਸੇ ਨੂੰ ਵੈਲਕਮ ਕਰਨ ਦੀ ਉਚਾਰਨ ਵਿਧੀ ਸਹੀ ਨਹੀਂ ਸਮਝ ਸਕੇ, ਤੇ ਅਸੀਂ ਉਸ ਦਾ ਅਗਰ ਉਚਾਰਨ ਗਲਤ ਕਰਦੇ ਹਾਂ ਤਾਂ ਉਹ ਗਲਤ ਵਾਈਬ੍ਰੇਸ਼ਨਸ ਦੇ ਨਾਲ ਹੀ ਸਾਡੇ ਕੋਲ ਆਉਂਦੀ ਹੈ ਚੀਜ਼, ਤੇ ਉਹ ਗਲਤ ਵਾਈਬ੍ਰੇਸ਼ਨਸ ਦੇ ਨਾਲ ਹੀ ਕੋਈ ਸਾਡੇ ਕੋਲੋਂ ਕੁਝ ਲੈ ਕੇ ਜਾਂਦਾ ਆ। ਕਿਉਂਕਿ ਤੁਸੀਂ ਮੰਨੋ ਨਾ ਮੰਨੋ, ਨੈਗੇਟਿਵ ਤੇ ਪੋਜ਼ਿਟਿਵ ਜੇ ਦਿਨ ਹੈ ਤਾਂ ਰਾਤ ਹੈ, ਜੇ ਰਾਤ ਹੈ ਤਾਂ ਦਿਨ ਹੈ। ਜੇ ਪੀਰ ਪੈਗੰਬਰ ਗੁਰੂ ਹੈਗੇ ਨੇ, ਜੇ ਭਗਵਾਨ ਹੈਗਾ ਆ, ਰੱਬ ਹੈਗਾ ਆ, ਠੀਕ ਹੈ, ਜੇ ਚੰਗੀਆਂ ਸ਼ਕਤੀਆਂ ਨੇ ਤਾਂ ਮਾੜੀਆਂ ਵੀ ਹੈਗੀਆਂ ਨੇ। ਤੁਸੀਂ ਇਸ ਚੀਜ਼ ਨੂੰ ਮੰਨੋ ਜਾਂ ਨਾ ਮੰਨੋ, ਨੈਗੇਟਿਵ ਪੋਜ਼ਿਟਿਵ ਇਜ਼ ਆਲਵੇਜ਼ ਅਵੇਲੇਬਲ, ਯੂਰ ਰਾਈਟ ਔਰ ਲੈਫਟ, ਉਹ ਤੁਸੀਂ ਜਾਣਦੇ ਹੋ ਬਹੁਤ ਚੰਗੀ ਤਰ੍ਹਾਂ, ਠੀਕ ਹੈ। ਅਗਰ ਫਿਰ ਵੀ ਪੱਲੇ ਨਹੀਂ ਪਿਆ, ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦੇਣਾ। ਕਈ ਵਾਰ ਅਸੀਂ ਘਰਾਂ ਦੇ ਵਿੱਚ ਬੈਠੇ ਹੁੰਦੇ ਹਾਂ, ਅਸੀਂ ਕਿਸੇ ਨੂੰ ਬਹੁਤ ਦਿਲੋਂ ਯਾਦ ਕਰ ਰਹੇ ਹੁੰਦੇ ਹਾਂ, ਠੀਕ ਹੈ, ਚਾਹੇ ਸਾਡੀ ਮਾਂ ਆ, ਚਾਹੇ ਸਾਡਾ ਪਿਓ, ਚਾਹੇ ਕੋਈ ਸਾਡਾ ਯਾਰ ਦੋਸਤ ਮਿੱਤਰ ਹੈ, ਠੀਕ ਹੈ, ਅਸੀਂ ਦਿਲੋਂ ਉਹਨੂੰ ਯਾਦ ਕਰ ਰਹੇ ਹਾਂ। ਉਸੇ ਵੇਲੇ ਆ ਕੇ ਤੁਹਾਡੀ ਵੀ ਜਾਂ ਤਾਂ ਬੈਲ ਵੱਜ ਜਾਂਦੀ ਹੈ, ਉਹ ਮਿੱਤਰ ਤੁਹਾਡਾ ਦਰਵਾਜ਼ੇ 'ਤੇ ਹੁੰਦਾ, ਜਾਂ ਤੁਹਾਡਾ ਫੋਨ ਵੱਜ ਜਾਂਦਾ, ਜਾਂ ਉਹਦਾ ਮੈਸੇਜ ਆ ਜਾਂਦਾ। ਕਿਉਂ ਆਉਂਦਾ? ਤੁਹਾਡੀਆਂ ਜਿਹੜੀਆਂ ਪੋਜ਼ੀਟਿਵ ਐਨਰਜੀਜ਼ ਹੈਗੀਆਂ ਨੇ ਉਹਨੂੰ ਜਾ ਕੇ ਉੱਧਰ ਹਿੱਟ ਕਰਦੀਆਂ ਨੇ, ਅਤੇ ਤਾਂ ਹੀ ਆਰਾਮ ਨਾਲ ਤੁਸੀਂ ਕਹਿੰਦੇ ਹੋ ਕਿ ਦਿਲ ਨੂੰ ਦਿਲ ਦੀ ਰਾਹ। ਮੈਂ ਤਾਂ ਦਿਲੋਂ ਤੈਨੂੰ ਯਾਦ ਕਰ ਰਿਹਾ ਸੀ, ਮੈਂ ਪੁੱਤ ਦਿਲੋਂ ਤੈਨੂੰ ਯਾਦ ਕਰਦੀ ਪਈ ਸੀ, ਤੇਰਾ ਫੋਨ ਆ ਗਿਆ, ਲੈ ਤੂੰ ਹੀ ਆ ਗਿਆ, ਠੀਕ ਹੈ। ਜਿਸ ਨੂੰ ਅੱਜ ਕੱਲ੍ਹ ਟੈਲੀਪੈਥੀ ਦਾ ਨਾਮ ਵੀ ਦੇ ਦਿੱਤਾ ਗਿਆ ਵੀ ਅਗਰ ਤੁਸੀਂ ਦਿਲੋਂ ਕਿਸੇ ਨੂੰ ਯਾਦ ਕਰ ਰਹੇ ਹੋ, ਤੁਸੀਂ ਦੂਰ ਬੈਠ ਕੇ ਠੀਕ ਹੈ ਰੇਕੀ ਵੀ ਦੇ ਸਕਦੇ ਹੋ ਕਿਸੇ ਨੂੰ, ਠੀਕ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਧਰਮ ਗ੍ਰੰਥਾਂ ਦੀਆਂ ਚੀਜ਼ਾਂ ਨੇ, ਰਿਗਵੇਦ ਦੀਆਂ ਚੀਜ਼ਾਂ ਨੇ, ਬਟ ਉਹ ਸਾਰੀਆਂ ਚੀਜ਼ਾਂ ਹਰ ਧਰਮ ਹਰ ਵਰਗ ਦੇ ਵਿੱਚ ਹੈ। ਅਸੀਂ ਸਿੱਖ 1699 ਦੇ ਵਿੱਚ ਸਾਡਾ ਅਗਰ ਜਨਮ ਹੋਇਆ ਆ, ਪਰ ਅਸੀਂ ਪੁਰਾਤਨ ਅਗਰ ਉਸ ਤੋਂ ਪਹਿਲਾਂ ਦੇਖੀਏ ਤਾਂ ਸਨਾਤਨ ਧਰਮ ਦੇ ਵਿੱਚੋਂ ਹੀ ਨਿਕਲੇ ਆ। ਸਾਨੂੰ ਉਸ ਦੇ ਵਿੱਚ ਮਤਲਬ ਕੋਈ ਦੁਰਾਹੇ ਨਹੀਂ ਹੈਗੇ। ਮੈਨੂੰ ਇਹ ਕਹਿੰਦੇ ਆ ਕੋਈ ਸ਼ਰਮ ਨਹੀਂ ਹੈਗੀ, ਠੀਕ ਹੈ। 1699 ਵਿੱਚ ਹਾਂ ਇੱਕ ਨਵੀਂ ਕੌਮ ਜੰਮੀ, ਸਿੱਖ ਕੌਮ, ਪਰ ਪਿਛੋਕੜ ਅਗਰ ਅਸੀਂ ਦੇਖਦੇ ਹਾਂ, ਬਾਬੇ ਨਾਨਕ ਦਾ ਪਿਛੋਕੜ ਦੇਖਦੇ ਹਾਂ ਤਾਂ ਅਸੀਂ ਸਨਾਤਨੀ ਹੀ ਸੀ, ਅਤੇ ਉਸ ਧਰਮ ਦਾ ਅੱਜ ਕੀ ਹਾਲ ਹੈ ਦੁਨੀਆ ਦੇਖਦੀ ਹੈ। ਪਰ ਮੈਂ ਇਹੀ ਕਹਾਂਗਾ ਵੀ ਇਹਨਾਂ ਚੀਜ਼ਾਂ ਵੱਲ ਸਾਨੂੰ ਆਪ ਧਿਆਨ ਦੇਣਾ ਪੈਣਾ ਆ ਸੰਗਤ ਜੀ, ਤਾਂ ਥੋੜ੍ਹਾ ਜਿਹਾ ਧਿਆਨ ਇੱਧਰਲੇ ਪਾਸੇ ਦਿਓ। ਖੈਰ ਅੱਗੇ ਆਉਂਦੇ ਹਾਂ। ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸ਼੍ਰੋਮਣੀ ਕਮੇਟੀ ਦੇ ਘਪਲਿਆਂ ਦੀ ਜਾਂਚ ਦੀ ਦਿੱਤੇ ਆਦੇਸ਼। ਜੀ ਹਾਂ, ਜਿੰਨੇ ਘਪਲੇ ਹੋਏ ਆ ਤੁਹਾਨੂੰ ਕਿਹਾ ਸੀ, ਬੀਤੇ ਦਿਨ ਇੱਕ ਵਫਦ ਦਿੱਲੀ ਗਿਆ ਸੀਗਾ ਸਿੱਖ ਬੁੱਧੀਜੀਵੀਆਂ ਦਾ,
ਉਹਨਾਂ ਨੇ ਜਾ ਕੇ ਲਾਲ ਸਿੰਘ ਜੀ ਨੂੰ ਮੰਗ ਪੱਤਰ ਦਿੱਤਾ ਸੀ ਕਿ ਸ਼੍ਰੋਮਣੀ ਕਮੇਟੀ ਵਿੱਚ ਕਰੋੜਾਂ ਅਰਬਾਂ ਦੇ ਘਪਲੇ ਹੋ ਰਹੇ ਨੇ। ਤੇ ਹੁਣ ਧਾਮੀ ਸਾਹਿਬ ਧਿਆਨ ਰੱਖਿਓ, ਆਦੇਸ਼ ਦੇ ਦਿੱਤੇ ਗਏ ਨੇ ਉਹਨਾਂ ਵੱਲੋਂ ਕਿ ਤੁਹਾਡੇ ਸਾਰੇ ਘਪਲੇ ਜੱਗ ਜ਼ਾਹਿਰ ਹੋਣ, ਜਵਾਬ ਦੇਣ ਨੂੰ ਤਿਆਰ ਰਹੋ, ਫਾਈਲਾਂ ਫਰੋਲਣ ਲੱਗ ਪਓ, ਜਿੰਨੀਆਂ ਰਿਪੋਰਟਾਂ ਦੱਬਣੀਆਂ ਨੇ ਦੱਬ ਲਓ। ਹੁਣ ਤਾਂ ਇਹ ਵੀ ਪਤਾ ਲੱਗ ਗਿਆ ਵੀ ਤੁਹਾਡਾ ਜਿਹੜਾ ਗੁਰਦੁਆਰਾ ਕਮਿਸ਼ਨ ਹੈਗਾ ਉੱਥੇ ਵੀ ਤੁਸੀਂ ਆਪਣੇ ਐਸਜੀਪੀਸੀ ਦੇ ਬੰਦੇ ਬਾੜੇ ਹੋਏ ਨੇ। ਕੱਲ ਪਰਸੋਂ ਬੇਦੀ ਸਾਹਿਬ ਦੱਸ ਕੇ ਗਏ ਨੇ। ਹੁਣ ਇਹ ਆ ਵੀ ਥੋੜਾ ਜਿਹਾ ਦੇਖ ਲਓ ਹੁਣ ਕੀ ਬਣਦਾ ਤੁਹਾਡਾ, ਠੀਕ ਹੈ। ਰਿਪੋਰਟਾਂ ਹੁਣ ਇੱਕ ਪਾਸਿਓਂ ਕੰਪਲੇਨਾਂ ਜਾਣੀਆਂ ਸ਼ੁਰੂ ਹੋ ਗਈਆਂ ਨਾ ਸੰਗਤ ਜੀ। ਤੁਹਾਡਾ ਫਰਜ਼ ਬਣਦਾ ਵੀ ਤੁਸੀਂ ਆਪਣੇ ਵੱਲੋਂ ਆਰਟੀਆਈਆਂ ਪਾਓ। ਬੇਦੀ ਸਾਹਿਬ ਕੱਲ ਦੱਸ ਗਏ ਵੀ ਅਗਰ ਇਹ ਆਰਟੀਆਈਆਂ ਦਾ ਜਵਾਬ ਨਹੀਂ ਦਿੰਦੇ ਤਾਂ ਫਿਰ ਆਰਟੀਆਈ ਦਾ ਜਵਾਬ ਅਸੀਂ ਕਿੱਦਾਂ ਲੈਣਾ ਹੈ। ਫਿਰ ਸਰਕਾਰ ਨੂੰ ਲਿਖੋ ਵੀ ਸਾਨੂੰ ਆਰਟੀਆਈ ਦਾ ਜਵਾਬ ਨਹੀਂ ਦੇ ਰਹੇ, ਤਾਂ ਫਿਰ ਦੇਖੋ ਮਰਦਾ ਕੀ ਨਹੀਂ ਕਰਦਾ, ਫਿਰ ਦੇਣਾ ਹੀ ਪੈਣਾ ਇਹਨਾਂ ਨੂੰ। ਖੈਰ ਅੱਗੇ ਚੱਲਦੇ ਹਾਂ ਜੀ। ਪਿਛਲੇ ਐਤਵਾਰ ਦੀ ਘਟਨਾ ਹੈ ਜੀ ਧਾਮੀ ਸਾਹਿਬ, ਧਿਆਨ ਨਾਲ, ਵੈਸੇ ਪਤਾ ਤਾਂ ਹੋਊਗਾ ਮੀਡੀਆ ਦੇ ਵਿੱਚ ਕਾਫੀ ਬਵਾਲ ਮਚਿਆ ਸੀ। ਪਿਛਲੇ ਐਤਵਾਰ 10 ਵਜੇ ਦੇ ਕਰੀਬ NIA ਦੀ ਟੀਮ ਸ਼੍ਰੀ ਦਰਬਾਰ ਸਾਹਿਬ ਪਹੁੰਚੀ ਸੀ ਜੀ ਦਰਸ਼ਨਾਂ ਵਾਸਤੇ, ਠੀਕ ਹੈ। ਤੇ ਬਹੁਤ ਜ਼ਿਆਦਾ ਭੀੜ ਸੀ ਦਰਬਾਰ ਸਾਹਿਬ ਦੇ ਵਿੱਚ। ਮੈਨੇਜਰ ਭਗਵੰਤ ਧਨੇੜਾ ਦਾ ਕਹਿਣਾ ਆ ਵੀ ਕੁਝ ਨਹੀਂ ਹੋਇਆ ਜੀ ਦਰਬਾਰ ਸਾਹਿਬ ਦੇ ਵਿੱਚ, ਸਭ ਕੁਝ ਨਾਰਮਲ ਸੀਗਾ, ਠੀਕ ਹੈ ਜੀ। ਪਰ ਫਿਰ ਵੀ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਜੋ ਪ੍ਰਕਰਮਾਂ ਦੇ ਵਿੱਚ ਜਿਹਨਾਂ ਦੀ ਡਿਊਟੀ ਸੀ, ਭਾਈ ਮਲਕੀਤ ਸਿੰਘ ਅਤੇ ਭਾਈ ਪ੍ਰਿਤਪਾਲ ਸਿੰਘ, ਇਹਨਾਂ ਦੋਨਾਂ ਦਾ ਤਬਾਦਲਾ ਕਰਤਾ। ਜੇ ਧਨੇੜਾ ਨੂੰ ਮੈਂ ਪੁੱਛਾਂ ਵੀ ਜੇਕਰ ਕੋਈ ਗੱਲ ਹੀ ਨਹੀਂ ਵਾਪਰੀ ਉੱਥੇ ਤਾਂ ਫਿਰ ਇਹਨਾਂ ਦਾ ਤਬਾਦਲਾ ਕਿਉਂ ਕੀਤਾ, ਦੱਸੋਗੇ? ਜੇ ਉੱਥੇ ਕੋਈ ਘਟਨਾ ਵਾਪਰੀ ਹੀ ਨਹੀਂ ਤਾਂ ਫਿਰ ਇਹਨਾਂ ਦਾ ਤਬਾਦਲਾ ਕਿਉਂ ਕੀਤਾ? ਹੁਣ ਸਾਨੂੰ ਸੰਗਤ ਜੀ ਮੈਂ ਦੱਸਦਾ ਕਿ ਤਬਾਦਲਾ ਕਿਉਂ ਕੀਤਾ। ਜਦੋਂ NIA ਦੀਆਂ ਟੀਮਾਂ ਆਈਆਂ ਨੇ ਦਰਸ਼ਨੀ ਡਿਊਟੀ ਤੋਂ ਅੰਦਰ ਐਂਟਰ ਕੀਤੀਆਂ, ਐਤਵਾਰ ਸੀਗਾ, ਬਹੁਤ ਜ਼ਿਆਦਾ ਭੀੜ ਸੀ, ਰਸ਼ ਬਹੁਤ ਜ਼ਿਆਦਾ ਸੀਗਾ ਸੰਗਤ ਦਾ। ਤੇ ਆਬਜ਼ ਹੈ ਵੀ ਹੁਣ NIA ਦੀ ਟੀਮ ਆਈ ਹੈ ਤਾਂ VIP ਰਾਹ ਦੇ ਵਿੱਚੋਂ ਲੈ ਕੇ ਜਾਣਾ ਹੀ ਪੈਣਾ ਸੀਗਾ ਇਹਨਾਂ ਨੂੰ, ਕਿਉਂਕਿ ਦੂਜੇ ਰਾਹ ਤੇ ਸੰਗਤ ਬਹੁਤ ਸੀ। ਸ਼ਾਇਦ ਇਹਨਾਂ ਦੋਨਾਂ ਜਿਹੜੇ ਉੱਥੇ ਡਿਊਟੀ ਤੇ ਖੜੇ ਸੀ ਤੇ ਉਹਨਾਂ ਨੇ ਸ਼ਾਇਦ ਨਾ ਘਾਹ ਪਾਇਆ ਹੋਊਗਾ, ਨਾ ਦਰਸ਼ਨਾਂ ਵਾਸਤੇ ਹਾਂ ਕੀਤੀ ਹੋਣੀ। ਪਰ ਉਹਨਾਂ ਦੇ ਨਾਲ ਗਲਿਆਰਾ ਜਿਹੜਾ ਥਾਣਾ ਆ ਉੱਥੇ ਤਾਂ ਇੱਕ ਪੁਲਿਸ ਮੁਲਾਜ਼ਮ ਵੀ ਨਾਲ ਸੀਗਾ NIA ਦੀ ਟੀਮ ਦੇ ਨਾਲ। ਤੇ ਫਿਰ ਉਸ ਤੋਂ ਬਾਅਦ ਉਹਨੇ ਆਬਜ਼ ਵੀ ਦੂਸਰੇ ਪਾਸਿਓਂ ਲਿਜਾ ਕੇ ਆਰਾਮ ਦੇ ਨਾਲ VIP ਵਾਲੀ ਸਾਈਡ ਤੋਂ ਦਰਸ਼ਨ ਕਰਵਾ ਦਿੱਤੇ ਤੇ ਉਸ ਤੋਂ ਬਾਅਦ ਭੇਜਤਾ। ਤੇ ਉਸ ਤੋਂ ਬਾਅਦ ਜਦੋਂ ਕੰਪਲੇਨ ਕੀਤੀ ਗਈ ਕਿ ਆਹ 2 ਬੰਦੇ ਸੀਗੇ ਜਿਹਨਾਂ ਨੇ ਆਪਣੀ ਜ਼ਿੰਮੇਵਾਰੀ ਪ੍ਰੋਪਰਲੀ ਨਹੀਂ ਨਿਭਾਈ, ਇੰਨੀ ਭੀੜ ਸੀ, ਤੇ ਉਸ ਤੋਂ ਬਾਅਦ ਉਹਨਾਂ ਨੂੰ ਚੱਕ ਕੇ ਧਾੜ ਤਬਾਦਲਾ ਕਰ ਦਿੱਤਾ। ਆਈ ਥਿੰਕ ਸਿੰਘ ਸ਼ਹੀਦਾ ਬਾਬਾ ਦੀਪ ਸਿੰਘ ਉੱਥੇ ਭੇਜਿਆ ਆ, ਤਬਾਦਲਾ ਉੱਥੇ ਕੀਤਾ ਆ। ਸ਼ੁਕਰ ਹੈ ਬੜਾ ਦੂਰ ਨਹੀਂ ਕੀਤਾ। ਪਰ ਇਹ ਘਟਨਾ ਜਿਹੜੀ ਹੈਗੀ ਆ ਹੁਣ ਸੰਗਤ ਜੀ ਸਿੰਪਲ ਜੀ ਚੀਜ਼ ਹੈ ਵੀ ਇਹ ਕਹਿੰਦੇ ਵੀ ਅਸੀਂ ਕਿਸੇ ਨੂੰ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੰਦੇ, ਠੀਕ ਹੈ। NIA ਦੀ ਟੀਮ ਆਈ ਹੈ, ਮੋਸਟ ਵੈਲਕਮ। ਪਰ ਜਿਹੜੀ ਸੰਗਤ ਉੱਥੇ ਐਤਵਾਰ ਵਾਲੇ ਦਿਨ ਦੂਰੋਂ ਪਿੰਡਾਂ ਤੋਂ ਆਈ ਹੈ ਉਹ ਕੌਣ ਹੈ? ਜੇਕਰ ਕੋਈ ਉੱਥੇ ਦਰਸ਼ਨਾਂ ਵਾਸਤੇ ਆਇਆ ਹੈ ਤਾਂ ਸਾਨੂੰ ਉਹਨਾਂ ਨੂੰ VIP ਟ੍ਰੀਟਮੈਂਟ ਦੇਣ ਦੀ ਕੀ ਲੋੜ ਹੈ? ਮੈਂ ਇਹ ਜਾਣਨਾ ਚਾਹੁੰਦਾ ਹਾਂ। ਬਾਲੀਵੁੱਡ ਦੇ ਕਈ ਸਟਾਰਸ ਉੱਥੇ ਆਏ ਨੇ ਜਿਹੜੇ VIP ਟ੍ਰੀਟਮੈਂਟ ਤੋਂ ਬਿਨਾਂ ਸਿੱਧਾ ਗਏ ਨੇ ਮੱਥਾ ਟੇਕਣ ਵਾਸਤੇ ਤੇ ਜ਼ਿੱਦ ਕਰਕੇ ਗਏ ਨੇ। ਆ ਪਿੱਛੇ ਜੇ ਇੱਕ ਬਾਹਰੋਂ ਮੁਸਲਮਾਨਾਂ ਦਾ ਵਫਦ ਆਇਆ ਸੀਗਾ ਤੇ ਉਸ ਮੁਸਲਮਾਨ ਨੂੰ VIP ਟ੍ਰੀਟਮੈਂਟ ਦੇ ਵਿੱਚੋਂ ਮੱਥਾ ਟਿਕਾਤਾ ਤੇ ਉਹਦੀ ਆਤਮਾ ਨੂੰ, ਰੂਹ ਨੂੰ ਸ਼ਾਂਤੀ ਨਹੀਂ ਮਿਲੀ। ਫਿਰ अर्ਲੀ ਇਨ ਦਾ ਮਾਰਨਿੰਗ ਅੰਮ੍ਰਿਤ ਵੇਲੇ ਉਹਨੇ ਮਤਲਬ ਜਿੱਦਾਂ ਅਸੀਂ ਪਰਨੇ ਸਿਰ ਦੇ ਉੱਤੇ ਬੰਨ੍ਹਦੇ ਹਾਂ ਉੱਦਾਂ ਦਾ ਪਰਨਾ ਬੰਨ੍ਹਿਆ, ਮੁਸਲਮਾਨਾਂ ਵਾਲੀ ਪੋਸ਼ਾਕ ਜਿਹੜੀ ਸੀ ਥੋੜ੍ਹੀ ਜਿਹੀ ਚੇਂਜ ਕਰਕੇ ਉਸ ਤਰੀਕੇ ਨਾਲ ਆਮ ਸੰਗਤ ਦੇ ਵੱਲੋਂ ਆ ਕੇ ਉਹਨੇ ਮੱਥਾ ਟੇਕਿਆ ਤੇ ਫਿਰ ਗਿਆ, ਕਹਿੰਦਾ ਕਿ ਹੁਣ ਮੇਰੀ ਰੂਹ ਨੂੰ ਸ਼ਾਂਤੀ ਮਿਲੀ ਹੈ। ਫਿਰ ਰਾਤੀ ਮੈਂ ਕਹਿੰਦਾ ਆਹ ਸੰਗਤ ਤੋਂ ਕਿੱਦਾਂ ਉੱਤੇ ਹੋ ਗਿਆ? ਸਾਈਂ ਮੀਆਂ ਮੀਰ ਨੂੰ ਮੈਂ ਕਿੱਦਾਂ ਧੋਖਾ ਦੇਣਾ ਵੀ ਇੰਨੀ ਸੰਗਤ ਹਲੇ ਲਾਈਨ 'ਚ ਲੱਗੀ ਹੈ ਤੇ ਮੈਨੂੰ ਦੂਜੇ ਪਾਸੇ ਲੈ ਜਾ ਕੇ ਮੱਥਾ ਟਿਕਾਤਾ। ਉਹ ਸੰਗਤ ਦਾ ਕੀ ਜਿਹਨਾਂ ਨੂੰ ਹਜ਼ਾਰਾਂ ਲੋਕਾਂ ਨੂੰ ਪਿੱਛੇ ਛੱਡ ਕੇ ਆਏ ਆ। ਇਹ ਹੁੰਦੇ ਨੇ ਜਾਗਦੀਆਂ ਜ਼ਮੀਰਾਂ, ਇਹ ਹੁੰਦੇ ਨੇ ਜਿਹੜੇ ਦਿਲੋਂ ਉੱਥੇ ਮੱਥਾ ਟੇਕ ਰਹੇ ਨੇ, ਜਿਹਨਾਂ ਨੂੰ ਨਜ਼ਰ ਆਉਂਦਾ ਆ ਕਿ 10 ਗੁਰਾਂ ਦੀ ਜਿਉਂਦੀ ਜਾਗਦੀ ਜੋਤ ਉੱਥੇ ਬੈਠੀ ਹੈ, ਜਿਹਨਾਂ ਨੂੰ ਪਤਾ ਆ, ਅਹਿਸਾਸ ਹੈ ਕਿ ਸਾਈਂ ਮੀਆਂ ਮੀਰ ਜੀ ਨੇ ਆਪਣੇ ਹੱਥ ਨਾਲ ਉੱਥੇ ਨੀਂਹ ਰੱਖੀ ਸੀ। ਅਜਿਹੀਆਂ ਸੱਚੀਆਂ ਜਿਹੜੀਆਂ ਰੂਹਾਂ ਹੁੰਦਾ ਉਹਨਾਂ ਨੂੰ ਉਹ ਚੀਜ਼ਾਂ ਦੀਦੀਆਂ ਨੇ ਉੱਥੇ। ਪਰ SGPC ਦੇ ਤਾਂ ਮੈਨੂੰ ਲੱਗਦਾ ਸਾਰੇ 77 ਮੈਂਬਰਾਂ ਜਾਂ ਸਾਰੇ ਕਾਮਿਆਂ ਦੇ ਅੱਖਾਂ ਦੇ ਜਿਹਦਾ ਪਰਦਾ ਹੀ ਡਿੱਗਿਆ ਹੁੰਦਾ ਤੇ ਸਿਰਫ ਇਹਨਾਂ ਨੂੰ ਉਸ ਪਰਦੇ ਦੇ ਵਿੱਚ ਦੀਦਾ ਹੈ ਕਰਪਸ਼ਨ, ਕਿ ਨੋਟ ਕਿੱਥੇ ਉੱਡ ਰਹੇ ਨੇ, ਕਿੱਥੋਂ ਚੱਕੀਏ ਤੇ ਕਿੱਥੇ ਖਪਾਈਏ। ਫਿਰ ਇਹ ਢੰਡੋਰੇ ਪਿੱਟਦੇ ਨੇ ਕਿ SGPC ਘਾਟੇ 'ਚ ਆ, ਸਰਾਹਾਂ ਘਾਟੇ 'ਚ ਚਲੇ ਗਈਆਂ। ਮੈਂ ਪਹਿਲਾਂ ਕੱਲ੍ਹ ਵੀ ਕਿਹਾ ਆ, ਸਰਾਹਾਂ ਘਾਟੇ 'ਚ ਧਾਮੀ ਸਾਹਿਬ ਕਿੱਦਾਂ ਗਈਆਂ? 2.5 ਕਰੋੜ ਦੇ ਨੇੜੇ ਘਾਟਾ ਦਿਖਾਇਆ ਤੁਸੀਂ, ਕਿੱਦਾਂ ਗਈਆਂ? ਠੀਕ ਹੈ, ਜਨਤਾ ਨੂੰ ਦੱਸੋ। ਤੇ ਜਨਤਾ ਜੀ ਮੈਨੂੰ ਸੰਗਤ ਜੀ ਇੱਕ ਮੈਸੇਜ ਵੀ ਆਇਆ, ਅਗਲੇ 7 ਸਾਲ ਤੱਕ ਦੇ ਤਾਂ ਅਖੰਡ ਪਾਠ ਸਾਹਿਬ ਤੁਹਾਡੇ ਐਡਵਾਂਸ ਦੇ ਵਿੱਚ ਬੁੱਕ ਨੇ। ਜੇ ਮੈਂ ਗਲਤ ਹੋਵਾਂ ਮੈਨੂੰ ਦੱਸ ਦਿਓ। ਵਿਦੇਸ਼ ਤੋਂ ਹੀ ਕਿਸੇ ਸੰਗਤਾਂ ਨੇ 2-3 ਸੰਗਤਾਂ ਨੇ ਮੇਰੇ ਕੋਲ ਮੈਸੇजेस ਪਏ ਹੋਏ ਨੇ WhatsApp ਦੇ ਉੱਤੇ, ਉਹਨਾਂ ਨੇ ਡੇਟ ਲੈਣੀ ਸੀ ਅਖੰਡ ਪਾਠ ਸਾਹਿਬ ਦੀ। ਚਾਹੀਦੇ ਹੋਣਗੇ ਮੈਨੂੰ ਕਹਿ ਦਿਓ, ਮੈਂ ਫਲੈਸ਼ ਵੀ ਕਰ ਦਿੰਦਾ ਆ। ਤੇ ਅਗਲੇ 7 ਤੋਂ 10 ਸਾਲ ਤੱਕ ਤੁਹਾਡੇ ਕੋਲ, ਮਤਲਬ 7 ਸਾਲ ਤੱਕ ਤੁਹਾਡੇ ਕੋਲ ਅਖੰਡ ਪਾਠ ਬੁੱਕ ਨੇ ਐਡਵਾਂਸ। ਫਿਰ SGPC ਕਿਹੜੇ ਪਾਸਿਓਂ ਘਾਟੇ 'ਚ? ਇੱਕ ਅਖੰਡ ਪਾਠ ਸਾਹਿਬ ਦਾ ਕਿੰਨਾ 9500 ਲੈਂਦੇ ਹੋ ਤੁਸੀਂ? 7 ਸਾਲ ਦੇ ਬੁੱਕ ਨੇ, 1 ਸਾਲ ਦੇ ਵਿੱਚ 365 ਦਿਨ ਨੇ, ਤੇ ਇੱਕ ਦਿਨ ਦੇ ਵਿੱਚ ਕਿੰਨੀਆਂ ਲੜੀਆਂ ਚੱਲਦੀਆਂ ਨੇ ਅਖੰਡ ਪਾਠ ਸਾਹਿਬ ਦੀਆਂ? ਸੰਗਤ ਨੂੰ ਵੀ ਜਰਾ ਦੱਸਿਓ।
ਹੱਦ ਹੋ ਗਈ ਹੈ। ਤੁਸੀਂ ਮਤਲਬ ਕਿਸੇ ਪਾਸੇ ਨਹੀਂ ਛੱਡਣਾ ਸੰਗਤ ਨੂੰ, ਅੱਖਾਂ 'ਚ ਘੱਟਾ ਪਾਈ ਜਾਣਾ ਪਾਈ ਜਾਣਾ ਪਾਈ ਜਾਣਾ। ਮੈਸੇਜ ਮੈਂ ਲਗਾ ਵੀ ਦਿੰਦਾ ਆ ਜੇ ਤੁਹਾਨੂੰ ਲੱਗਦਾ ਵੀ ਆਪਣੇ ਵੱਲੋਂ ਬੋਲ ਰਿਹਾ ਆ। ਹੱਦ ਹੋ ਗਈ ਆ। ਫੇਰ ਕਹਿੰਦੇ ਹੋ ਵੀ ਘਾਟੇ 'ਚ ਦਿਖਾਓ ਤਾਂ ਸਹੀ ਘਾਟਾ। ਸੰਗਤਾਂ ਉੱਥੇ ਜਾਂਦੀਆਂ ਨੇ ਕਮਰੇ ਲੈਣ ਵਾਸਤੇ, ਸੰਗਤਾਂ ਨੂੰ ਕਮਰੇ ਨਹੀਂ ਮਿਲਦੇ। ਸੰਗਤਾਂ ਦੇ ਨਾਲ ਤੁਸੀਂ ਵੱਧ ਤੋਂ ਬੱਤਰ ਸਲੂਕ ਕਰਦੇ ਹੋ। ਬਲਾਈਂਡ ਤੱਕ ਨਹੀਂ ਤੁਸੀਂ ਛੱਡਦੇ, ਅਪਾਹਿਜ ਤੱਕ ਨਹੀਂ ਤੁਸੀਂ ਛੱਡਦੇ, ਕੈਂਸਰ ਪੇਸ਼ੈਂਟ ਤੱਕ ਨਹੀਂ ਤੁਸੀਂ ਛੱਡਦੇ, ਉਹਨਾਂ ਨੂੰ ਤੁਸੀਂ ਜਾਨਵਰਾਂ ਵਾਂਗੂ ਟਰੀਟ ਕਰਦੇ ਹੋ। ਫੇਰ ਕਹਿੰਦੇ ਹੋ ਜੀ ਕਮਰੇ ਸਾਰੇ ਬੁੱਕ ਨੇ, ਜੀ ਕਮਰੇ ਸਾਰੇ ਬੁੱਕ ਨੇ। ਜੇ ਤੁਹਾਡੇ ਕਿਸੇ ਮੈਂਬਰ ਜਾਂ ਸਕੱਤਰ ਤੋਂ ਕੋਈ ਫੋਨ ਕਰਵਾ ਦੇਵੇ ਜਾਂ ਅਕਾਲੀ ਲੀਡਰ ਤੋਂ ਕੋਈ ਫੋਨ ਕਰਵਾ ਦੇ ਤਾਂ ਕਮਰੇ ਸਾਰੇ ਦੇ ਸਾਰੇ ਖਾਲੀ ਹੁੰਦੇ ਨੇ। ਸੰਗਤ ਨੇ ਆਪ ਦੱਸਿਆ ਵੀ ਪੂਰੀ ਦੀ ਪੂਰੀ ਲਾਈਨ ਹੀ ਤਾਲੇ ਲੱਗੇ ਹੋਏ ਸੀ ਕਮਰਿਆਂ ਨੂੰ, ਫਿਰ ਸਾਨੂੰ ਇੱਕ ਦੀ ਥਾਂ ਤੇ ਦੋ ਵੀ ਦੇਤੇ। ਤੁਸੀਂ ਮਤਲਬ ਬਣਾਇਆ ਕੀ ਹੋਇਆ ਉੱਥੇ? ਸੰਗਤ ਵਾਸਤੇ ਇਮਾਰਤਾਂ ਬਣੀਆਂ ਨੇ। ਜੇ ਤੁਸੀਂ ਸੰਗਤ, ਮੈਂ ਸੱਚੀ ਦਿਲੋਂ ਕਹਿ ਰਿਹਾ ਐਸਜੀਪੀਸੀ ਦੇ ਸਾਰੇ ਕਾਮਿਆਂ ਨੂੰ, ਸਕੱਤਰਾਂ ਨੂੰ, ਮੈਨੇਜਰਾਂ ਨੂੰ, ਕੋਈ ਵੀ ਧਾਰਮਿਕ ਸੰਸਥਾ, ਧਾਰਮਿਕ ਅਦਾਰਾ ਇਦਾਂ ਦਾ ਦੇਖ ਲਓ, ਜਿੱਥੇ ਵੈਟੀਕਨ ਜਾ ਕੇ ਦੇਖ ਲਓ ਉੱਥੇ ਈਸਾਈਆਂ ਦੇ ਨਾਲ ਕਿੱਦਾਂ ਵਿਵਹਾਰ ਕੀਤਾ ਜਾਂਦਾ ਆ। ਮੱਕਾ ਮਦੀਨਾ ਜਾ ਕੇ ਦੇਖ ਲਓ ਉੱਥੇ ਕਿੱਦਾਂ ਮੁਸਲਮਾਨਾਂ ਨਾਲ ਵਿਵਹਾਰ ਕੀਤਾ ਜਾਂਦਾ ਆ। ਕਦੇ ਇਦਾਂ ਦੀ ਚੀਜ਼ ਸੁਣੀ ਹੈ ਵੀ ਉਹ ਗਏ ਹੋਣ ਤੇ ਉਹਨਾਂ ਨੂੰ ਥਾਂ ਨਾ ਮਿਲੀ ਹੋਵੇ, ਰਹਿਣ ਵਾਸਤੇ ਛੱਤ ਨਾ ਮਿਲੀ ਹੋਵੇ, ਜੁੜੀ ਹੋਵੇ? ਪਰ ਤੁਸੀਂ ਮਤਲਬ ਆਲ ਓਵਰ ਦਾ ਵਰਲਡ ਸੰਗਤ ਮੈਨੂੰ ਕਹਿੰਦੀ ਹੈ ਵੀ ਮੈਂ ਐਸਜੀਪੀਸੀ ਉੱਤੇ ਉਂਗਲਾਂ ਚੱਕਦਾ। ਬਹੁਤ ਲੋਕ ਨੇ ਜਿਹੜੇ ਮੈਨੂੰ ਸਲਾਹਾਂ ਦਿੰਦੇ ਨੇ ਵੀ ਚੱਲ ਕੋਈ ਗੱਲ ਨਹੀਂ, ਘਰ ਦੀ ਜਥੇਬੰਦੀ ਆ, ਆਪਣੀ ਸਿੱਖਾਂ ਦੀ ਆ, ਨਾ ਇੰਨੀ ਬਦਨਾਮੀ ਕਰਿਆ ਕਰ। ਬਦਨਾਮੀ ਕਰਨ ਦੀ ਗੱਲ ਨਹੀਂ, ਬਦਨਾਮੀ ਤਾਂ ਤੁਸੀਂ ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਕਰਦੇ ਹੋ। ਹਿੰਦੂ ਵੀਰਾਂ ਨੂੰ ਤੁਸੀਂ ਨਹੀਂ ਛੱਡਦੇ। ਨੋਟ ਦੇਖ ਕੇ ਤੁਸੀਂ ਉਹਨਾਂ ਦੇ ਨਾਲ ਵਿਵਹਾਰ ਕਰਦੇ ਹੋ, ਲਿੰਕ ਦੇਖ ਕੇ ਤੁਸੀਂ ਉਹਨਾਂ ਨੂੰ ਕਮਰੇ ਦਿੰਦੇ ਹੋ। ਜੇ ਕੋਈ ਗਰੀਬ ਹਿੰਦੂ ਵੀ ਆ ਜਾਏ ਤੁਸੀਂ ਉਹਨੂੰ ਵੀ ਕੁੱਤੇ ਦੀ ਥਾਂ ਨਹੀਂ ਸਮਝਦੇ। ਅੱਗੇ ਮੈਂ ਸੁਣਾਣਾ, ਲਾਈਵ ਸੁਣਾਣਾ ਆ, ਠੀਕ ਹੈ? ਫਿਰ ਉਹ ਹਿੰਦੂ ਵੀਰ ਜਾ ਕੇ ਕੀ ਕਹਿਣਗੇ ਕਿ ਅੱਗੇ ਤੋਂ ਭਾਈ ਅਸੀਂ ਨਹੀਂ ਜਾਂਦੇ ਗੁਰਦੁਆਰੇ। ਉੱਥੇ ਤੱਕ ਬਹੁਤ ਅੱਗੇ ਸੁਣ ਲਿਓ, ਉੱਥੇ ਬਹੁਤ ਜ਼ਿਆਦਾ ਕਰਪਸ਼ਨ ਹੈ, ਬਹੁਤ ਗੰਦੇ ਤਰੀਕੇ ਨਾਲ ਬੋਲਦੇ ਆ। ਫਿਰ ਇਹ ਗੰਦ ਸਾਫ਼ ਕਰਨਾ ਹੀ ਪੈਣਾ ਸੰਗਤ ਜੀ। ਵੋਟਾਂ ਬਣਵਾਉਣੀਆਂ ਹੀ ਪੈਣੀਆਂ ਨੇ। ਵੋਟਾਂ ਜਿਹੜੀਆਂ ਪੁਰਾਣੀਆਂ ਬਣੀਆਂ ਉਹ ਸਾਰੀਆਂ ਕੈਂਸਲ ਕਰਵਾ ਕੇ ਇਸ ਵਾਰ ਨਵੀਂ ਸਿਰੇ ਤੋਂ ਵੋਟਾਂ ਬਣਨਗੀਆਂ। ਉਹ ਵੀ ਮੈਂ ਕਹਿੰਦਾ ਆ, ਇੰਨੀ ਕੀ ਤਾਂ ਸਰਕਾਰ ਨੂੰ ਥੋੜੀ ਜੀ ਮਤਲਬ ਹਿੰਮਤ ਕਰਨੀ ਪੈਣੀ ਆ ਇਹਨਾਂ ਨੂੰ। ਪਰ ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ ਜਿੰਨਾ ਮਰਜ਼ੀ ਕੋਈ ਬੋਲੀ ਜੇ, ਠੀਕ ਹੈ ਜੀ। ਹੁਣ ਇਹ ਅਗਰ ਦੱਸ ਦੇਣ ਹਿੰਮਤ ਹੋਵੇ ਤਾਂ ਠੀਕ ਹੈ ਵੀ ਕਿਹੜੀਆਂ ਕਿਹੜੀਆਂ ਸਰਾਹਾਂ ਦੇ ਵਿੱਚ ਕਿੱਦਾਂ ਘਾਟਾ ਪਿਆ, ਉਹ ਬਸ ਜੱਗ ਜ਼ਾਹਿਰ ਕਰ ਦੇਣ ਵੀ ਸਰਾਹਾਂ ਘਾਟੇ 'ਚ ਗਈਆਂ ਕਿੱਦਾਂ। ਧਾਮੀ ਸਿਰਫ ਉਹ ਦੱਸ ਦੇਵੇ ਕਿੱਦਾਂ ਘਾਟਾ ਪਿਆ, ਕਿ ਬੁੱਕ ਨਹੀਂ ਸੀ ਹੋਈਆਂ ਜਾਂ ਆਪਣੀਆਂ ਕਰਤੂਤਾਂ ਕਰਕੇ ਖਾਲੀ ਰੱਖੀਆਂ, ਜਾਂ ਜਿਹੜੇ ਤੁਹਾਡੇ ਸਕੱਤਰਾਂ ਨੇ ਜਾਂ ਮੈਂਬਰਾਂ ਨੇ ਨੇੜੇ ਤੇੜੇ ਹੋਰ ਸਰਾਹਾਂ ਬਣਾਈਆਂ ਹੋਈਆਂ ਨੇ ਉੱਥੇ ਮੋਟਾ ਪੈਸਾ ਕਮਾਉਣ ਵਾਸਤੇ ਤੁਹਾਡੇ ਆਪਣੇ ਹੀ ਕੰਮ ਉਧਰ ਨੂੰ ਤੋੜ ਦਿੰਦੇ ਨੇ। ਉਧਰ ਜਾਓ ਜੀ ਸਰਾਂ 'ਚ, ਉਧਰ ਜਾਓ ਜੀ ਸਰਾਂ 'ਚ। ਨਾਲੇ ਐਨਆਰਆਈਆਂ ਤੋਂ ਕਿੰਨਾ ਫੰਡ ਲੈਣੇ ਹੋ ਸਰਾਂ ਦਾ ਉਹ ਵੀ ਦੱਸਿਓ ਸੰਗਤ ਨੂੰ, ਠੀਕ ਹੈ? ਕਮਰੇ ਦਾ ਐਨਆਰਆਈਜ਼ ਤੋਂ ਕੀ ਚਾਰਜ ਕਰਦੇ ਹੋ? ਨਹੀਂ ਫਿਰ ਮੈਂ ਦੱਸੂ ਇੱਕ ਦਿਨ ਦਾ ਐਨਆਰਆਈ ਤੋਂ ਤੁਸੀਂ ਕੀ ਚਾਰਜ ਕਰਦੇ ਹੋ ਉੱਥੇ ਸਰਾਂ ਦਾ, ਤੇ ਐਨਆਰਆਈਜ਼ ਨੂੰ ਕੀ ਕੀ ਪ੍ਰੋਵਾਈਡ ਕੀਤਾ ਜਾਂਦਾ ਆ ਉਹ ਵੀ ਜ਼ਰੂਰ ਦੱਸਿਓ, ਉਹ ਫਿਰ ਮੈਂ ਵੀ ਦੱਸੂ, ਠੀਕ ਹੈ? ਹਲੇ ਸਵਾਲ ਕੀਤੇ ਆ ਮੈਂ, ਇਸ ਕਰਕੇ ਮੇਰੇ ਜਵਾਬ ਤੋਂ ਪਹਿਲਾਂ ਤੁਸੀਂ ਆਪ ਹੀ ਦੱਸ ਦਿਓ। ਤੇ ਉਹ ਜਿਹੜੀ ਦੁਕਾਨ ਇਕਬਾਲ ਸੰਧੂ ਨੂੰ ਤੁਸੀਂ ਦਿੱਤੀ ਹੈ ਹਲਕਾ ਖੰਡੂਰ ਸਾਹਿਬ ਦਾ ਜਿਹੜਾ ਹੈਗਾ ਆ, ਠੀਕ ਹੈ, ਅਕਾਲੀ ਦਲ ਦਾ 4000 ਰੁਪਏ ਕਿਰਾਏ ਤੇ, ਉਹਦਾ ਕੀ, ਉਹਦਾ ਵੀ ਦੱਸ ਦਿਓ ਸਪਸ਼ਟੀਕਰਨ ਦੇਣ ਵਾਸਤੇ। ਪ੍ਰਤਾਪ ਸਿੰਘ ਨੂੰ ਬੜੀ ਛੇਤੀ ਅੱਗੇ ਕਰ ਦਿੰਦੇ ਹੋ, ਉਹਨੂੰ ਕਿਹਾ ਇਹਦਾ ਵੀ ਸਪਸ਼ਟੀਕਰਨ ਦਿਓ, ਅੱਗੇ ਵੀ ਆਉਣਾ ਉਹਦੇ ਸਪਸ਼ਟੀਕਰਨ ਤੇ ਵੀ ਪ੍ਰਤਾਪ ਸਿੰਘ ਦੇ, ਠੀਕ ਹੈ? ਫੀਮ 'ਚ ਜਿਹੜਾ ਤੁਹਾਡਾ ਹੈਗਾ ਆ ਸਤਿੰਦਰ ਸਿੰਘ ਕਹਿ ਰਿਹਾ ਸੀ ਨਾ ਡੋਪ ਟੈਸਟ, ਉਹਨੂੰ ਕਿਹਾ ਪ੍ਰਤਾਪ ਸਿੰਘ ਨੂੰ ਲੈ ਕੇ ਆ ਜਾਵੇ ਨਾਲ, ਆਪਣੇ ਜਿੱਥੇ ਕਰਾਉਣਾ ਡੋਪ ਟੈਸਟ ਕਰਾ ਉੱਥੇ ਕਰਵਾ ਕੇ ਭੇਜ ਦਿਓ ਸੰਗਤ, ਮੈਂ ਭੇਜ ਦਾਂਗਾ, ਉਹਨਾਂ ਦੇ ਸਾਹਮਣੇ ਹੋਵੇ, ਤੁਹਾਡਾ ਕੋਈ ਪਤਾ ਨਹੀਂ ਕਿਸੇ ਹੋਰ ਦਾ ਹੀ ਖੂਨ ਕਢਵਾ ਕੇ ਤੇ ਡੋਪ ਟੈਸਟ ਕਰਵਾ ਕੇ ਨਾਮ ਪ੍ਰਤਾਪ ਸਿੰਘ ਦਾ ਲਗਵਾ ਕੇ। ਹੈ ਕਾਹਨੂੰ ਦੱਸਿਆ, ਤੁਹਾਡਾ ਤਾਂ ਦਿਮਾਗ ਵੀ ਇੰਨਾ ਕੰਮ ਨਹੀਂ ਸੀ ਕਰਨਾ। ਸਕੀਮ ਦੇਤੀ ਨਾ ਇੱਕ ਨਵੀਂ, ਚਲੋ ਖੈਰ ਰੱਬ ਦੇਖਦਾ। ਅੱਗੇ ਗੱਲ ਕਰਦੇ ਆ ਜੀ ਡੇਰਾ ਬਾਬਾ ਨਾਨਕ ਦੀ, ਠੀਕ ਹੈ ਜੀ ਸੰਗਤ ਜੀ। ਡੇਰਾ ਬਾਬਾ ਨਾਨਕ ਵਿਖੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਭੇਟ ਕੀਤੀ ਹੋਈ ਸੋਨੇ ਦੀ ਪਾਲਕੀ ਪਈ ਸੀ। ਉਹ ਪਾਲਕੀ ਕਿੱਥੇ ਗਈ ਇਹਨਾਂ ਨੂੰ ਪੁੱਛਣ ਵਾਲਾ ਹੀ ਆ, ਠੀਕ ਹੈ ਜੀ। ਉਹ ਪਾਲਕੀ ਅੱਜ ਡੇਰਾ ਬਾਬਾ ਨਾਨਕ ਨਹੀਂ ਹੈ। ਮੈਂ ਤੁਹਾਨੂੰ ਦੱਸ ਦਿੰਦਾ ਪਾਲਕੀ ਕਦੋਂ ਗੁੰਮ ਕੀਤੀ ਗਈ। ਸੰਗਤ ਜੀ 2018 ਵਿੱਚ ਜਦੋਂ ਕਰਤਾਰਪੁਰ ਲਾਂਘਾ ਖੁੱਲ੍ਹਦਾ ਆ ਤਾਂ ਇਸ ਗੁਰੂ ਘਰ ਦੀ ਚੰਗੀ ਭਲੀ ਇਮਾਰਤ ਸੀ। ਚੰਗੀ ਭਲੀ ਇਮਾਰਤ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਕਾਰ ਸੇਵਾ ਵਾਲੇ ਜਿਹੜੇ ਬਾਬੇ ਖਡੂਰ ਸਾਹਿਬ ਵਾਲੇ ਹੈਗੇ ਨੇ ਉਹਨਾਂ ਨੂੰ ਇਸ ਇਮਾਰਤ ਦੀ ਕਾਰ ਸੇਵਾ ਦੇ ਦਿੱਤੀ, ਠੀਕ ਹੈ। ਉਸ ਤੋਂ ਬਾਅਦ ਬਾਬਿਆਂ ਨੇ ਚੰਗੀ ਭਲੀ ਇਮਾਰਤ ਜਿਹੜੀ ਹੈ ਕਾਰ ਸੇਵਾ ਕਰਕੇ 23 ਫਰਵਰੀ ਆਈ ਥਿੰਕ 2021 ਦੇ ਵਿੱਚ ਕਾਰ ਸੇਵਾ ਉਹਦੀ ਕੰਪਲੀਟ ਹੋ ਗਈ ਸੀ। ਤੇ ਜਦੋਂ ਕੰਪਲੀਟ ਹੋ ਗਈ, ਨਵੀਂ ਇਮਾਰਤ ਤਿਆਰ ਹੋ ਗਈ, ਸਭ ਕੁਝ ਸੀਗਾ ਉਸ ਦੇ ਵਿੱਚ, ਸਿਰਫ ਤੇ ਸਿਰਫ ਉਹ ਮਹਾਰਾਜਾ ਰਣਜੀਤ ਸਿੰਘ ਵਾਲੀ ਪਾਲਕੀ ਨਹੀਂ ਸੀ ਸੋਨੇ ਦੀ। ਉਹ ਪਾਲਕੀ ਸੰਗਤ ਨੂੰ ਦੱਸੀ ਜਾਵੇ ਕਿੱਥੇ ਆ,
ਕਿਉਂਕਿ ਸੰਗਤ ਜੀ ਨਾ ਇਹ ਸੋਮਨਾਥ ਵਾਲੇ ਸੋਨੇ ਦੇ ਦਰਵਾਜ਼ੇ ਦੱਸਦੇ ਆ, ਨਾ ਡਿਉੜੀ ਵਾਲੇ ਦਰਵਾਜ਼ੇ ਦੱਸਦੇ ਆ ਕਿੱਥੇ ਆ, ਨਾ ਅੰਦਰ ਸੋਨੇ ਦੇ ਪਏ ਲੈਂਪ ਦੱਸਦੇ ਆ, ਠੀਕ ਹੈ, ਨਾ ਇਹ ਦੱਸਦੇ ਆ ਵੀ ਉਹ ਜਿਹੜਾ ਰੇਸ਼ਮ ਸਿੰਘ ਸੀਗਾ ਉਹਨੇ 7 ਕਿਲੋ ਸੋਨਾ ਵੇਚਿਆ ਉਹ ਕਿੱਥੇ ਗਿਆ। ਮਤਲਬ ਇਹ ਸਾਰੀਆਂ ਚੀਜ਼ਾਂ ਹੁਣ ਅਗਰ ਧਾਮੀ ਸਾਹਿਬ ਪ੍ਰਤਾਪ ਸਿੰਘ ਜੀ ਕਿਸੇ ਨੂੰ ਵੀ ਕਹੋਗੇ ਨਾ ਆ ਬਸ ਇੰਨੇ ਸਵਾਲਾਂ ਦਾ ਜਵਾਬ ਦੇ ਦਿਓ ਜਿਹੜੇ ਮੈਂ ਪਹਿਲਾਂ ਪੁੱਛੇ ਆ, ਘਾਟੇ 'ਚ ਕਿੱਦਾਂ ਗਈਆਂ ਇਮਾਰਤਾਂ, ਠੀਕ ਹੈ। ਆ ਜਿਹੜਾ ਹੈਗਾ ਤੁਹਾਡਾ ਇਕਬਾਲ ਸਿੰਘ ਸੰਧੂ, ਠੀਕ ਹੈ, ਇਹਨੂੰ ਕਿਉਂ ਦਿੱਤੀ ਹੋਈ ਹੈ ਇੰਚਾਰਜ ਨੂੰ, ਅਕਾਲੀ ਦਲ ਦੇ ਨੂੰ, ਠੀਕ ਹੈ, ਗੁਰੂ ਅਰਜਨ ਦੇਵ ਨਿਵਾਸ ਦੇ ਵਿੱਚ ਹੀ ਆ, ਹਾਂ ਗੁਰੂ ਅਰਜਨ ਦੇਵ ਨਿਵਾਸ ਦੇ ਵਿੱਚ ਹੈ ਦੁਕਾਨ ਇਹ, ਉਹਨੂੰ 4000 ਤੇ ਕਿਉਂ ਦਿੱਤੀ, ਜਾਂ ਸੰਗਤ 1 ਲੱਖ ਰੁਪਏ ਦੇ ਵਿੱਚ ਦੇਣ ਨੂੰ ਤਿਆਰ ਹੈ ਤੁਹਾਨੂੰ ਉਸ ਦੁਕਾਨ ਦਾ ਕਿਰਾਇਆ, ਠੀਕ ਹੈ। ਉਸ ਤੋਂ ਬਾਅਦ ਆ ਜਿਹੜੇ ਸਵਾਲ ਪੁੱਛੇ ਆ, ਠੀਕ ਹੈ, ਪਾਲਕੀ ਕਿੱਥੇ ਆ, ਲੈਂਪ ਕਿੱਥੇ ਨੇ ਸੰਗਤ ਵੱਲੋਂ ਚੜਾਏ ਹੋਏ ਸੋਨੇ ਦੇ, ਦਰਵਾਜ਼ੇ ਕਿੱਥੇ ਨੇ ਸੋਮਨਾਥ ਮੰਦਿਰ ਦੇ, ਦਰਵਾਜ਼ਾ ਕਿੱਥੇ ਨੇ ਦਰਸ਼ਨੀ ਡਿਊਟੀ ਦੇ, ਅਸਲੀ ਵਾਲੇ, ਨਾਟਕ ਨਹੀਂ, ਠੀਕ ਹੈ ਸੰਗਤ ਜੀ। ਮਤਲਬ ਜਿਹੜੀਆਂ ਵੀ ਮਹਿੰਗੀਆਂ ਚੀਜ਼ਾਂ ਜਿੱਥੇ ਹੱਥ ਵੱਜਦਾ ਇਹ ਕੱਖ ਨਹੀਂ ਛੱਡਦੇ, ਕੁਛ ਵੀ ਨਹੀਂ ਛੱਡਦੇ। ਉਸ ਤੋਂ ਇਲਾਵਾ ਅੱਗੇ ਆ ਜਾਓ, ਭਾਈ ਰਣਜੀਤ ਸਿੰਘ ਜਥੇਦਾਰ ਸਾਬਕਾ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੇ ਵੀ ਇਹ ਟੌਪਿਕ ਚੱਕਿਆ ਸੀਗਾ। ਚੋਲਾ ਸਾਹਿਬ ਦੀ ਤਕਰੀਬਨ 450 ਏਕੜ ਜ਼ਮੀਨ ਹੈ, ਠੀਕ ਹੈ ਜੀ। ਉਹ ਮੈਨੂੰ ਦੱਸ ਦਿਓ ਵੀ ਪਿਛਲੇ 5 ਸਾਲ ਦਾ 10 ਸਾਲ ਦਾ ਦੇ ਦਿਓ ਵੀ ਬਿਊਰਾ ਵੀ ਉਹਦਾ ਪੈਸਾ ਕਿੱਥੋਂ ਆ ਰਿਹਾ ਹੈ, ਕਿਹਨੂੰ ਤੁਸੀਂ ਪੱਟੇ ਤੇ ਚੜਾਈ ਹੈ, ਕਿਹਨੂੰ ਦਿੱਤੀ ਹੋਈ ਹੈ। ਉਸ ਤੋਂ ਇਲਾਵਾ ਆਈ ਥਿੰਕ 80 ਤੋਂ ਪਲੱਸ ਦੁਕਾਨਾਂ ਹੋਣਗੀਆਂ ਉੱਥੇ, ਉਹ ਕਾਹਨੂੰ ਇੱਕੋ ਹੀ ਬੰਦੇ ਨੂੰ ਦਿੱਤੀਆਂ ਹੋਈਆਂ, ਉਹਦੇ ਅੱਗੇ ਟੱਬਰਾਂ ਨੂੰ ਦਿੱਤੀਆਂ ਆ। 100 ਰੁਪਏ ਜਾਂ 200 ਰੁਪਏ ਮਤਲਬ ਕਿਰਾਇਆ ਉਹਦਾ ਆਉਂਦਾ ਆ। ਦੱਸੋਗੇ? ਪ੍ਰਤਾਪ ਸਿੰਘ ਨੇ ਉਸ ਤੋਂ ਬਾਅਦ ਸਪਸ਼ਟੀਕਰਨ ਵੀ ਦਿੱਤਾ ਹੋਇਆ ਇਸ ਦੇ ਉੱਤੇ। ਉਹਨੇ ਕਿਹਾ ਆ ਕਿ 26000 ਰੁਪਇਆ ਪਰ ਏਕੜ ਦਾ ਕਿਰਾਇਆ ਸਾਨੂੰ ਆ ਰਿਹਾ ਹੈ। ਉਹ 26000 ਪਰ ਏਕੜ ਦਾ, ਅਗਰ 450 ਏਕੜ ਦਾ ਕਿਰਾਇਆ 26000 ਦੇ ਹਿਸਾਬ ਨਾਲ ਆ ਰਿਹਾ, ਉਹ ਵੀ ਜਨਤਕ ਕਰਕੇ ਦਿਖਾਇਆ ਜਾਵੇ ਕਿੱਥੇ ਆ ਰਿਹਾ ਆ। ਬੋਲਣ ਦੇ ਨਾਲ ਨਹੀਂ, ਤੁਹਾਡੀ ਜ਼ੁਬਾਨ ਤੇ ਤਾਂ ਭਰੋਸਾ ਹੀ ਹੈ ਨਹੀਂਗਾ। ਤੇ ਵੈਸੇ ਵੀ ਮੈਨੂੰ ਇਹ ਵੀ ਦੱਸਿਆ ਜਾਵੇ ਵੀ 26000 ਰੁਪਏ ਏਕੜ ਉਪਜਾਊ, ਜਿੱਥੇ ਚੰਗਾ ਝੋਨਾ ਹੋ ਰਿਹਾ ਹੈ, ਜਿੱਥੇ ਚੰਗੀ ਕਣਕ ਹੋ ਰਹੀ ਹੈ, ਜਿੱਥੇ ਚੰਗੇ ਹੋਰ ਫਸਲਾਂ ਹੋ ਰਹੀਆਂ ਪੰਜਾਬ ਦੇ ਵਿੱਚ, ਕਿਹੜੇ ਖੀਤੇ ਦੇ ਵਿੱਚ ਤੁਹਾਨੂੰ 26000 ਰੁਪਏ ਏਕੜ ਕਿੱਲੇ ਦਾ ਮਿਲ ਰਿਹਾ ਆ? ਦੱਸੋਗੇ? 30000 ਅਸੀਂ ਦੇਣ ਨੂੰ ਤਿਆਰ ਹਾਂ। 450 ਏਕੜ ਵਿਹਲੀ ਕਰਾਓ ਜਿਹਦੇ ਕੋਲ ਵੀ ਹੈਗੀ ਹੈ। ਸੰਗਤ ਦੇਖ ਰਹੀ ਹੈ, ਸੰਗਤ ਜੀ ਨੀਚੇ ਕਮੈਂਟਾਂ ਦੇ ਵਿੱਚ ਦੱਸ ਦਿਓ, ਠੀਕ ਹੈ। ਇਹਨਾਂ ਨੇ 26 ਨੂੰ ਦਿੱਤੀ ਹੈ, ਇਹਨਾਂ ਨੂੰ 4000 ਵੱਧ ਦਿੰਦੇ ਆ, 450 ਏਕੜ। ਦੱਸ ਦਿਓ ਕਿੰਨੇ ਜਾਣੇ ਐਗਰੀ ਹੋ, ਠੀਕ ਹੈ ਜੀ। ਚੋਲਾ ਸਾਹਿਬ ਤੇ ਜਿਹੜੀ ਜ਼ਮੀਨ ਹੈਗੀ ਹੈ ਖੇਤੀਬਾੜੀ ਵਾਲੀ, ਇਹਨਾਂ ਨੂੰ ਨਾ ਐਕਚੁਅਲੀ ਅੱਜ ਤੱਕ ਪਹਾੜੇ ਕਿਸੇ ਨੇ ਸਿਖਾਏ ਨਹੀਂ ਪੜ੍ਹਨੇ, ਇਹਨਾਂ ਨੂੰ ਪਹਾੜੇ ਪੜ੍ਹਨੇ ਹੁਣ ਅਸੀਂ ਸਿਖਾਵਾਂਗੇ, ਕਿਉਂਕਿ ਇਹਨਾਂ ਨੇ ਆਪਣੀ ਜੱਦੀ ਜਗੀਰ ਜਿੱਦਾਂ ਹੁੰਦੀ ਹੈ ਨਾ ਉਹ ਸਮਝਦੇ। ਅੱਗੇ ਤੁਹਾਨੂੰ ਹੋਰ ਕਰਤੂਤ ਦੱਸਦੇ ਇਹਨਾਂ ਦੀ, ਅੱਗੇ ਹੋਰ ਦੱਸਦਾ ਕਰਤੂਤ, ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਜਿਹੜੇ ਮੈਂ 52 ਕਿੱਲੇ 1 ਟੱਕ ਗੱਲ ਕੀਤੀ ਸੀ ਨਾ ਦਮਦਮਾ ਸਾਹਿਬ, ਉਹਦਾ ਤੁਹਾਨੂੰ ਦੱਸਦਾ ਇਹਨਾਂ ਨੇ ਕੀ ਕੀਤਾ ਆ। ਮੈਨੂੰ ਪਤਾ ਆ ਕੀ ਕੀਤਾ ਇਹਨਾਂ ਨੇ, ਕਿਹਨੂੰ ਦਿੱਤੀ, ਪਰ ਅੱਜ ਸਿਰਫ ਤਾਕੀਦ ਕਰ ਰਿਹਾ ਆ ਉਸ ਦੀ। ਜੇ ਇਹਨਾਂ ਨੇ ਰੋਕ ਲਿਆ ਤਾਂ ਠੀਕ ਹੈ, ਨਹੀਂ ਤਾਂ ਅਗਲੀ ਵਾਰ ਬਾਏ ਨੇਮ ਦੱਸੂਗਾ ਵੀ ਕਿਹਨੇ ਕੀ ਕੀਤਾ ਤੇ ਕਿਉਂ ਕੀਤਾ ਤੇ ਕਿਹਦੇ ਵਾਸਤੇ ਕੀਤਾ, ਠੀਕ ਹੈ। ਹੁਣ ਆਹ ਜਿਹੜੀ ਚੀਜ਼ ਹੈਗੀ ਆ, ਦੁਕਾਨਾਂ ਜੋ ਵੀ ਤੁਸੀਂ ਹੈਗਾ ਤਾਮਜਾਮ ਆਪਣਾ ਸਾਂਭ ਲਓ। ਚੋਲਾ ਸਾਹਿਬ ਦੀ ਜਿਹੜਾ ਪ੍ਰਤਾਪ ਨੂੰ ਬਿਠਾ ਕੇ ਖਾਨਾ ਪੂਰਤੀ ਕੀਤੀ ਹੈ ਨਾ ਜਵਾਬ ਦੇਣ ਦੀ, ਉਹ ਖਾਨਾ ਪੂਰਤੀ ਨਹੀਂ ਚਾਹੀਦੀ। ਉਹਨੇ ਆਪ ਹੀ ਕਹਿਤਾ ਕਿ 26000 ਰੁਪਏ ਪਰ ਏਕੜ ਆ ਰਿਹਾ। ਮੈਂ ਕਹਿ ਰਿਹਾ 30000 ਰੁਪਏ ਸੰਗਤ ਦੇਣ ਨੂੰ ਤਿਆਰ ਆ ਪਰ ਏਕੜ ਦਾ, ਖਾਲੀ ਕਰਾਓ। ਨਾਲੇ ਇਹ ਵੀ ਦੱਸੋ ਵੀ ਪਟਾ ਹੈ ਕਿਹਦੇ ਨਾਮ ਤੇ, ਠੀਕ ਹੈ। ਤੁਹਾਡੇ ਮੈਂਬਰਾਂ ਦੀ ਤੁਸੀਂ ਬਹੁਤ ਜੀ ਹਜ਼ੂਰੀ ਕਰ ਲਈ, ਤਾਂ ਹੀ ਇਲੈਕਸ਼ਨ ਨਹੀਂ ਕਰਵਾ ਰਹੇ, ਤਾਂ ਹੀ ਇਲੀਗਲ ਬੋਡੀ ਹੋਣ ਦੇ ਬਾਵਜੂਦ ਵੀ ਕੁੰਡਲੀ ਮਾਰ ਕੇ ਸੱਪਾਂ ਵਾਂਗ ਬੈਠੇ ਆ ਆਪਣੀ ਆਪਣੀ ਥਾਂ ਤੇ। ਲੁੱਟੋ, ਹੱਲੇ ਚਾਂਸ ਹੈਗਾ ਸਾਡੇ ਕੋਲ, ਪਤਾ ਨਹੀਂ 6 ਮਹੀਨੇ ਨੂੰ ਵੋਟਾਂ ਪੈ ਜਾਣ, ਪਤਾ ਨਹੀਂ 3 ਮਹੀਨੇ ਨੂੰ ਵੋਟਾਂ ਪੈ ਜਾਣ। ਲੁੱਟੋ ਸਭ ਫਟਾਫਟ, ਵੇਚੋ ਜ਼ਮੀਨਾਂ ਜਿੰਨੀਆਂ ਵਿਕਦੀਆਂ ਨੇ, ਖਾ ਲਓ। ਉਸ ਤੋਂ ਬਾਅਦ ਕੋਈ ਗੱਲ ਨਹੀਂ, ਔਲਾਦ ਸੁਖੀ ਰਹੂਗੀ, ਚੱਲ ਜਾਂਗੇ 2-4 ਸਾਲ ਵਾਸਤੇ ਜੇ ਅੰਦਰ ਜਾਣਾ ਵੀ ਪਿਆ। ਇਹਨਾਂ ਦੀ ਸੰਗਤ ਦੀ ਆਹੀ ਮੈਂਟੈਲਿਟੀ ਆ, ਹੋਰ ਇਸ ਤੋਂ ਉੱਤੇ ਦੀ ਇਹ ਸੋਚ ਨਹੀਂ ਸਕਦੇ। ਖੈਰ ਅੱਗੇ ਆਇਓ ਜੀ, ਕਰੋੜਾਂ ਦਾ ਇੱਕ ਹੋਰ ਘਪਲਾ, ਠੀਕ ਹੈ। ਅਜੇ ਵੀ ਸੰਗਤ ਜੀ ਇਸ ਘਪਲੇ ਨੂੰ ਅਸੀਂ ਰੋਕ ਸਕਦੇ ਹਾਂ ਜੇ ਰੋਕਣਾ ਚਾਹੀਏ। ਇਹ ਘਪਲਾ ਹੋਇਆ ਜੀ ਸਾਬੋ ਕੀ ਤਲਵੰਡੀ, ਜਿੱਥੇ ਇਹਨਾਂ ਨੇ ਮਤਲਬ 52 ਏਕੜ 1 ਟੱਕ ਜ਼ਮੀਨ ਕਿਸੇ ਨੂੰ, ਬਸ ਤੁਸੀਂ ਇਹ ਕਹਿ ਦਿਓ ਵੀ ਕਰੋੜਾਂ ਰੁਪਈਆ ਲੈ ਕੇ ਦਾਨ ਕਰਤੀ, ਠੀਕ ਹੈ। ਹੁਣ ਇਹ ਜਿਹੜੀ ਜ਼ਮੀਨ ਸੀ ਇਹਦਾ ਤਬਾਦਲਾ ਕੀਤਾ ਗਿਆ। ਤਬਾਦਲਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿਹਦੇ ਨਾਲ ਕੀਤਾ ਗਿਆ। ਇਹ 52 ਏਕੜ ਜਿਹੜੀ ਜ਼ਮੀਨ ਹੈਗੀ ਹੈ, ਇਹ ਬਹੁਤ ਹੀ ਉਪਜਾਊ ਤੇ ਗੁਰੂ ਘਰ ਦੀ ਜੱਦੀ ਜ਼ਮੀਨ ਹੈ, ਬਹੁਤ ਪੁਰਾਣੀ ਜ਼ਮੀਨ ਹੈ। 1 ਟੱਕ 52 ਕਿੱਲੇ ਤੁਸੀਂ ਸਮਝ ਸਕਦੇ ਹੋ ਕੀ ਮਾਇਨੇ ਰੱਖਦੇ ਹੋਣਗੇ। ਪਰ ਇਹਨਾਂ ਨੇ ਤਬਾਦਲਾ ਪਤਾ ਕਿਹੜਾ ਕਰਵਾਇਆ ਹੈ? ਕਿਉਂਕਿ ਜਿਹੜੀ ਸੰਸਥਾ ਨੇ ਲਿੱਤਾ ਨਾ, ਉਹਨਾਂ ਦੇ ਮਤਲਬ ਸਿੱਖ ਇੰਸਟੀਚਿਊਟ ਕਾਫੀ ਚੱਲਦੇ ਨੇ ਜਿਹਨਾਂ ਨੂੰ ਇਹਨਾਂ ਨੇ ਤਬਾਦਲਾ ਕਰਵਾਇਆ ਹੈ। ਨਾਮ ਨਹੀਂ ਲੈਣਾ ਮੈਂ, ਲੋੜ ਪਈ ਅਗਲੀ ਵਾਰ ਲਾਉਂਗਾ, ਪਤਾ ਆ ਮੈਨੂੰ। ਫਿਰ ਇਹਨਾਂ ਨੇ ਕੀ ਕੀਤਾ ਵੀ ਉਹਨਾਂ ਦੇ ਕੋਲ ਜਿਹੜੀ ਪੰਚਾਇਤੀ ਜ਼ਮੀਨ, ਜਿੱਦਾਂ ਪਿੰਡਾਂ ਵਿੱਚ ਕਹਿ ਦਿੰਦੇ ਨੇ ਵੀ ਕੋਈ ਗੱਲ ਨਹੀਂ ਜੀ ਤੁਸੀਂ ਇੱਥੇ ਇੰਸਟੀਚਿਊਟ ਖੋਲ੍ਹ ਲਿਓ, ਪੰਚਾਇਤੀ ਜ਼ਮੀਨ ਇਹਨਾਂ ਨੂੰ ਦੇਤੀ, ਇੱਕ ਪਿੰਡ ਨੇ ਦੇਤੀ, ਦੂਜੇ ਨੇ ਦੇਤੀ, ਤੀਜੇ ਨੇ ਦੇਤੀ, ਚੌਥੇ ਨੇ ਦੇਤੀ, ਠੀਕ ਹੈ, ਚੰਗੇ ਕਾਰਜ ਵਾਸਤੇ, ਠੀਕ ਹੈ।
ਇੱਕ ਸੰਸਥਾ ਨੂੰ ਦੇਤੀ, ਸਪੋਜ਼ ਕਰੋ ਮਤਲਬ XYZ ਕੋਈ ਵੀ ਸੰਸਥਾ ਲਾ ਲਓ, ਉਹਨੂੰ ਦੇਤੀ, ਠੀਕ ਹੈ। ਹੁਣ ਚਲੋ ਪ੍ਰੀਤ ਸਿੰਘ ਸੈਣੀ ਸੰਸਥਾ ਹੈ, ਮੇਰੇ ਬਹੁਤ ਸਾਰੇ ਕਾਲਜ ਜਾਂ ਸਕੂਲ ਨੇ, ਮੈਨੂੰ ਦੇਤੀ, ਅਲੱਗ-ਅਲੱਗ ਕਈ ਪਿੰਡਾਂ ਨੇ, ਪੰਚਾਇਤੀ ਜ਼ਮੀਨ, ਬਟਾ ਮੇਰੇ ਨਾਮ ਤੇ ਚੜਿਆ ਹੋਣਾ ਜ਼ਮੀਨਾਂ ਦਾ ਫਿਰ, ਕਿਉਂਕਿ ਮੈਨੂੰ ਦੇਤੀ ਹੈ, ਮੇਰੇ ਇੰਸਟੀਚਿਊਟ ਨੂੰ ਦੇਤੀ ਹੈ। ਹੁਣ ਇਹਨਾਂ ਨੇ ਹੀ ਕੀਤਾ, ਅਲੱਗ-ਅਲੱਗ ਪਿੰਡਾਂ ਦੇ ਵਿੱਚ ਕਿਸੇ ਦੇ 4 ਏਕੜ, ਕਿਸੇ ਦੇ 5 ਏਕੜ, ਕਿਸੇ ਦੇ 7 ਏਕੜ, ਕਿਸੇ ਦੇ ਮਤਲਬ 4-5 ਏਕੜ, ਉੱਦਾਂ ਜ਼ਮੀਨਾਂ ਅਲੱਗ-ਅਲੱਗ ਪਿੰਡਾਂ ਦੀਆਂ ਜਿਹੜੀਆਂ ਨੇ ਉਹ ਇਕੱਠੀਆਂ ਲੈ ਕੇ 52 ਏਕੜ ਇੱਕ ਟੱਕ ਕਿਸੇ ਨੂੰ ਦੇਤੀ, ਤੇ ਦਿੱਤੀ ਜਿਹਨੇ ਹੈਗੀ ਹੈ, ਜਿਹਦੀ ਕਿਰਪਾ ਨਾਲ ਹੋਇਆ ਇਹ ਸਭ ਕੁਝ ਤਬਾਦਲਾ, ਉਹ ਨੇ ਜੀ ਰੈਵਨਿਊ ਵਿਭਾਗ ਦੇ ਇਹਨਾਂ ਦੇ ਸਕੱਤਰ, ਉਹਨਾਂ ਦੀ ਕਿਰਪਾ ਦੇ ਨਾਲ ਇਹ ਸਾਰੇ ਤਬਾਦਲੇ ਹੋਏ ਨੇ, ਠੀਕ ਹੈ ਜੀ, ਜਿਸ ਦੀ ਰਜਿਸਟਰੀ ਵੀ ਹੋ ਚੁੱਕੀ ਹੈ, ਪਰ ਅਜੇ ਤੱਕ ਇੰਤਕਾਲ ਨਹੀਂ ਚੜਿਆ। ਇਸ ਕਰਕੇ ਕਹਿਣਾ ਧਾਮੀ ਸਾਹਿਬ, ਇੰਤਕਾਲ ਨਹੀਂ ਚੜਿਆ ਹੋਇਆ ਹਲੇ ਤੱਕ, ਠੀਕ ਹੈ ਜੀ, ਇਸ ਕਰਕੇ ਰੋਕ ਸਕਦੇ ਹੋ, ਰੋਕ ਲਓ। ਤੁਹਾਡੇ ਆਕਾ ਨੇ ਜਿੰਨੇ ਨੋਟ ਕਮਾਣੇ ਸੀ ਕਮਾ ਲਏ ਆ, ਇਹ ਅਗਰ ਗਈ ਤਾਂ ਫਿਰ ਸੰਗਤ ਜੀ ਮੈਂ ਇਹੀ ਬੇਨਤੀ ਕਰਾਂਗਾ ਵੀ ਜੇ ਹੁਣ ਵੀ ਤੁਸੀਂ ਆ ਵੀ ਇੰਤਕਾਲ ਜੇ ਹੋ ਜਾਂਦਾ, ਸਭ ਕੁਝ ਹੋ ਜਾਂਦਾ, ਤਾਂ ਫਿਰ ਮੈਂ ਇਹੀ ਸੋਚਾਂਗਾ ਵੀ ਕਿਸੇ ਦੀ ਜ਼ਮੀਰ ਜਾਗਦੀ ਨਹੀਂ ਹੈਗੀ, ਸਾਰਿਆਂ ਦੀਆਂ ਜ਼ਮੀਰਾਂ ਮਰ ਗਈਆਂ ਆ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਗੁਰੂ ਘਰਾਂ 'ਚ ਜੋ ਮਰਜ਼ੀ ਹੋਵੇ। ਜਿਹੜੇ ਮੈਨੂੰ ਕਹਿੰਦੇ ਨੇ ਨਾ ਕਾਲ ਦੇ ਸੈਣੀ, ਕਾਲ ਦੇ, ਮੈਨੂੰ ਐਂ ਲੱਗਦਾ ਜਿੱਦਣ ਮੈਂ ਕਾਲ ਦਿੱਤੀ ਉਦੋਂ ਕਿਸੇ ਨੇ ਆ ਕੇ ਖੜਨਾ ਨਹੀਂ, ਉਦੋਂ ਬਸ ਆ 10-50 ਬੰਦੇ ਜਿਹੜੇ ਹੋਣਗੇ, 10-20-50 ਜਿਹੜੇ ਆਪਣੀਆਂ ਜਾਨਾਂ ਤੱਕ ਵਾਰਨ ਨੂੰ ਤਿਆਰ ਨੇ, ਜਿਹੜੇ ਕਹਿੰਦੇ ਨੇ ਕਿ ਹਾਂ ਗੁਰਦੁਆਰਾ ਸੁਧਾਰ ਲਹਿਰ ਇੱਕ ਵਾਰ ਫੇਰ ਤੋਂ ਸ਼ੁਰੂ ਹੋ ਗਈ ਹੈ ਸੈਣੀ, ਸਾਨੂੰ ਸਿਰ ਵੀ ਦੇਣੇ ਪਏ ਅਸੀਂ ਦੇਵਾਂਗੇ, ਪਰ ਆਹ ਗੰਦ ਅਸੀਂ ਕੱਢਣਾ ਆ। ਬਸ ਉਹੀ 50-100 ਮੈਨੂੰ ਲੱਗਦਾ ਹੋਊਗਾ। ਜਿਹੜਾ ਕਹਿੰਦੇ ਹੋ ਨਾ ਸਾਡਾ ਪੂਰਾ ਪਿੰਡ ਤਿਆਰ ਆ, ਜਿਹੜਾ ਕਹਿੰਦੇ ਹੋ ਵੀ ਸਾਡਾ ਪੂਰਾ ਦਾ ਪੂਰਾ ਪਰਿਵਾਰ ਤਿਆਰ ਆ, ਅਸੀਂ ਨੌਜਵਾਨ, ਅਸੀਂ ਨਿਹੰਗ ਸਿੰਘ ਹੈਗੇ ਆ, ਠੀਕ ਹੈ, ਸਾਡੇ ਇੰਨੇ ਸਿੰਘ ਤਿਆਰ ਆ, ਤੁਸੀਂ ਦੱਸਿਓ ਅਸੀਂ ਫੌਜਾਂ ਲੈ ਕੇ ਪਹੁੰਚਾਂਗੇ। ਮੈਨੂੰ ਇਹ ਫਿਰ ਖਾਨਾ ਪੂਰਤੀਆਂ ਜਿਹੀਆਂ ਲੱਗਦੀਆਂ ਨੇ, ਠੀਕ ਹੈ। ਜ਼ਮੀਨ ਦਾ ਸਾਰਾ ਬਿਊਰਾ ਚਾਹੀਦਾ ਹੋਗਾ ਦੇ ਦਾਂਗਾ, ਪਰ ਆਹ ਅਗਰ ਤਬਾਦਲੇ ਜੇ ਹੋ ਜਾਂਦੇ ਨੇ ਤਾਂ ਫਿਰ ਸਾਡੇ ਤੋਂ ਵੱਡਾ ਗੁਨੇਗਾਰ ਕੋਈ ਨਹੀਂ ਹੋਏਗਾ, ਕਿਉਂਕਿ ਹੁਣ ਸਾਨੂੰ ਪਤਾ ਲੱਗ ਗਿਆ ਵੀ ਆਹ ਜ਼ਮੀਨ ਦਾ ਤਬਾਦਲਾ ਹੋ ਰਿਹਾ ਹੈ। ਇਸ ਲਈ ਸਾਡਾ ਫਰਜ਼ ਬਣਦਾ ਆ, ਵੈਸੇ ਤਾਂ ਪ੍ਰਤਾਪ ਸਿੰਘ ਦਾ ਹੀ ਫਰਜ਼ ਬਣਦਾ ਦੱਸ ਹੀ ਦੇਵੇ, ਬੜੀਆਂ ਐਕਸਪਲੇਨੇਸ਼ਨ ਦਿੰਦੇ ਹੋ ਨਾ, ਇੱਥੇ ਵੀ ਦੇ ਦਿਓ 52 ਕਿੱਲੇ ਕਿਹਨੂੰ ਦਿੱਤੇ ਨੇ, ਠੀਕ ਹੈ। ਫਰਦਾਂ ਚਾਹੀਦੀਆਂ ਹੋਣਗੀਆਂ ਜਾਂ ਹੋਰ ਕੁਝ ਚਾਹੀਦਾ ਹੋਊਗਾ ਪ੍ਰੂਫ ਤਾਂ ਦੱਸ ਦਿਓ। ਬਹੁਤ ਜ਼ਿਆਦਾ ਤੁਹਾਨੂੰ ਹੈ ਨਾ ਐਕਸਪਲੇਨੇਸ਼ਨਸ ਦੇਣ ਦੀ, ਇਹਨਾਂ ਦੇ ਉੱਤੇ ਦਿਓ। ਦੇਖ ਤੇ ਦੇਤੀ ਭਾਈ ਰਣਜੀਤ ਸਿੰਘ ਜੀ ਨੇ ਜਦੋਂ ਚੌਲਾ ਸਾਹਿਬ ਦਾ ਚੱਕਿਆ ਉਹ 'ਤੇ ਦੇਤੀ, ਇੱਥੇ ਵੀ ਦਿਓ, ਫਿਰ ਮੰਨੂ ਮੈਂ। ਖੈਰ ਸਿੱਖੋ, ਮੈਂ ਬਾਰ-ਬਾਰ ਇਹ ਬੇਨਤੀ ਕਰਦਾ ਕਿ ਭਾਈ ਰਣਜੀਤ ਸਿੰਘ ਜੀ ਦਿਨ ਰਾਤ ਇੱਕ ਕਰ ਰਹੇ ਨੇ, ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੀਆਂ ਵੋਟਾਂ ਬਣਵਾਈਏ, ਬਾਣੀ ਦੇ ਧਾਰਨੀ ਬਣੀਏ, ਅੰਮ੍ਰਿਤ ਛਕੀਏ ਤੇ ਵੋਟਾਂ ਬਣਵਾਈਏ, ਤਾਂ ਜੋ ਇਹ ਮਰਿਆ ਸੱਪ ਜਿਹੜਾ ਸਾਡੇ ਗਲੇ 'ਚ ਪਿਆ ਆ, ਚੰਗੀ ਭੋਲੀ ਸਾਡੀ ਜਿਹੜੀ ਸਰਮੋਰ ਸੰਸਥਾ ਸੀ ਇਹਨਾਂ ਨੇ, ਜਿਹਨਾਂ ਨੇ ਬੇੜਾ ਗਰਕ ਉਹਦਾ ਕੀਤਾ ਆ, ਉਹ ਤਖਤ, ਜੇ ਇਸ ਤਖਤ ਦੇ ਉੱਤੇ ਬਹਿ ਕੇ ਉਹ ਫੈਸਲੇ ਦਿੱਤੇ ਜਾਂਦੇ ਸੀ ਜਿਹੜੇ ਕੋਟਾ ਕਚਹਿਰੀਆਂ 'ਚ ਨਹੀਂ ਸੀ ਹੁੰਦੇ, ਉਹ ਤਖਤ ਤੇ ਇਹ ਸੰਸਥਾ ਸਾਨੂੰ ਹੁਣ ਆਜ਼ਾਦ ਕਰਾਉਣੀ ਪੈਣੀ ਹੈ। ਜਾਗਦੀਆਂ ਜ਼ਮੀਰਾਂ ਵਾਲੇ ਸਾਨੂੰ ਉੱਥੇ ਬਿਠਾਉਣੇ ਪੈਣੇ ਨੇ, ਠੀਕ ਹੈ, ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਨੇ। ਚਾਹੇ ਤੁਸੀਂ ਭਾਈ ਰਣਜੀਤ ਸਿੰਘ ਨੂੰ ਹੀ ਐਜ਼ ਜਥੇਦਾਰ ਦੇਖਦੇ ਹੋ, ਮੈਂ ਕਹਿੰਦਾ ਆ ਬਹੁਤ ਸਾਰੇ ਨੇ ਜਿਹੜੇ ਸਵਾਲ ਚੱਕਦੇ ਨੇ ਵੀ ਉਹਨਾਂ ਵਿੱਚ ਵੀ ਕਮੀਆਂ ਨੇ ਜੀ, ਉਹ ਵੀ ਕਿਸੇ ਨਾਲ ਜ਼ਿਆਦਾ ਪਿਆਰ ਦੇ ਨਾਲ ਨਹੀਂ ਚੱਲਦੇ, ਪਰ ਕਦੀ ਉਹਨਾਂ ਨਾਲ ਬਹਿ ਕੇ ਦੇਖਿਓ। ਬਹੁਤ ਸਾਰੇ ਮੈਨੂੰ ਕਹਿੰਦੇ ਨੇ ਵੀ ਕਿਆ ਕਰੋ ਕਿ ਭਾਈ ਵਡਾਲਾ ਹੋ ਗਏ, ਭਾਈ ਰਣਜੀਤ ਸਿੰਘ ਹੋ ਗਏ, ਜਾਂ ਮਾਨ ਸਾਹਿਬ ਹੋ ਗਏ, ਸਿਰ ਜੋੜ ਕੇ ਇੱਕੋ ਡੰਡਾ ਇੱਕੋ ਝੰਡਾ ਕਰ ਲੈਣ। ਮੈਂ ਬਹੁਤ ਵਾਰ ਗੱਲ ਕਰਕੇ ਦੇਖੀ ਹੈ, ਸਾਰਿਆਂ ਨਾਲ ਗੱਲ ਕਰਕੇ ਦੇਖੀ ਹੈ। ਇੱਕ ਧਾਰਮਿਕ ਸਮਾਗਮ ਦੇ ਉੱਤੇ ਭਾਈ ਵਡਾਲਾ ਵੀ ਸੀ, ਮੈਂ ਵੀ ਸੀ, ਭਾਈ ਰਣਜੀਤ ਸਿੰਘ ਵੀ ਸੀ, ਸਾਹਮਣੇ ਗੱਲਾਂ ਹੋਈਆਂ, ਪਰ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਨਿਕਲ ਕੇ, ਜਿਸ ਤੋਂ ਬਾਅਦ ਲੱਗਦਾ ਵੀ ਇਹ ਚੀਜ਼ ਪੋਸੀਬਲ ਨਹੀਂ ਹੈ। ਪੋਸੀਬਲ ਹੋ ਸਕਦੀ ਹੈ ਜੇਕਰ ਅਸੀਂ ਹਰ ਥਾਂ ਦੇ ਉੱਤੇ ਸੱਚੇ ਹੋ ਕੇ ਆਪਣੇ ਸਿੰਘਾਂ ਦੇ ਨਾਲ ਤੁਰੀਏ, ਪਰ ਕਈ ਹੈਗੇ ਨੇ ਜਿਹੜੇ ਕਰਪਟ ਨੇ, ਵਿੱਚੋਂ ਉੱਤੋਂ ਪੰਥਕ ਮਖੌਟੇ ਜਿਹੜੇ ਨੇ ਪਾਏ ਹੋਏ ਨੇ, ਪਰ ਅੰਦਰੋਂ ਉਹ ਕੁਝ ਜਿਹੀਆਂ ਚਾਲਾਂ ਚੱਲਦੇ ਨੇ ਔਨ ਟਾਈਮ ਦੇ ਉੱਤੇ ਆ ਕੇ, ਐਨ ਮੌਕੇ ਦੇ ਉੱਤੇ ਆ ਕੇ, ਠੀਕ ਹੈ, ਉਹ ਤੁਹਾਡੇ ਸਾਹਮਣੇ ਵਿਰੋਧੀ ਖੜੇ ਕਰ ਦੇਣਗੇ, ਫਿਰ ਤੁਸੀਂ ਕੀ ਕਰ ਲਓਗੇ। ਜਿਹਨਾਂ ਨੂੰ ਕੋਈ ਸ਼ੱਕ ਹੋਵੇ, ਜਿਹਨੇ ਪਰਸਨਲੀ ਪੁੱਛਣਾ ਹੋਵੇ, ਮੈਨੂੰ ਪੁੱਛ ਲਿਓ ਵੀ ਇਹ ਚੀਜ਼ ਕਿਉਂ ਤੁਹਾਨੂੰ ਪੋਸੀਬਲ ਨਹੀਂ ਲੱਗਦੀ, ਉਹ ਵੀ ਤੁਹਾਨੂੰ ਦੱਸ ਦਾਂਗਾ। ਪਰ ਇੰਨਾ ਆ ਵੀ ਅਗਰ ਇੱਕ ਧਿਰ ਨੂੰ ਤਾਂ ਤੁਸੀਂ ਸਮਝਦੇ ਹੋ ਵੀ ਹਾਂ ਇਹ ਧਿਰ ਸਾਨੂੰ ਚੰਗੀ ਲੱਗਦੀ ਹੈ, ਸਾਫ਼ ਸੁਥਰੀ ਲੱਗਦੀ ਹੈ, ਈਵਨ ਮੈਂ ਜਦੋਂ ਚੋਣਾਂ ਹੋਈਆਂ ਮੈਂ ਆਪ ਤੁਹਾਨੂੰ ਐਲਾਨ ਕਰਕੇ ਦੱਸਾਂਗਾ ਕਿ ਵੋਟਾਂ ਤੁਸੀਂ ਕਿਹਦੇ ਹੱਕ 'ਚ ਭੁਗਤਾਣੀਆਂ ਨੇ, ਜੇ ਤੁਹਾਨੂੰ ਮੇਰੇ 'ਤੇ ਭਰੋਸਾ ਹੈ। ਉਸ ਤੋਂ ਬਾਅਦ ਜੇ ਮੇਰਾ ਵੀ ਡਿਸੀਜਨ ਗਲਤ ਹੋਇਆ ਫਿਰ ਤਾਂ ਰੱਬ ਹੀ ਰੱਖਾ, ਪਰ ਮੈਂ ਜੋ ਤੁਹਾਨੂੰ ਦੱਸਾਂਗਾ ਉਸ ਗੁਰੂ ਰਾਮਦਾਸ ਨੂੰ, ਉਸ ਕਲਗੀਧਰ ਨੂੰ ਹਾਜ਼ਰ ਨਾਜ਼ਰ ਸਮਝ ਕੇ, ਮੰਨ ਕੇ ਫਿਰ ਦੱਸਾਂਗਾ, ਜਿੱਥੇ ਮੇਰੀ ਰੂਹ ਜਵਾਬਦਾਰੀ ਦਿੰਦੀ ਹੋਵੇ ਕਿ ਹਾਂ ਇੱਥੇ ਆਹ ਚੀਜ਼ ਠੀਕ ਹੈ। ਅੱਗੇ ਆਉਂਦੇ ਹਾਂ ਜੀ, ਇੱਕ ਨੇਤਰਹੀਨ ਨੌਜਵਾਨ ਗੁਰਸਿੱਖ ਤੇ ਇੱਕ ਹਿੰਦੂ ਵੀਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨਾਂ ਵਾਸਤੇ ਜਾਂਦੇ ਨੇ।
ਰਾਤ ਦੇ ਕਰੀਬਨ 2-3 ਵਜੇ ਉਹ ਉੱਥੇ ਪਹੁੰਚਦੇ ਨੇ, ਬੜੀਆਂ ਮਿੰਨਤਾਂ ਕਰਦੇ ਨੇ। ਤੁਸੀਂ ਸਮਝ ਸਕਦੇ ਹੋ ਵੀ ਇੱਕ ਨੇਤਰਹੀਣ ਹੈ, ਬਲਾਈਂਡ ਹੈ, ਤੇ ਦੂਜਾ ਅਪਾਹਿਜ ਹੈ। ਬੜੀਆਂ ਮਿੰਨਤਾਂ ਕਰਦੇ ਨੇ, ਕਮਰਾ ਦੇ ਦਿਓ, ਕਮਰਾ ਦੇ ਦਿਓ। ਖੈਰ ਪਹਿਲਾਂ ਤਾਂ ਕਮਰੇ ਵਾਸਤੇ ਨਾ ਕੀਤੀ ਜਾਂਦੀ ਹੈ, ਬਹੁਤ ਥੱਕ ਹਾਰ ਕੇ ਉਹਨਾਂ ਨੂੰ ਕਮਰਾ ਦਿੱਤਾ ਜਾਂਦਾ 600 ਰੁਪਏ ਲੈ ਕੇ। ਉਹ ਵਿਚਾਰੇ ਕਹਿੰਦੇ ਨੇ ਵੀ ਅਸੀਂ ਰਾਤ ਨੂੰ ਪਹੁੰਚੇ ਤੇ ਅਸੀਂ ਪਰਸੋਂ ਜਾਣਾ, ਮਤਲਬ ਅੱਜ ਰਾਤ ਨੂੰ ਉਹ 3-4 ਵਜੇ ਉੱਥੇ ਪਹੁੰਚਣੇ, अर्ਲੀ ਇਨ ਦਾ ਮਾਰਨਿੰਗ, ਠੀਕ ਹੈ। ਤੇ ਉਹ ਕਹਿੰਦੇ ਵੀ ਅੱਜ ਦਾ ਦਿਨ ਅਸੀਂ ਸਾਰਾ ਰੁਕਣਾ ਤੇ ਅਸੀਂ ਅਗਲੇ ਦਿਨ ਜਾਣਾ ਹੈ। ਉਹ ਕਹਿੰਦੇ ਠੀਕ ਹੈ ਜੀ। ਤੇ ਉਸ ਤੋਂ ਬਾਅਦ ਤੁਸੀਂ ਆਪ ਸੁਣ ਲਓ, ਠੀਕ ਹੈ ਜੀ ਸੰਗਤ ਜੀ, ਜੋ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਭਗਵੰਤ ਸਿੰਘ ਬੋਲ ਰਿਹਾ, ਡਿਸਟ੍ਰਿਕਟ ਸੰਗਰੂਰ ਤੋਂ ਜੀ। ਪਿੰਡ ਮੇਰਾ ਤੋਲਾਵਾਲ ਜੀ। ਤੇ ਮੈਂ ਸਰ ਦਰਬਾਰ ਸਾਹਿਬ ਗਿਆ ਸੀਗਾ ਫਰਵਰੀ ਦੇ ਵਿੱਚ ਜੀ। ਤੇ ਫਰਵਰੀ ਵਿੱਚ ਮੈਂ ਦਰਬਾਰ ਸਾਹਿਬ ਆਈ ਥਿੰਕ 1:30-2 ਵਜੇ ਦੇ ਕਰੀਬ ਮੈਂ ਪਹੁੰਚਿਆ ਹੋਊਗਾ ਰਾਤ ਨੂੰ। ਜੀ। ਤੇ ਗੁਰੂ ਰਾਮਦਾਸ ਰਾਮ ਮੈਂ ਉੱਥੇ ਜਾ ਕੇ ਜਦੋਂ ਪਹੁੰਚਿਆ ਵੀ ਮੈਂ ਕਿਹਾ ਵੀ ਕਮਰਾ ਚਾਹੀਦਾ। ਪਹਿਲਾਂ ਤਾਂ ਸਰ ਵੀ ਪਹਿਲਾਂ ਤਾਂ ਕਮਰੇ ਫ੍ਰੀ ਮਿਲ ਜਾਂਦੇ ਸੀ, ਕਮਰੇ ਸਾਨੂੰ ਕਹਿੰਦੇ ਵੀ 600 ਰੁਪਏ 'ਚ ਕਮਰਾ ਮਿਲੂਗਾ ਤੁਹਾਨੂੰ। ਮੈਂ ਕਹਿੰਦੀ ਹੁਣ ਤਾਂ ਮੈਂ 2-3 ਵੱਜ ਚੁੱਕੇ ਨੇ ਮੈਨੂੰ ਆਉਂਦਿਆਂ ਨੂੰ, ਵੀ ਕੱਲ ਦਾ ਦਿਨ ਮੈਂ ਰਹਿਣਾ ਤੇ ਪਰਸੋਂ ਜਾਣਾ। ਕਹਿੰਦੇ ਕੋਈ ਚੱਕਰ ਨਹੀਂ, ਤੁਸੀਂ ਕਮਰਾ ਲੈ ਲਓ ਤੇ ਤੁਸੀਂ ਪਰਸੋਂ ਚਲੇ ਜਾਇਓ। ਜੀ। ਮੈਂ ਕਿਹਾ ਵੀ ਠੀਕ ਹੈ। ਮੈਂ ਆਪਣਾ ਉੱਥੇ ਮੇਰਾ ਇੱਕ ਫਰੈਂਡ ਸੀਗਾ, ਮੈਨੂੰ 100% ਮੈਂ ਬਲਾਈਂਡ ਆ, ਦਿਖਾਈ ਨਹੀਂ ਦਿੰਦਾ ਸੀ, ਉਹ ਹੈਂਡੀਕੈਪਟ ਸੀਗਾ ਬੰਦਾ। ਅੱਛਾ, ਤੁਸੀਂ ਬਲਾਈਂਡ ਹੋ? ਹਾਂ, ਮੈਂ 100% ਦਿਖਾਈ ਨਹੀਂ ਦਿੰਦਾ, ਮੈਨੂੰ ਬਲਾਈਂਡ ਆ ਮੈਂ। ਓਕੇ। ਤੇ ਉਹ ਬੰਦਾ ਹੈਂਡੀਕੈਪਟ ਸੀ ਜਿਹੜਾ ਮੇਰੇ ਨਾਲ ਸੀਗਾ, ਉਹਦੀ ਵੀ ਲੈਗ ਪ੍ਰੋਬਲਮ ਸੀਗੀ। ਜੀ। ਤੇ ਉਸ ਤੋਂ ਬਾਅਦ ਕੀ ਹੋਇਆ ਵੀ ਦੂਜੇ ਦਿਨ ਪੌਣੇ 12 ਸੀ, ਚਲੋ ਨਮਸਕਾਰ ਵਗੈਰਾ ਕਰਕੇ ਇਸ਼ਨਾਨ ਪਾਨ ਕਰਕੇ ਅਸੀਂ ਵਾਪਸ ਕਮਰੇ 'ਚ ਆਏ ਵੀ ਚਲੋ ਰੈਸਟ ਕਰ ਲਈਏ, ਬਾਕੀ ਦੇ ਸਥਾਨਾਂ ਤੇ ਸ਼ਾਮ ਨੂੰ ਜਾਵਾਂਗੇ। ਜਿੱਦਾਂ ਬਾਬਾ ਸ਼ਹੀਦਾ ਸਿੰਘ ਦੇ ਜਾਂਦੇ ਆ, ਚੌਂਕੀ ਭਰਨ ਜਾਂਦੇ ਆ, ਸ਼ਾਮ ਨੂੰ ਚੱਲਾਂਗੇ ਆਪਾਂ ਵੀ। ਜੀ। ਤੇ 12 ਵਜੇ ਇਹਨਾਂ ਦੇ ਬੰਦੇ ਆ ਗਏ ਉੱਥੇ, ਕਹਿੰਦੇ ਜੀ ਕਮਰਾ ਫ੍ਰੀ ਕਰ ਦਿਓ। ਮੈਂ ਸਰ ਵੀ ਮੈਂ ਤਾਂ ਰਾਤ 3 ਵਜੇ ਆਇਆ ਉੱਥੇ, 2:30 ਵਜੇ ਆ ਕੇ ਵੀ ਕਿਹਾ ਸੀ ਤੁਹਾਨੂੰ ਵੀ ਪਰਸੋਂ ਜਾਣਾ ਆ। ਕਹਿੰਦੇ ਨਹੀਂ ਏਦਾਂ ਨਹੀਂ ਹੋਣਾ। ਮੈਂ ਕਿਹਾ ਸਰ ਤੁਸੀਂ ਪੈਸੇ ਲਏ ਆ, ਵੀ ਜੇ 2 ਘੰਟਿਆਂ ਦੀ ਗੱਲ ਸੀਗੀ ਉਹ ਤਾਂ ਅਸੀਂ 12 ਰੁਪਏ ਕੀ ਵੀ ਕੱਢ ਲੈਂਦੇ ਉਸ ਟਾਈਮ ਤੇ, ਇਸ਼ਨਾਨ ਪਾਨ ਕਰਕੇ ਅਸੀਂ ਦਰਬਾਰ ਸਾਹਿਬ ਜਾ ਕੇ ਜੇ ਅਸੀਂ ਮੁੜਨਾ ਹੀ ਹੁੰਦਾ ਸੀ ਤੁਹਾਡੇ ਕੋਲ ਕਿਉਂ ਆਉਣਾ ਸੀ ਫਿਰ। ਜੀ। ਕਹਿੰਦੇ ਵੀ ਨਹੀਂ ਜੀ ਤੁਹਾਨੂੰ ਕਮਰਾ ਫ੍ਰੀ ਕਰਨਾ ਪੈਣਾ। ਮੈਂ ਕਿਹਾ ਜੀ ਨਹੀਂ ਮੈਂ ਨਹੀਂ ਕਰਨਾ। ਓਕੇ। ਤੇ ਇਹ ਆਪ ਚਲੇ ਗਏ। ਫਿਰ ਇਹਨਾਂ ਨੇ ਆਪਣੇ ਗੁੰਡੇ ਭੇਜੇ ਦਰਬਾਰ ਸਾਹਿਬ ਵਾਲਿਆਂ ਨੇ? ਹਾਂਜੀ ਹਾਂ, ਗੁੰਡੇ ਭੇਜੇ ਆਪਣੇ 3-4, ਇਹਨਾਂ ਦੇ 2 ਦਿਨ ਬੰਦੇ ਆਏ। ਓਕੇ। ਤੇ ਆ ਕੇ ਉਹਨਾਂ ਨੂੰ ਰਿਕੁਐਸਟ ਵੀ ਕੀਤੀ, ਮੈਂ ਭਰਾਵੋ ਦੇਖੋ ਮੈਂ ਬਲਾਈਂਡ ਆ, ਇਹ ਮੇਰੇ ਨਾਲ ਹੈਂਡੀਕੈਪਟ ਆ ਬੰਦਾ, ਫਿਰ ਤੁਸੀਂ ਏਦਾਂ ਵੀ ਇਹ ਤਾਂ ਕੋਈ ਗੱਲ ਨਹੀਂ ਹੋਈ ਹੈ ਨਾ। ਕਿਸੇ ਟਾਈਮ ਤਾਂ ਅਸੀਂ ਆਉਂਦੇ ਸੀਗੇ, ਅਸੀਂ ਫ੍ਰੀ ਰਹਿੰਦੇ ਸੀ ਇੱਥੇ, ਚਲੋ ਜੇ ਪੈਸੇ ਤੁਸੀਂ ਲੈ ਵੀ ਲੈ ਕੋਈ ਗੱਲ ਨਹੀਂ, ਤੇ ਪਰ ਵੀ ਇਹ ਤਾਂ ਨਾ ਕਰੋ ਤੁਸੀਂ। ਅਸੀਂ ਰਾਤ 3 ਵਜੇ ਆ ਕੇ ਉਰੇ ਰਹਿਣਾ ਸ਼ੁਰੂ ਕੀਤਾ, ਵੀ ਤੁਸੀਂ ਏਦਾਂ ਕਿਉਂ ਕਰ ਰਹੇ ਹੋ? ਕਹਿੰਦੇ ਜੇ ਨਹੀਂ ਤੁਹਾਨੂੰ ਰੂਮ ਫ੍ਰੀ ਕਰਨਾ ਪੈਣਾ ਆ। ਮੈਂ ਬਥੇਰੇ ਉਹਨਾਂ ਦੇ ਮੈਂ ਤਰਲੇ ਕੀਤੇ ਵੀ ਨਹੀਂ ਜੀ ਮੈਂ ਸਵੇਰੇ ਜਾਣਾ। ਮੈਂ ਚਲੋ ਠੀਕ ਆ ਤੁਸੀਂ ਇਹ ਰੂਮ ਨਾ ਦਿਓ, ਬਾਕੀ ਜਿਹੜਾ ਇਹਨਾਂ ਨੇ ਕਮਰਾ ਦਿੱਤਾ ਹੋਰ ਦੇਖੋ। ਫਰਵਰੀ 'ਚ ਅਸੀਂ ਗਿਆ, ਉਹਦੇ ਵਿੱਚ ਟਾਇਲਟ ਵੀ ਟੁੱਟੀ ਹੋਈ, ਕੋਈ ਗੀਜ਼ਰ ਨਹੀਂ। ਇਹਨਾਂ ਨੇ ਹਾਲਾਂਕਿ ਕਹਿ ਕੇ ਦਿੱਤੀ ਸੀ ਇਹ ਚੀਜ਼, ਕਹਿੰਦੇ ਵੀ ਪਾਣੀ ਵੀ ਗਰਮ ਮਿਲੂਗਾ। ਮੈਂ ਇਹਨਾਂ ਨੂੰ ਇਹ ਵੀ ਪੁੱਛਿਆ ਵੀ 600 ਰੁਪਏ ਕਾਹਦਾ ਲੈ ਰਹੇ ਹੋ ਤੁਸੀਂ? ਕਹਿੰਦੀ ਤੁਹਾਨੂੰ ਕਮਰਾ ਉਹਦੇ ਵਿੱਚ ਸਾਰੀ ਫੈਸਿਲਿਟੀ ਹੈਗੀ ਆ, ਤੁਹਾਨੂੰ ਗਰਮ ਪਾਣੀ ਮਿਲੂਗਾ। ਔਰ ਮੈਂ ਝੂਠ ਨਹੀਂ ਬੋਲੂੰਗਾ, ਜਿਹੜੀ ਵੀ ਗੱਲ ਕਰ ਰਿਹਾ ਮੈਂ। ਜੀ। ਨੰਬਰ ਮੇਰਾ ਹੈਗਾ 8427011958 8427111158। ਜਿਹੜਾ ਮਰਜ਼ੀ ਮੇਰੇ ਨਾਲ ਗੱਲ ਕਰ ਲਵੇ, ਮੈਨੂੰ ਕੋਈ ਹਾਂ ਇਹ ਵੀ ਕਿ ਇਹਨਾਂ ਨੇ ਮੈਨੂੰ ਕੋਈ ਪ੍ਰੂਫ ਨਹੀਂ ਦਿੱਤਾ। ਅੱਛਾ, ਪਰਚੀ ਵੀ ਨਹੀਂ ਦਿੱਤੀ ਤੁਹਾਨੂੰ 600 ਰੁਪਏ ਲੈ ਕੇ? ਨਾ ਜੀ, ਮਤਲਬ ਮੈਨੂੰ ਇਹਨਾਂ ਨੇ ਜਦੋਂ ਇਹਨਾਂ ਨੂੰ ਮੈਂ ਕਿਹਾ ਮੈਂ ਜੀ ਪਰਚੀ ਦਿਓ, ਕਹਿੰਦੇ ਸਵੇਰੇ ਦੇਵਾਂਗੇ। ਓਕੇ। ਤੇ ਸਵੇਰੇ ਇਹਨਾਂ ਨੂੰ ਫਿਰ ਮੈਂ ਕਿਹਾ ਚਲੋ ਜੀ ਤੁਸੀਂ ਮੈਨੂੰ ਭੇਜ ਰਹੇ ਹੋ, ਮੈਂ ਵੀ ਪਰਚੀ ਦਿਓ ਮੈਨੂੰ। ਇਹਨਾਂ ਨੇ ਕੁਝ ਨਹੀਂ, ਇਹਨਾਂ ਨੇ ਧੱਕੇ ਮਾਰ ਕੇ ਸਾਨੂੰ ਬਾਹਰ ਕੱਢਿਆ। ਇੰਨਾ ਲਾਓ ਕਿ ਮੇਰੇ ਕੱਪੜੇ ਮੇਰਾ ਹੈਂਗਰ ਤੇ ਟੰਗੇ ਹੋਏ ਸੀ, ਮੇਰਾ ਬੈਗ ਇਹਨਾਂ ਨੇ ਬਾਹਰ ਮਾਰਿਆ ਕੱਢ ਕੇ ਉੱਥੋਂ ਸਾਰਾ ਕੁਝ। ਕਹਿੰਦੇ ਆਪਦੇ ਇਕੱਠੇ ਕਰਕੇ ਪਾਓ, ਕਹਿੰਦੇ ਵੀ ਜਾਓ ਗਿਆਨੀ ਜੀ ਉਰੇ ਰਹਿਣਾ ਨਹੀਂ ਬਾਬਾ ਜੀ ਤੁਸੀਂ, ਅਸੀਂ ਨਹੀਂ ਉਹ ਕਰ ਸਕਦੇ, ਸਾਨੂੰ ਤੋਂ ਵਾਹਿਗੁਰੂ। ਦੇਖੋ ਯਾਰ ਵੀ ਇੱਕ ਸੀ ਬਲਾਈਂਡ ਬੰਦੇ, ਉਹ ਮੇਰੇ ਨਾਲ ਹੈਂਡੀਕੈਪਟ ਬੰਦਾ। ਸਾਡਾ ਧਰਮ ਕਿਸਾਨ ਵੀ ਇਹ ਦੇਖੋ ਸਾਡੀਆਂ ਭਾਵਨਾਵਾਂ ਨੂੰ ਦੱਸੋ ਠੇਸ ਨਹੀਂ ਪਹੁੰਚੂਗੀ। ਕੋਈ ਗੱਲ ਨਹੀਂ ਵੀਰ, ਸੰਗਤ ਦੇਸ਼ ਵਿਦੇਸ਼ ਦੀ ਇਹ ਚੀਜ਼ ਮੈਂ ਤੁਸੀਂ ਸਮਝ ਸਕਦੇ ਇੱਕ ਬਲਾਈਂਡ ਹੈ ਤੇ ਉਹਦਾ ਬੈਗ ਚੱਕ ਕੇ ਉਹਦੇ ਕੱਪੜੇ ਚੱਕ ਕੇ ਮਤਲਬ ਖਿਲਾਰ ਦੇਣੇ ਤੇ ਉਹਨੂੰ ਕਹਿਣਾ ਵੀ ਆਪਣੇ ਆਪ ਚੱਕ। ਨਾਲ ਜਿਹੜਾ ਵਿਚਾਰਾ ਅਪਾਹਿਜ ਸੀਗਾ ਉਹਨੇ ਕੱਪੜੇ ਦੇ ਇਕੱਠੇ ਕਰਕੇ ਅਲੱਗ-ਅਲੱਗ ਥਾਂ ਚੱਕ ਕੇ ਬੈਗ ਦੇ ਵਿੱਚ ਪਾਏ। ਪਰ ਇਹਨਾਂ ਨੂੰ ਸ਼ਰਮ ਨਹੀਂ ਆਈ ਵੀ ਉਹ ਬਲਾਈਂਡ ਹੈ, ਵੀ ਸੁੱਟਣ ਦੀ ਬਜਾਏ ਉਹਦੇ ਬੈਗ 'ਚ ਹੀ ਪਾ ਲੈਂਦੇ ਤੁਸੀਂ। ਇੰਨੀ ਕੀ ਸ਼ਰਮ ਕਰ ਲੈਂਦੇ। ਇਨਸਾਨੀਅਤ ਜਿਹੜੀ ਮੈਂ ਕਹਿੰਦਾ ਨਾ ਪੂਰੀ ਮਰੀ ਹੈ ਇਹਨਾਂ 'ਚ, ਉਹੀ ਆ। ਇਹਨਾਂ ਦੀ ਔਕਾਤ ਵੀ ਪਤਾ ਲੱਗ ਰਹੀ ਹੈ। ਜਿਹੜੇ ਕਹਿੰਦੇ ਨੇ ਨਾ ਕਿ ਮਤਲਬ ਇਹਨਾਂ ਦੇ ਗੁੰਡੇ ਨਹੀਂ ਪਾਲੇ ਹੋਏ, ਤੇ ਹੁਣ ਸੰਗਤ ਨੂੰ ਇਹ ਪਤਾ ਲੱਗ ਜਾਏ ਵੀ ਅੱਖਾਂ ਵਾਲਿਆਂ ਨੂੰ ਤਾਂ ਇਹ ਬਖਸ਼ਦੇ ਨਹੀਂ। ਜਿਹੜੇ ਵਿਚਾਰੇ ਬਲਾਈਂਡ ਨੇ ਜਾਂ ਜਿਹੜੇ ਹੈਂਡੀਕੈਪ ਨੇ ਉਹਨਾਂ ਨੂੰ ਵੀ ਇਹ ਕੁੱਤੇ ਥਾਂ ਨਹੀਂ ਜਾਣਦੇ। ਉਹ ਬੰਦਾ ਹਿੰਦੂ ਧਰਮ ਨੂੰ ਬਿਲੋਂਗ ਕਰਦਾ, ਲੇਕਿਨ ਉਹ ਬੰਦੇ ਦੀ ਦੇਖ ਲਓ ਭਾਵਨਾ ਨੂੰ। ਉਹ ਇੱਕ ਮੇਰੇ ਨਾਲ ਕਰਕੇ ਗਿਆ ਵੀ ਦਰਬਾਰ ਸਾਹਿਬ ਜਾਣਾ ਆ, ਤੇ ਉਹ ਬੰਦੇ ਨੇ ਵੀ ਮੈਨੂੰ ਬਾਅਦ 'ਚ ਕਿਹਾ ਕਿ ਅੰਦਰ ਆ ਕੁਛ ਹੁੰਦਾ ਗੁਰਦੁਆਰਿਆਂ 'ਚ। ਇਹ ਬੇਇੱਜ਼ਤੀ ਨਹੀਂ ਹੈ? ਅਸੀਂ ਜੀ ਉਹ ਕਰਾਂਗੇ ਵੀ ਨਹੀਂ। ਅੱਜ ਮੈਂ ਤੁਹਾਡਾ ਦੇਖ ਰਿਹਾ ਸੀ ਵੀਡੀਓ, ਮੈਂ ਰੋਜ਼ਾਨਾ ਹੀ ਦੇਖਦਾ ਆ, ਬਟ ਅੱਜ ਮੈਨੂੰ ਇਹ ਚੀਜ਼ ਸਾਹਮਣੇ ਆਈ ਮੇਰੇ। ਮੈਂ ਕਿਹਾ ਨਹੀਂ ਯਾਰ ਮੈਂ ਵੀਰ ਨਾਲ ਗੱਲ ਕਰਾਂ।
ਕੋਈ ਗੱਲ ਠੀਕ ਹੈ, ਨਹੀਂ, ਕਿਉਂਕਿ ਚੜ੍ਹਦੀ ਕਲਾ। ਗੁਰਦੁਆਰਾ ਸੁਧਾਰ ਲਹਿਰ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਈ ਹੈ ਤੇ ਇਹ ਗੰਦ ਅਸੀਂ ਜਲਦੀ ਕੱਢ ਕੇ ਰਹਾਂਗੇ। ਨਹੀਂ, ਮੈਂ ਤਾਂ ਤੁਹਾਨੂੰ ਵੀ ਇਹ ਚੀਜ਼ ਕਹੂੰਗਾ ਕਿ ਸੰਗਤ ਨੂੰ ਇੱਕ ਕਾਲ ਦਿਓ, ਠੀਕ ਆ, ਜਿੱਥੇ ਵੀ ਬੁਲਾਉਂਗੇ, ਜਿੰਨੇ ਵੀ ਵੱਧ ਚੜ ਕੇ ਪਹੁੰਚਾਂਗੇ ਪ੍ਰਭੂ, ਠੀਕ ਆ। ਇਹਨਾਂ ਨੂੰ ਗੱਲਾਂ ਕਰਨ ਨਾਲ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਤੁਸੀਂ ਤਾਂ ਬਥੇਰਾ ਮੱਥਾ ਮਾਰਦੇ ਹੋ ਇਹਨਾਂ ਨਾਲ, ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਇਹ ਤਾਂ ਤੁਰੋਂ ਗੰਦੇ ਨੇ ਇਹ, ਠੀਕ ਆ, ਤੁਰ ਤੋਂ ਗੰਦੇ ਨੇ ਇਹ, ਸਾਨੂੰ ਕਹਿਣਾ ਨਹੀਂ ਚਾਹੀਦਾ, ਸਾਡੇ ਪੰਥਕ ਨੇ ਇਹ। ਪਰ ਪ੍ਰਭਾ ਬਹੁਤ ਰੋਕਿਆ ਉਸ ਦਿਨ, ਮੈਂ ਬਹੁਤ ਰੋਕਿਆ ਮੈਂ। ਨਾ ਭਰਾ ਮੇਰਿਆ, ਰੋਣਾ ਨਹੀਂ, ਠੀਕ ਹੈ। ਅਸੀਂ ਤਾਂ ਗੁਰੂ ਰਾਮਦਾਸ ਦੇ ਦਰ ਤੇ ਜਾਂਦੇ ਯਾਰ, ਕਿ ਪ੍ਰਮਾਤਮਾ ਸਾਡੀਆਂ ਪਤਾ ਨਹੀਂ ਕਿਹੜੀਆਂ, ਅਸੀਂ 3 ਭਰਾਵਾ, ਸਾਨੂੰ ਦਿਖਾਈ ਨਹੀਂ ਦਿੰਦਾ, ਅਸੀਂ ਉਹਨਾਂ ਦੇ ਦਰ ਤੇ ਜਾਂਦੇ ਕਿ ਪ੍ਰਮਾਤਮਾ ਪਤਾ ਨਹੀਂ ਕਿਹੜੇ ਕਰਮਾਂ ਦਾ ਸਾਨੂੰ ਲੱਗਿਆ ਯਾਰ, ਅਸੀਂ ਬਖਸ਼ ਲਾ ਸਾਨੂੰ। ਇਹ ਲੋਕ ਸਾਡੇ ਨਾਲ ਕੀ ਕਰਦੇ ਆ? ਕੋਈ ਗੱਲ ਨਹੀਂ ਵੀਰ, ਗੁਰੂ ਰਾਮਦਾਸ ਦਾ ਦਰ ਹੈ, ਪੰਥਕ ਨਹੀਂ ਸਾਡੀ, ਪੰਥਕ ਨਹੀਂ ਸਾਡੀ। ਦੇਰ ਨਹੀਂ, ਪਰ ਇਹਨਾਂ ਨੇ ਜਿਹੜੀ ਮੇਰ ਕਰਦੀ ਪਾਈ ਆ ਉਹ ਜਲਦੀ ਦੂਰ ਹੋਊਗੀ, ਠੀਕ ਹੈ। ਆਪਣਾ ਮਨ ਨਹੀਂ ਹੌਲਾ ਕਰਨਾ, ਰੋਣਾ ਨਹੀਂ ਬਿਲਕੁਲ ਵੀ। ਇਹ ਤਾਂ ਹੁੰਦੀ ਪਈ ਆ ਭਰਾਵਾ, ਹੁੰਦੀ ਪਈ ਆ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਹੁੰਦੀ ਪਈ ਆ। ਕੋਈ ਗੱਲ ਨਹੀਂ, ਠੀਕ ਹੈ, ਚੜ੍ਹਦੀ ਕਲਾ ਚ ਰਹੋ, ਗੁਰੂ ਰਾਮਦਾਸ ਭਲੀ ਕਰੂ, ਠੀਕ ਹੈ। ਠੀਕ ਆ ਭਰਾ ਵੀਰੇ, ਠੀਕ ਹੈ ਵੀਰ ਮੇਰਾ, ਚੜ੍ਹਦੀ ਕਲਾ। ਮਤਲਬ ਤੁਸੀਂ ਸੋਚ ਸਕਦੇ ਹੋ ਸੰਗਤ ਜੀ ਵੀ ਉਹ ਵਿਚਾਰਾ ਕਹਿੰਦਾ ਅਸੀਂ ਪਤਾ ਨਹੀਂ ਸਾਡੇ ਕਿਹੜੇ ਮਾੜੇ ਕਰਮ ਨੇ ਵੀ ਅਸੀਂ 3 ਭਰਾ ਆ, ਅਸੀਂ ਤਿੰਨੋਂ ਹੀ ਬਲਾਈਂਡ ਆ। ਮਤਲਬ ਕਿੰਨੀ ਪੀੜਾ ਦੇ ਵਿੱਚ, ਮਤਲਬ ਸੰਗਰੂਰ ਤੋਂ ਦਰਬਾਰ ਸਾਹਿਬ ਕਿੱਦਾਂ ਗਏ ਜਾਂਦੇ ਹੋਣਗੇ ਇਹ ਮੱਥਾ ਟੇਕਣ ਵਾਸਤੇ, ਆਪਣੀਆਂ ਭੁੱਲਾਂ ਬਖਸ਼ਾਉਣ ਵਾਸਤੇ, ਰੱਬ ਤੋਂ ਸਵਾਲ ਪੁੱਛਣ ਵਾਸਤੇ ਵੀ ਸਾਡੇ ਤੋਂ ਅਜਿਹੀ ਕੀ ਗਲਤੀ ਹੋ ਗਈ। ਪਰ ਜਿਹੜੇ ਅੰਦਰੋਂ ਪਹਿਲਾਂ ਹੀ ਦੁਖੀ ਆ ਜਾਂ ਟੁੱਟੇ ਹੋਏ ਆ, ਜਿਹੜੇ ਉੱਥੇ ਮਤਲਬ ਆਪਣੇ ਪਿਓ ਕੋਲ ਜਾਂਦੇ ਨੇ ਪੁੱਛਣ ਵਾਸਤੇ ਸਵਾਲ, ਜਿਹੜੇ ਇਸ ਇੱਛਾ ਦੇ ਨਾਲ ਜਾਂਦੇ ਨੇ ਵੀ ਸ਼ਾਇਦ ਸਾਡਾ ਪਿਓ ਸਾਨੂੰ ਹੁਣ ਮਾਫ ਕਰ ਦੇਵੇ, ਇਹ ਉਹਨਾਂ ਨੂੰ ਵੀ ਧਤਕਾਰਦੇ ਨੇ, ਰਵਾਉਂਦੇ ਨੇ, ਖੂਨ ਦੇ ਹੰਝੂ ਰਵਾਉਂਦੇ ਨੇ ਉਹਨਾਂ ਨੂੰ। ਉਹ ਹਿੰਦੂ ਵੀਰ, ਉਹ ਮਤਲਬ ਉਹਦੇ ਦਿਮਾਗ ਕੀ ਕਹਿੰਦਾ, ਗੁਰਦੁਆਰੇ 'ਚ ਆਹ ਕੁਝ ਹੁੰਦਾ ਆ, ਉਹ ਬੇਅਦਬੀ ਨਹੀਂ ਆ। ਹੁਣ ਤੁਸੀਂ ਇੱਕ ਬਲਾਈਂਡ ਦੇ ਕੱਪੜੇ ਚੱਕ ਕੇ, ਬੈਗ ਚੱਕ ਕੇ ਸਰਾਂ 'ਚੋਂ ਬਾਹਰ ਮਾਰਿਆ ਪੈਸੇ ਲੈਣ ਦੇ ਬਾਵਜੂਦ, 600 ਰੁਪਏ ਲਿੱਤਾ, ਉਹਨੂੰ ਪਰਚੀ ਤੱਕ ਨਹੀਂ ਦਿੱਤੀ, ਇਹ ਕਰਪਸ਼ਨ ਨਹੀਂ ਆ। ਹੁਣ ਮੈਂ ਪੁੱਛਦਾ ਤੁਹਾਡੇ ਸਕੱਤਰ ਨੂੰ, ਪ੍ਰਤਾਪ ਸਿੰਘ ਆ, ਠੀਕ ਹੈ, ਸਿੰਘ ਤਾਂ ਤੁਹਾਡੇ ਨਾਲ ਲਾਣਾ ਮੈਨੂੰ ਲੱਗਦਾ ਹੀ ਨਹੀਂ ਕਿ ਤੁਸੀਂ ਸਿੰਘ ਕਹਾਣ ਦੇ ਕਾਬਿਲ ਵੀ ਹੈਗੇ ਹੋ। ਤਾਂ ਹੀ ਮੈਂ ਕਹਿੰਦਾ ਆ ਕਿਤੇ ਇਸ ਸਾਰੀ ਜਥੇਬੰਦੀ ਨਾ ਕਿਸੇ ਮਤਲਬ ਬਾਣੀ ਬਾਣੇ ਦੇ ਧਾਰਨੀ, ਅਸਲ ਬਾਣੀ ਬਾਣੇ ਦੇ ਧਾਰਨੀ ਅਕਾਲੀ ਫੂਲਾ ਸਿੰਘ ਵਰਗੇ ਨਿਹੰਗ ਸਿੰਘ ਦੇ ਹੱਥ ਹੋਵੇ ਨਾ, ਤੇ ਤੁਹਾਡੀ ਅਕਲ ਟਿਕਾਣੇ ਆ ਜਾਵੇ। ਜੇ ਜਥੇਦਾਰ ਉੱਦਾਂ ਦਾ ਕੋਈ ਆ ਕੇ ਬਣ ਕੇ ਬਹਿ ਜਾਵੇ, ਭਾਈ ਰਣਜੀਤ ਸਿੰਘ ਵਰਗੇ ਵੀ ਆ ਕੇ ਬਹਿ ਗਏ ਨਾ, ਉਹਨੇ ਤੁਹਾਡੀਆਂ ਧੂਣਾ ਕਢਾ ਦੇਣੀਆਂ ਆ, ਤੁਹਾਡੀਆਂ ਚੀਕਾਂ ਨਿਕਲ ਜਾਣੀਆਂ ਆ। ਜਿਹੜੀਆਂ ਉੱਥੇ ਬਹਿ ਕੇ ਹਰਾਮ ਦੀਆਂ ਕਮਾਈਆਂ ਕਰਨ ਤੁਸੀਂ ਗਿੱਝ ਗਏ ਹੋ ਨਾ, ਲੋਕਾਂ ਨੂੰ ਦੁਖੀ ਕਰਨਾ ਗਿੱਝ ਗਏ ਹੋ, ਸਿਰਫ ਅਹੁਦੇ ਦੇਖਦੇ ਹੋ, ਕੱਪੜੇ ਦੇਖਦੇ ਹੋ, ਠੀਕ ਹੈ, ਸਟੇਟਸ ਦੇਖਦੇ ਹੋ ਬੰਦੇ ਦਾ, ਦੇਖ ਕੇ ਤੇ ਫਿਰ ਉਹਨਾਂ ਉਸ ਹਿਸਾਬ ਦੇ ਨਾਲ ਡੀਲ ਕਰਦੇ ਹੋ। ਸਰਾਂ ਦੇ ਵਿੱਚ ਆ ਜਾਓ, ਤੋਂ ਲੈ ਕੇ ਥੱਲੇ ਤੱਕ ਪਹਿਲਾਂ ਦੇਖਦੇ ਕਿ ਮੌਸਾਮੀ ਕਿੱਦਾਂ ਦੀ ਹੈ, ਠੀਕ ਹੈ। ਫਿਰ ਹਰ ਚੀਜ਼ ਸੰਗਤ ਜੀ, ਹਰ ਚੀਜ਼ ਅਵੇਲੇਬਲ ਕਰਵਾਉਂਦੇ ਨੇ ਇਹ ਸਰਾਂ 'ਚ। ਬਸ ਬੰਦਾ ਇਹਨਾਂ ਦੇ ਧੱਕੇ ਚੜ੍ਹਨਾ ਚਾਹੀਦਾ, ਜਾਂ ਬੰਦਾ ਇਹਨਾਂ ਵਰਗਾ ਹੀ ਹੋਣਾ ਚਾਹੀਦਾ ਹੈ। ਇਸ ਕਰਕੇ ਮੈਂ ਕਹਿੰਦਾ ਆ, ਸਾਨੂੰ ਹੁਣ ਇਕਜੁੱਟ ਇਕਮੁੱਠ ਹੋਣ ਦੀ ਜ਼ਰੂਰਤ ਹੈ ਸੰਗਤ ਜੀ। ਜੇਕਰ ਮੇਰਾ ਸਾਥ ਦਿੰਦੇ ਹੋ, ਮੈਂ ਹਮੇਸ਼ਾ ਕਹਿੰਦਾ ਆ, ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਦੱਸਿਆ ਕਰੋ ਕਿੰਨੇ ਲੋਕ ਨਵੇਂ ਮੇਰੇ ਨਾਲ ਜੁੜੇ ਨੇ, ਨੀਚੇ ਕਮੈਂਟ ਕਰਕੇ ਦੱਸਿਆ ਕਰੋ ਕਿੰਨੇ ਲੋਕ ਮੇਰੇ ਨਾਲ ਖੜੇ ਨੇ, ਜਿੱਦਣ ਕਿਤੇ ਵੀ ਆਉਣ ਜਾਣ ਦੀ ਲੋੜ ਪੈ ਗਈ ਕਿੰਨੇ ਸਾਥ ਦੇਣਗੇ। ਨਾਲ ਇਹ ਵੀ ਦੱਸਿਆ ਕਿ ਗੁਰੂ ਘਰਾਂ ਦੀਆਂ ਜ਼ਿੰਮੇਵਾਰੀਆਂ ਹੁਣ ਅਸੀਂ ਚੱਕ ਰਹੇ ਹਾਂ, ਬੇਸ਼ੱਕ ਐਸਜੀਪੀਸੀ ਦੇ ਬੰਦੇ ਉੱਥੇ ਹੋਣ, ਪ੍ਰਬੰਧ ਹੁਣ ਅਸੀਂ ਚੁੱਪਚਾਪ ਜਾ ਕੇ ਦੇਖ ਰਹੇ ਹਾਂ ਕਿਹੜਾ ਉੱਥੇ ਗਲਤ ਕਰਤੂਤ ਕਰ ਰਿਹਾ ਆ। ਮੈਂ ਪਹਿਲਾਂ ਵੀ ਕਿਹਾ ਆ, ਚਾਹੇ ਕੋਈ ਬਜ਼ੁਰਗ ਹੋਵੇ ਉੱਥੇ, ਚਾਹੇ ਨੌਜਵਾਨ ਹੋਵੇ, ਦਾੜੇ ਪ੍ਰਕਾਸ਼ ਹੋਣ, ਚਾਹੇ ਗਾਤਰੇ ਚੋਲੇ ਪਾਏ ਹੋਣ, ਜਿਹੜਾ ਕੋਈ ਧੀ ਭੈਣ ਵੱਲ ਮਾੜਾ ਦੇਖਦਾ ਹੈ, ਜਿਹੜਾ ਕੋਈ ਮਰਿਆਦਾ ਭੰਗ ਕਰਦਾ ਹੈ, ਜਿਹੜਾ ਕੋਈ ਮਤਲਬ ਕੁਰੈਤ ਕਰਦਾ ਆ, ਗਲਤ ਕਰਤੂਤ ਕਰਦਾ ਹੈ, ਸਵਾਲ ਜਵਾਬ ਦੀ ਲੋੜ ਨਹੀਂ, ਖਿੱਚ ਕੇ ਪਹਿਲਾਂ ਚਪੇੜਾ ਮਾਰੋ ਫਿਰ ਗੱਲ ਸ਼ੁਰੂ ਕਰਿਓ। ਕਿਸੇ ਨੂੰ ਬੁਰਾ ਲੱਗਦਾ ਹੈ ਲੱਗੀ ਜਾਣ ਦਿਓ, ਕਿਉਂਕਿ ਇਹਨਾਂ ਨੇ 295A ਕਰਵਾਇਆ ਹੈ ਨਾ, ਤਾਂ ਫਿਰ ਆਹ ਜਿਹੜੀਆਂ ਮੈਂ ਗੱਲਾਂ ਕਹਿ ਰਿਹਾ ਹਾਂ ਇਹ ਵੀ 295A ਦੇ ਅਧੀਨ ਨਹੀਂ ਆਉਂਦੀਆਂ। ਉਹ ਤਾਂ ਇਹਨਾਂ ਨੂੰ ਜਵਾਬ ਦੇਣਾ ਪਊਗਾ ਇਹ ਕਿੱਦਾਂ ਕਰਵਾਇਆ, ਸਾਬਿਤ ਤਾਂ ਕਰਨ। ਫਿਰ ਮੈਂ ਸਾਬਿਤ ਹੁਣ ਕਰ ਰਿਹਾ ਹਾਂ, ਵਿਦ ਪ੍ਰੂਫ ਕਰ ਰਿਹਾ, ਤੁਹਾਡੇ ਬੰਦੇ ਆ ਰਹੇ ਨੇ, ਅੱਗੇ ਵੀ ਆਣਗੇ, ਠੀਕ ਹੈ। ਤੁਸੀਂ ਜਿੰਨੇ ਐਲੀਗੇਸ਼ਨ ਮੇਰੇ ਤੇ ਲਾਏ ਨਾ, ਤੁਹਾਡੇ ਬੰਦਿਆਂ ਦੀ ਐਵੀਡੈਂਸ ਹੀ ਕੋਰਟ ਦੇ ਵਿੱਚ ਬਹੁਤ ਆ, ਜਿਹੜੇ ਤੁਹਾਡੇ 'ਚ ਕੰਮ ਕਰਕੇ ਗਏ ਨੇ। ਮੈਂ ਤਾਂ ਚਾਹੁੰਦਾ ਆ ਵੀ ਫੇਸ ਟੂ ਫੇਸ ਕੋਈ ਜੱਜ ਬੈਠਿਆ ਹੋਵੇ ਤੇ ਸਾਹਮਣੇ ਪੇਸ਼ੀ ਤਾਂ ਪਵੇ, ਤੁਹਾਨੂੰ ਆਟੇ ਦਾਲ ਦਾ ਭਾਅ ਪਤਾ ਲੱਗ ਜੂ। ਆ ਰਣਜੀਤ ਵਰਗੇ ਸੰਮਣ ਭੇਜਦੇ ਨੇ, ਆਵੇ ਤਾਂ ਸਹੀ ਇੱਕ ਵਾਰ ਕੋਰਟ 'ਚ ਸਾਹਮਣੇ ਖੜੇ ਤਾਂ ਸਹੀ, ਭੱਜਦੇ ਨੂੰ ਰਾਹ ਨਹੀਂ ਲੱਭਣਾ। ਆ ਜਿਓ ਜਿੰਨੇ ਆਣਾ ਆ। ਮੈਂ ਤਾਂ ਹੀ ਧਾਮੀ ਨੂੰ ਹਮੇਸ਼ਾ ਕਿਹਾ ਆ, ਧਾਮੀ ਸਾਹਿਬ
ਬੰਦਾ ਜਿਹੜਾ ਸਾਹਮਣੇ ਕਰਨਾ ਨਾ ਮੇਰੇ, ਅਜਿਹਾ ਦੇਖ ਕੇ ਕਰਿਓ ਜਿਹਦੇ ਚਰਿੱਤਰ ਤੇ ਕੋਈ ਦਾਗ ਨਾ ਹੋਵੇ, ਜਿਹਨੇ ਕੋਈ ਘਪਲਾ ਨਾ ਕੀਤਾ ਹੋਵੇ, ਜਿਹਨੇ ਕੋਈ ਕਰਪਸ਼ਨ ਨਾ ਕੀਤੀ ਹੋਵੇ। ਚਿੱਠੇ ਹਰ ਕਿਸੇ ਦੇ ਮੇਰੇ ਕੋਲ ਪਹੁੰਚ ਰਹੇ ਨੇ। ਜਿਹੜਾ ਸਾਹਮਣੇ ਆਊਗਾ ਅਗਲਾ ਐਪੀਸੋਡ ਉਹਦੇ ਉੱਤੇ ਹੀ ਪੂਰਾ ਜਾਊਗਾ। ਠੀਕ ਹੈ, ਧਨੇੜੇ ਦਾ ਹੋ ਗਿਆ ਆ, ਬਾਕੀਆਂ ਦਾ ਵੀ ਹੋ ਜਾਊਗਾ ਹੁਣ ਹੌਲੀ ਹੌਲੀ। ਠੀਕ ਹੈ, ਪ੍ਰਤਾਪੇ ਦਾ ਤਾਂ ਵੈਸੇ ਹੀ ਪਤਾ ਲੱਗ ਗਿਆ ਆ, ਚਾਹੇ ਸਕੱਤਰ ਬਣ ਕੇ ਬੈਠਿਆ ਆ। ਫੀਮ ਹਲੇ ਤਾਂ ਦੱਸੂਗਾ ਸੰਗਤ ਜੀ, ਜਿਹੜਾ ਸਰਾਂ ਦੇ ਵਿੱਚ ਕਦੀ 1 ਨੰਬਰ ਕਮਰੇ ਤੇ ਕਦੀ 2 ਨੰਬਰ ਕਮਰੇ 3-4 ਮਹੀਨੇ ਰਹਿ ਗਿਆ, ਉੱਥੇ ਧੰਦਾ ਕੀ ਚਲਾ ਰਿਹਾ ਸੀ ਤੇ ਇਹਨਾਂ ਦੀ ਜਾਨ ਨਿਕਲ ਗਈ। ਪਿਛਲੇ ਮਹੀਨੇ ਹੀ ਬੈਂਡ ਆਫ ਦਾ ਮੰਥ ਜਦੋਂ ਮੈਂ ਕਹਿਦਾ ਸੀ, ਉਸ ਤੋਂ ਬਾਅਦ ਉਹਨੂੰ ਭਜਾਇਆ ਆ ਸਕੱਤਰ ਨੇ। ਇਹ ਭੱਜ ਜਾ ਫਟਾਫਟ, ਇਨਕੁਆਇਰੀ ਬਹਿ ਗਈ ਆ। ਫਲਾਈ ਨੇ ਕਿਉਂ ਧਾਮੀ ਸਾਹਿਬ ਇਨਕੁਆਇਰੀ ਕੀਤੀ ਨਾ ਉਹਦੀ ਵੀ, ਤੇ ਦੱਬੀ ਕਾ ਤੂੰ ਉਹ ਦੱਸੋਗੇ ਸੰਗਤ ਨੂੰ ਕੀ ਧੰਦਾ ਕਰ ਰਿਹਾ ਸੀ ਉੱਥੇ ਬੈਠਿਆ, ਕਿਹਦਾ ਬੰਦਾ ਸੀ, ਕੀ ਨਾਮ ਸੀ। ਨਾਮ ਤਾਂ ਖੈਰ ਮੈਂ ਦੱਸ ਦਿੱਤਾ ਪਿਛਲੀ ਵਾਰ, ਬਾਕੀ ਸੰਗਤ ਨੂੰ ਤੁਸੀਂ ਆਪ ਦੱਸ ਦਿਓ ਜੇ ਹਿੰਮਤ ਹੋਊਗੀ, ਨਹੀਂ ਤਾਂ ਤੁਹਾਡੀਆਂ ਕਰਤੂਤਾਂ ਸੰਗਤ ਨੂੰ ਫਿਰ ਮੈਂ ਦੱਸੂ। ਠੀਕ ਹੈ, ਖੈਰ ਸੰਗਤ ਜੀ ਅੱਜ ਵਾਸਤੇ ਇੰਨਾ ਹੀ। ਦਿਓ ਇਜਾਜ਼ਤ, ਚੜ੍ਹਦੀ ਕਲਾ 'ਚ ਰਹੋ, ਹੱਸਦੇ ਵਸਦੇ ਰਹੋ। ਠੀਕ ਹੈ, ਇਹ ਕੌਮ ਨਾ ਕਦੀ ਢਈ ਸੀ ਨਾ ਢਹਿਣ ਵਾਲੀ ਹੈ, ਨਾ ਕਿਸੇ ਦੇ ਜ਼ੋਰ ਲਾਇਆ। ਇਹ ਕੌਮ ਖੋਖਲੀ ਹੋਣ ਵਾਲੀ ਹੈ। ਖਾਣ ਦਿਓ ਗੋਲਕਾਂ ਜਿੰਨੀਆਂ ਖਾਂਦੇ ਨੇ, ਉਹ ਪੈਸਾ ਨਿਕਲਣਾ ਇੱਥੇ ਹੀ ਹੈ। ਠੀਕ ਹੈ ਜੀ, ਇਹ ਕੌਮ ਕੱਲ੍ਹ ਵੀ ਚੜ੍ਹਦੀ ਕਲਾ 'ਚ ਸੀ, ਅੱਜ ਵੀ ਚੜ੍ਹਦੀ ਕਲਾ 'ਚ ਹੈ, ਕੱਲ੍ਹ ਵੀ ਚੜ੍ਹਦੀ ਕਲਾ 'ਚ ਹੀ ਰਹੂਗੀ। ਗਰਜਾ ਬੋਤਾ ਸਿੰਘ ਦੀਆਂ ਔਲਾਦਾਂ ਬੈਠੀਆਂ ਨੇ, ਮੱਸਾ ਰੰਗੜ ਨੂੰ ਲਾਉਣ ਵਾਲੇ ਗਰਜਾ ਸਿੰਘ ਬੋਤਾ ਸਿੰਘ ਬੈਠੇ ਆ। ਸੋ ਕਰਨ ਦੇਣਾ ਨੂੰ ਜੋ ਕਰਦੇ ਨੇ। ਠੀਕ ਹੈ ਜੀ, ਹੱਸਦੇ ਰਹੋ ਵਸਦੇ ਰਹੋ। ਦੇਸ਼ਾਂ 'ਚ ਹੋ ਵਿਦੇਸ਼ਾਂ 'ਚ ਹੋ, ਗੁਰੂ ਘਰਾਂ ਨੂੰ ਲੈ ਕੇ ਪ੍ਰਧਾਨਗੀਆਂ ਨੂੰ ਲੈ ਕੇ ਨਾ ਲੜੋ ਨਾ ਮਰੋ, ਨਹੀਂ ਤਾਂ ਮੈਂ ਹੁਣ ਵਿਦੇਸ਼ਾਂ ਵਾਲੇ ਗੁਰੂ ਘਰ ਵੀ ਚੱਕਣੇ ਸ਼ੁਰੂ ਕਰ ਦੇਣੇ। ਕਰਤੂਤਾਂ ਮੇਰੇ ਕੋਲ ਬਹੁਤ ਆ ਰਹੀਆਂ ਨੇ ਵਿਦੇਸ਼ਾਂ ਦੇ ਗੁਰੂ ਘਰਾਂ ਦੀਆਂ ਵੀ। ਇਸ ਲਈ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।